ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਪ੍ਰੋਗਰਾਮ ਪ੍ਰਾਈਮ ਫੋਕਸ ਸ਼ੁਰੂ ਕਰਨ ਦਾ, ਤੇ ਘੜੀ ਦੀਆਂ ਸੂਈਆਂ ਦੇ ਇਸ਼ਾਰੇ ਨੂੰ ਸਮਝਦੇ ਹੋਏ ਅਸੀਂ ਪ੍ਰੋਗਰਾਮ ਪ੍ਰਾਈਮ ਫੋਕਸ ਲੈ ਕੇ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇ ਉੱਪਰ ਹਾਜ਼ਰ ਹਾਂ। ਮੇਰੇ ਨਾਲ ਨੇ ਵੀਰ ਪਰਮਵੀਰ ਬਾਠ। ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਵੀ ਸਵਾਗਤ ਹੈ। ਅੱਜ ਫਿਰੋਜ਼ਪੁਰ, ਜਲੰਧਰ ਤੇ ਲੁਧਿਆਣੇ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ। ਮੋਗੇ, ਫਗਵਾੜੇ ਤੇ ਉਧਰਲੇ ਪਾਸੇ ਪਠਾਨਕੋਟ ਦੇ ਵਿੱਚ ਹੋ ਸਕਦਾ ਕਿ ਭਾਰੀ ਮੀਂਹ ਪਵੇ, ਇਸ ਕਰਕੇ ਆਪੋ ਆਪਣੀਆਂ ਮੱਝਾਂ ਅੰਦਰ ਬੰਨ ਲਓ। ਕਿਸਾਨ ਵੀਰੋ, ਮੰਡੀਆਂ ਦੇ ਭਾਅ ਇਸ ਤਰ੍ਹਾਂ ਨੇ। ਆਲੂ ਵੀ ਕਿਹਾ ਮੋਗਾ ਮੰਡੀ। ਇਹਦਾ ਚਾਹੀਦੇ ਖਬਰਾਂ WhatsApp ਕਿਹੜੇ ਚੱਕਰ 'ਚ ਪੈ ਸਵਾਦ ਹੀ ਆ ਜਾਂਦਾ ਹੈ। ਦੇਖੋ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਤਰੀਕਾ ਠੀਕ ਨਹੀਂ ਹੈ, ਕਿੱਦਾਂ ਉਦੋਂ ਠੀਕ ਸੀ। ਹਾਂਜੀ, ਈਵਨ ਹੁਣ ਵੀ ਉਦਾਂ ਹੀ ਆ। ਮਤਲਬ ਖਬਰਾਂ ਤਾਂ ਉਦਾਂ ਹੀ ਦਿੱਤੀਆਂ ਜਾਂਦੀਆਂ ਜੀ। ਆਪਾਂ ਸਿਰਫ ਇਹ ਗੱਲ ਕਰਦੇ ਹਾਂ ਵੀ ਸਾਨੂੰ ਕਈ ਵਾਰ ਕਹਿ ਦਿੰਦੇ ਵੀ ਯਾਰ ਤੁਹਾਡੇ ਵਾਲੀਆਂ ਖਬਰਾਂ ਸੁਣੀ ਦੀਆਂ, ਤੇ ਅਸੀਂ ਇਹ ਬੜੀ ਵਾਰ ਬੇਨਤੀ ਕੀਤੀ ਵੀ ਯਾਰ ਖਬਰਾਂ ਤਾਂ ਅਸੀਂ ਸੁਣਾਉਂਦੇ ਨਹੀਂ, ਕਿਉਂਕਿ ਖਬਰਾਂ ਸੁਣਾਉਣ ਦਾ ਤਾਂ ਇੱਕ ਮਤਲਬ ਤਰੀਕਾ ਨਾ, ਇੱਕ ਪੈਟਰਨ ਆ। ਆਪਾਂ ਤਾਂ ਮੈਂ ਮਤਲਬ ਪੰਜਾਬੀ 'ਚ ਕਹੀਏ ਤੇ ਗੱਲਾਂ, ਤੇ ਜੇ ਹੋਰ ਮੈਂ ਠੇਠ ਭਾਸ਼ਾ ਚਲੇ ਜਾਵਾਂ ਤਾਂ ਹੈ ਤੇ ਠੇਚਾ ਹੀ ਆ ਬੇਸਿਕਲੀ। ਨਹੀਂ, ਹੈ ਠੇਚਾ ਹੀ ਆ, ਕਿਉਂਕਿ ਜੇ ਉੱਦਾਂ ਖਬਰ ਦਿੰਦੇ ਫਿਰ ਇਹ ਵੀ ਦੇਣਾ ਪੈਣਾ ਸੀ। ਅੱਜ ਇਸ ਵਿਭਾਗ ਦੇ ਮੰਤਰੀ ਇਸ ਪਿੰਡ ਗਏ, ਉਹਨਾਂ ਨੇ 1 ਲੱਖ ਰੁਪਇਆ ਸ਼ਮਸ਼ਾਨ ਘਾਟ ਲਈ, 2 ਲੱਖ ਰੁਪਇਆ ਸਕੂਲ ਦੇ ਕਮਰਿਆਂ ਲਈ ਤੇ 3 ਲੱਖ ਰੁਪਇਆ ਗਲੀਆਂ ਤੇ ਨਾਲੀਆਂ ਦੇ ਲਈ ਮਨਜ਼ੂਰ ਕੀਤਾ। ਪਿੰਡ ਵਾਸੀਆਂ ਨੂੰ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਾਜ਼ਰ ਸਨ ਸਰਪੰਚ ਮਹਿੰਗਾ ਸਿੰਘ, ਨੰਬਰਦਾਰ ਫਲਾਨਾ ਸਿੰਘ, ਉਸ ਤੋਂ ਬਾਅਦ ਪਤਵੰਤੀ ਸੱਜਣ, ਸ਼ਿਸ਼ਟਾਚਾਰ ਦੇ ਨਾਤੇ। ਚਲੋ, ਪਤਵੰਤੇ ਸੱਜਣ ਬਾਕੀ ਜਗ੍ਹਾ ਹਾਜ਼ਰ ਨਹੀਂ ਸਨ ਜਾਂ ਸਨ, ਇਹਦੇ 'ਚ ਆਪਾਂ ਨਾ ਪਾਈਏ, ਪਰ 2 ਕੱਲੇ ਵਾਲੇ ਸੋਫੇ ਤੇ 2 3 ਵਾਲੇ ਸੋਫੇ ਲਾ ਕੇ ਪੂਰੀ ਪੰਜਾਬ ਸਰਕਾਰ ਬੈਠੀ। ਸਰਕਾਰ ਦੇ ਮੁੱਖ ਮੰਤਰੀ ਸਾਹਿਬ ਬੈਠੇ, ਨਾਲ ਪ੍ਰਧਾਨ ਜੀ ਬੈਠੇ, ਤੇ ਫਿਰ ਉਸ ਤੋਂ ਬਾਅਦ ਐਲਾਨਾਂ ਦੀ ਝੜੀ ਲੱਗੀ। ਮੈਨੂੰ ਤਾਂ ਇਦਾਂ ਲੱਗਦਾ ਸੀ ਕਿ ਕਈ ਵਾਰੀ ਹੁੰਦਾ ਨਾ ਕਿ ਜਾਈਦੇ ਆ 2 ਬੰਦੇ ਇੱਕ ਖਾਸ ਥਾਂ ਤੇ, ਫਿਰ ਅੱਜ ਕਹਿੰਦਾ 3 ਕੱਪ ਚਾਹ ਦੇ ਨਾਲ ਹੀ ਰੱਖ, ਫਿਰ ਕਹਿੰਦਾ ਪੀ ਬਈ। ਮੈਨੂੰ ਤਾਂ ਇਹ ਲੱਗਦਾ ਸੀ ਹਾਈ ਕਮਾਂਡ ਵੀ ਪਿੱਛੇ ਖੜੀ ਆ, ਪਰ ਦੀਦੀ ਨਹੀਂ। ਕਿਉਂਕਿ ਬਿਨਾਂ ਹਾਈ ਕਮਾਂਡ ਤੋਂ ਤਾਂ ਇਹ ਇਕੱਠੇ ਬੰਦੇ ਬਹਿਣੋਂ ਰਹੇ। ਹਾਈ ਕਮਾਂਡ ਦਾ ਡੰਡਾ ਸੀ, ਜਿੱਦਾਂ ਉਹ ਲੈ ਕਹਿੰਦੇ ਸੁਣਾ ਪਹਾੜੇ 2 ਦੂਣੀ 4, ਉਹ ਕਹਿੰਦੇ 4 ਜੀ, 2 ਦੀਏ 6 ਜੀ, 2 ਚੌਕੇ 8 ਜੀ। ਐਨ ਹਾਈ ਕਮਾਂਡ ਦੀਦੀ ਨਹੀਂ ਸੀ, ਖੜੀ ਉਹਨਾਂ ਦੇ ਪਿੱਛੇ ਸੀ। ਹਾਂ, ਨਹੀਂ ਚਲੋ ਕਿਸ ਤਰ੍ਹਾਂ ਲਾ ਲਈਏ, ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਚਲੋ ਹਾਈ ਕਮਾਂਡ ਲਾ ਲਓ, ਜਾਂ ਇੱਥੋਂ ਵਾਲੇ ਜਿਹੜੇ ਚੌਧਰੀ ਸਾਹਿਬ ਦੀ ਕੋਈ ਗੱਲ ਲਾ ਲਓ, ਜਾਂ ਵੈਸੇ ਹੀ ਦੋਵਾਂ ਸਰਦਾਰਾਂ ਦੇ ਕਿਤੇ ਮਨ ਮੇਰ ਪੈ ਗਈ ਹੋਏ ਵੀ ਯਾਰ ਕੋਈ ਨਹੀਂ, ਚਲੋ ਕਰਦੇ ਬਹਿ ਕੇ ਕੁਛ ਨਾ ਕੁਛ ਹੱਲ। ਫਿਰ ਕਿਸੇ ਤਰ੍ਹਾਂ ਗੱਲ ਕਰ ਲਈ ਤੇ ਅਖੀਰ ਜਿਹੜਾ ਧਾਗਾ ਹੁਣ ਤੱਕ ਸੂਈ 'ਚ ਪੈਂਦਾ ਨਹੀਂ ਸੀ, ਅਗਲਿਆਂ ਪਾ ਲਿਆ। ਕੱਲ੍ਹ ਨੂੰ ਨਿਕਲ ਜੇ ਮੈਂ ਕਹਿ ਨਹੀਂ ਸਕਦਾ। ਇਹ ਗੱਲ ਤੁਹਾਡੀ ਠੀਕ ਹੈ। ਹੋ ਸਕਦਾ ਰਾਹੁਲ ਗਾਂਧੀ ਦਾ ਫੋਨ ਆਇਆ ਹੋਵੇ, ਹੋ ਸਕਦਾ ਰਾਤੋਂ ਰਾਤ ਆ ਕੇ ਮੁੜ ਗਿਆ। ਹੁਣ ਉਹ ਪੁੱਛਣ ਪਹਿਲਾਂ ਚੰਨੀ ਸਾਹਿਬ ਨੂੰ ਕਿਹਦੇ ਸਿਪਾਹੀ ਹੋ, ਉਹ ਕਹਿੰਦੇ ਤੁਹਾਡੇ। ਸਿੱਧੂ ਸਾਹਿਬ ਨੂੰ ਪੁੱਛਣ ਕਿਹਦੇ ਸਿਪਾਹੀ ਹੋ, ਕਹਿੰਦੇ ਤੁਹਾਡੇ। ਚੌਧਰੀ ਸਾਹਿਬ ਨੂੰ ਵੀ ਹਰੀਸ਼ ਹੋਰਾਂ ਨੂੰ ਪੁੱਛਣ ਕਿਹਦੇ ਸਿਪਾਹੀ ਹੋ, ਤੁਹਾਡੇ। ਫਿਰ ਲੜੀ ਕਾਹਤੋਂ ਜਾਂਦੇ ਹੋ? ਜਿੰਨੀ ਕੁ ਮੈਂ ਗੱਲ ਕਹੀ ਨਾ ਉਨੀ ਮੰਨ ਲਓ 3 ਮਹੀਨੇ ਇੱਕ ਦੂਜੇ ਦੇ ਨਾਲ ਬਹਿ ਕੇ ਡੰਗ ਟਪਾ ਲਓ। ਤੇ ਜੇ ਤੁਸੀਂ ਇੱਦਾਂ ਹੀ ਲੜਦੇ ਰਹੇ, ਆਪਾਂ ਮੱਧ ਪ੍ਰਦੇਸ਼ 'ਚ ਲੜੇ ਸੀ, ਦੇਖ ਲਓ ਕੀ ਹੋਇਆ। ਆਪਾਂ ਯੂਪੀ 'ਚ ਲੜੇ ਸੀ, ਦੇਖ ਲਓ ਕੀ ਹੋਇਆ। ਆਪਾਂ ਬੰਗਾਲ 'ਚ ਲੜੇ ਸੀ, ਦੇਖ ਲਓ ਕੀ ਹੋਇਆ। ਜੇ ਨਹੀਂ ਯਕੀਨ ਆਉਂਦਾ ਤੁਸੀਂ ਬਿਹਾਰ 'ਚ ਦੇਖ ਲਓ ਕੀ ਹੋਇਆ। ਤੇ ਜੇ ਤਾਜ਼ਾ ਤੱਤਾ ਜਿਮਨੀ ਚੋਣ ਇਲਾਹਾਬਾਦ ਵਾਲੀ ਹਰਿਆਣੇ 'ਚ ਲੜੀ ਸੀ, ਦੇਖ ਲਓ ਕੀ ਹੋਇਆ। ਇਹਦੇ ਤੋਂ ਇਲਾਵਾ ਜੇ ਫਿਰ ਵੀ ਨਹੀਂ ਯਕੀਨ ਆਉਂਦਾ, ਤੁਸੀਂ ਪੰਜਾਬ ਵਾਲੇ ਹੋ, ਤੁਹਾਡਾ ਦਿੱਲੀ ਆਉਣਾ ਜਾਣਾ ਲੱਗਾ ਰਹਿੰਦਾ, ਦਿੱਲੀ 'ਚ ਦੇਖ ਲਓ ਕੀ ਹੋਇਆ। ਤੇ ਜੰਨੀ ਸਾਹਿਬ ਸ਼ੀਲਾ ਦੀਕਸ਼ਿਤ ਨੇ ਕੀ ਹੋਇਆ। ਹੋ ਸਕਦਾ ਜੇ ਪ੍ਰਧਾਨ ਸਾਹਿਬ ਵਾਲੀ ਗੱਲ ਮਾਕਨ ਸਾਹਿਬ ਨਾਲ ਸਿੱਧੂ ਸਾਹਿਬ ਤੁਸੀਂ ਦੇਖ ਲਓ ਕੀ ਹੋਇਆ। ਹੋ ਸਕਦਾ ਜਿੰਨੀਆਂ ਕੁ ਮਿਹਨਤਾਂ ਰਾਹੁਲ ਗਾਂਧੀ ਦੇ ਕੋਨੇ 'ਚ, ਖਾਨੇ 'ਚ, ਗੋਡਾਊਨ ਦੇ ਵਿੱਚ ਹੁਣ ਉਹ ਸਾਰੀਆਂ ਕਰਕੇ ਹੁਣ ਕਿ ਰੱਬ ਦਾ ਹੀ ਵਾਸਤਾ ਇਕੱਠੇ ਬਹਿ ਜਾਓ ਕਰੀ। ਨਹੀਂ, ਰਾਹੁਲ ਗਾਂਧੀ ਸਾਹਿਬ ਨੇ ਮਿਹਨਤਾਂ ਕੀਤੀਆਂ ਹੋਣਗੀਆਂ ਸਰਦਾਰਾਂ ਨੂੰ। ਏਦਾਂ ਕਿੱਦਾਂ ਯਾਰ, ਅਗਲੇ ਹਾਈ ਕਮਾਂਡ ਨੇ। ਉਹ ਹਾਈ ਕਮਾਂਡ ਹੁਣ ਨਾ ਹੁਣੇ ਸਾਰੇ ਸਿਪਾਹੀ ਜ਼ਰੂਰ ਆ। ਕਹਿੰਦੇ ਕਮਾਂਡ ਸਾਡੀ ਹਾਈ ਏ, ਅਸੀਂ ਉਹਨਾਂ ਦੇ ਸਿਪਾਹੀ ਆ, ਫਿਰ ਕੁਛ ਨਾ ਕੁਛ ਕਰਨਾ। ਚਲੋ ਖੈਰ ਕੀਤਾ, ਤੇ ਮੈਂ ਨਾ ਚਲੋ ਆਪਾਂ ਇੱਕ ਇੱਕ ਕਰਕੇ ਗੱਲ ਵਿਚਾਰ ਲੈਂਦੇ ਹਾਂ। ਦੇਖੋ, ਮੇਰਾ ਖਿਆਲ ਜਦੋਂ ਇਹ ਬੱਤੀ ਬੁੱਤੀ ਦਾ ਰੌਲਾ ਪੈਂਦਾ ਸੀ, ਉਦੋਂ ਮੈਂ 1-2 ਵਾਰ ਜ਼ਿਕਰ ਕੀਤਾ ਸੀ ਇਸ ਦੇ ਪ੍ਰੋਗਰਾਮ 'ਚ ਵੀ ਯਾਰ ਬੱਤੀ ਤਾਂ ਤੁਸੀਂ ਫਿਰ ਵੀ ਕਿਸੇ ਤੋਂ ਲੈਣੀ ਆ, ਕਿਸੇ ਨੇ ਬਣਾਉਣੀ ਆ। ਕਿਸੇ ਨੇ ਆਖਣਾ ਮੈਂ ਥਰਮਲ ਪਲਾਂਟ ਲਾਇਆ, ਕਿਸੇ ਨੇ ਕਹਿਣਾ ਮੈਂ ਜੀ ਇੱਥੇ ਐਗਰੀਮੈਂਟ ਕੀਤਾ, ਇਹਦੋਂ ਘੱਟ ਮੈਨੂੰ ਪੁੱਗਦੀ ਨਹੀਂ। ਯਾਰ ਰੇਤ ਬਜਰੀ ਤਾਂ ਤੁਹਾਡੇ ਇੱਥੇ ਹੀ ਤੁਰੀ ਫਿਰਦੀ ਹੈ, ਵੀ ਇਹਦੇ 'ਤੇ ਕਿਉਂ ਐਡਾ ਹਿਸਾਬਤਾ ਵਾ ਵੀ ਇੰਨੀ ਕਿਉਂ ਮਹਿੰਗੀ ਆ। ਅਖੀਰ ਹੁਣ ਚੰਨੀ ਸਾਹਿਬ ਨੇ ਜਿੱਦਾਂ ਕਿਹਾ ਵੀ ਵੀਰ ਜੀ ਦਰਿਆ ਤੋਂ 5.5 ਰੁਪਏ, 5.5 ਤੋਂ 98 ਕਿਸੇ ਨੇ ਵੱਧ ਲੈ ਲਈ ਤੇ ਮੇਰਾ ਸਿਰ ਲਾ ਦਿਓ, ਜ਼ਿੰਮੇਵਾਰੀ ਮੇਰੀ ਹੈ, ਭਾਵੇਂ ਇਕੱਲੇ ਮੈਂ ਪਿੰਡ 'ਚ ਕਹਿਣਾ। ਇਸ ਤੋਂ ਬਾਅਦ ਜਿਹੜਾ ਟਰਾਂਸਪੋਰਟੇਸ਼ਨ ਦਾ ਖਰਚਾ ਉਹ ਵੱਧ ਘੱਟ ਹੋ ਸਕਦਾ, ਰੇਤ 5.5 ਤੋਂ ਵੱਧ ਨਹੀਂ ਹੋਈ। ਦੇਖੋ ਸੰਧਾਲੀਆ ਸਾਹਿਬ, ਪੰਜਾਬ ਦੇ ਲੋਕ ਪਿਛਲੇ 10 ਸਾਲਾਂ ਤੋਂ ਤਰਾਹੀ ਕਰਦੇ ਸੀ ਕਿ ਭਾਈ ਰੇਤ ਗਈ ਕਿੱਥੇ,
ਇੰਨੀ ਮਹਿੰਗੀ ਕਿਉਂ ਹੋਈ ਜਾਂਦੀ ਹੈ, ਅਚਾਨਕ ਕੀ ਰੇਤ ਦੀ ਡਿਮਾਂਡ ਵੱਧ ਗਈ ਜਾਂ ਰੇਤ ਘਟ ਗਈ, ਪਤਾ ਤਾਂ ਲੱਗੇ ਨਾ ਕਿ ਕਾਸਟ ਵਧੀ ਜਾਂਦੀ ਹੈ, ਕੀਮਤ ਹੀ ਇੰਨੀ ਜ਼ਿਆਦਾ ਹੋਊਗੀ। ਹੁਣ ਉਹਦੇ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਚਰਚਾ ਕਿੰਨਾ ਵੱਡਾ ਕਿ ਇੱਕ ਪਾਸੇ ਮੁੱਖ ਮੰਤਰੀ ਦੀ ਕੁਰਸੀ ਚੰਨੀ ਸਾਹਿਬ ਸਾਂਭਦੇ ਆ ਤੇ ਪਹਿਲਾ ਐਲਾਨ ਉਹਨਾਂ ਦਾ ਇਹ ਸੀ ਕਿ ਰੇਤ ਮਾਫੀਆ ਹੁਣ ਖਤਮ ਸਮਝੋ। ਉਹਨਾਂ ਦੀ ਪਾਰਟੀ ਦੇ ਸੂਬਾ ਪ੍ਰਧਾਨ ਕਹਿੰਦੇ ਸੀ ਇਹਨਾਂ ਦੇ ਰੇਟ ਫਿਕਸ ਨਹੀਂ ਹੁੰਦੇ, ਰੇਤ ਮਾਫੀਆ ਜਾਣਾ ਕਿਤੇ ਨਹੀਂ। ਤੇ ਜਦੋਂ ਚੰਨੀ ਸਾਹਿਬ ਨੇ ਕਿਹਾ ਸੀ ਕਿ ਆਪਣੇ ਖੇਤ ਚੋਂ ਰੇਤਾ ਪੱਟ ਲਓ, ਤੇ ਉਦੋਂ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੀ ਕਿ ਖੇਤ ਦੇ ਵਿੱਚੋਂ ਰੇਤਾ ਕਿਤਾ ਪੱਟ ਲਓ ਵੀ, ਉਹ ਤਾਂ ਟਿੱਪਰਾਂ ਵਾਲੇ ਪੱਟਣਗੇ, ਆਮ ਬੰਦਾ ਕਿੱਥੋਂ ਪੱਟ ਲੂਗਾ। ਉਹ ਤਾਂ ਫਿਰ ਉਹਨਾਂ ਨੂੰ ਫਾਇਦਾ ਹੋ ਗਿਆ, ਰੇਟ ਫਿਕਸ ਕਰ ਲਓ। ਚਰਚਾ ਇਹ ਚੱਲਦੀ ਸੀ ਜਦੋਂ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ ਵਿੱਚ ਕਿਹਾ ਸੀ ਜਾਂ ਸਮਝੌਤਾਵਾਦੀ ਅਫਸਰ ਰਹਿਣਗੇ ਜਾਂ ਮੈਂ ਰਹੂੰਗਾ, ਜਾਂ ਰੇਤਾ ਸਸਤੀ ਰੇਟ ਫਿਕਸ ਹੋਊਗਾ ਜਾਂ ਮੈਂ ਰਹੂੰਗਾ। ਐਦਾਂ ਗੱਲ ਨਹੀਂ ਚੱਲਦੀ। ਹੁਣ ਜਿੰਨੇ ਜ਼ੋਰ ਦੇ ਕੇ ਉਹਨਾਂ ਨੇ ਕਿਹਾ ਸੀ ਕਿ ਭਾਈ ਜਾਂ ਮੈਂ ਰਹੂੰਗਾ, ਤੇ ਨਾਲੇ ਕਹਿਤਾ ਸੀ ਕਿ ਭਾਈ ਚੰਨੀ ਨੂੰ ਹਾਈ ਕਮਾਂਡ ਨੇ ਬਣਾਇਆ, ਜਾਂ ਇਹ ਕਹਿਤਾ ਸੀ ਜੋ ਮਰਜ਼ੀ ਹੋ ਜਾਏ, ਇੰਨੇ ਅਸਤੀਫੇ ਪਹਿਲਾਂ ਦਿੱਤੇ, ਇੱਕ ਦੋ ਖੋਰ ਸਹੀ ਸਹਿ ਲਾਂਗੇ, ਕੋਈ ਗੱਲ ਨਹੀਂ, ਦਰਦਾਂ ਦੇ ਦਰਿਆਈ ਆ ਅਸੀਂ। ਹੁਣ ਜਦੋਂ ਉਹ ਸਾਰੀਆਂ ਗੱਲਾਂ ਕਹਿ ਗਿਆ ਸੀ ਤਾਂ ਹਾਈ ਕਮਾਂਡ ਦੇ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਸੀ। ਇਦਾਂ ਕਦੇ ਨਹੀਂ ਹੋਇਆ ਕਿ ਨਵਜੋਤ ਸਿੰਘ ਸਿੱਧੂ ਨੇ 2 ਦਿਨਾਂ 'ਚ 2 ਪ੍ਰੈਸ ਕਾਨਫਰੰਸਾਂ ਕੀਤੀਆਂ ਹੋਣ। ਇਦਾਂ ਕਦੇ ਨਹੀਂ ਹੋਇਆ ਕਿ ਲੜਾਈ ਝਗੜੇ ਦੇ ਬਾਵਜੂਦ ਵੀ ਮੁੱਖ ਮੰਤਰੀ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀਆਂ 2 ਦਿਨਾਂ ਦੇ ਵਿੱਚ 2 ਮੀਟਿੰਗਾਂ ਹੋਣ। ਤੇ ਕੈਬਨਿਟ ਮੀਟਿੰਗ ਤੋਂ ਵੀ ਠੀਕ ਪਹਿਲਾਂ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀ ਮੁਲਾਕਾਤ ਕਰਾਈ ਗਈ। ਮੈਂ ਇੱਥੇ ਫੇਰ ਕਲੀਅਰ ਕਰਦਾ, ਸਾਰੇ ਬੰਦੇ ਕਹਿੰਦੇ ਕਿ ਰੇਤਾ ਦਾ ਮੁੱਦਾ ਸਭ ਤੋਂ ਵੱਡਾ ਹੈਗਾ ਵੀ ਹੈ, ਪਰ ਰੇਤਾ ਦਾ ਮੁੱਦਾ ਕੱਲਾ ਇੱਥੇ ਤੱਕ ਵੱਡਾ ਨਹੀਂ ਸੰਧਾਲੀਆ ਸਾਹਿਬ ਕਿ ਰੇਤਾ ਸਸਤੀ ਹੋ ਜਾਵੇ, ਕਿ ਰੇਤਾ ਦਾ ਰੇਟ ਫਿਕਸ ਹੋ ਜਾਵੇ। ਰੇਤਾ ਦਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ 2 ਨੰਬਰ 'ਚ ਰੇਤਾ ਕੱਢੀ ਹੈ, ਚਾਹੇ ਉਹ ਅਕਾਲੀ ਹੈ, ਚਾਹੇ ਉਹ ਕਾਂਗਰਸੀ ਹੈ, ਚਾਹੇ ਉਹ ਭਾਜਪਾ ਦਾ ਬੰਦਾ ਹੈ, ਚਾਹੇ ਉਹ ਆਪ ਦਾ ਬੰਦਾ ਹੈ, ਜੇ ਪੰਜਾਬ ਦੇ ਵਿੱਚੋਂ ਨਾਜਾਇਜ਼ ਮਾਈਨਿੰਗ ਹੋਈ ਹੈ, ਜੇ ਰੁਪਈਏ ਧੇਲੇ ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਕੈਲਕੂਲੇਸ਼ਨ ਕਰਕੇ ਸੁਣਾਏ ਆ, ਮੈਂ ਨਹੀਂ ਕਹਿੰਦਾ ਉਹ ਸਹੀ ਨੇ, ਪਰ ਜੇ ਉਹ ਅੱਧੇ ਵੀ ਸਹੀ ਨੇ ਤਾਂ ਜਿਨ੍ਹਾਂ ਲੋਕਾਂ ਦੇ ਢਿੱਡ ਦੇ ਵਿੱਚ ਰੁਪਈਏ ਗਏ ਆ ਉਹ ਢਿੱਡ ਦੇ ਵਿੱਚ ਹੱਥ ਪਾ ਕੇ ਕੱਢ ਕੇ ਲਿਆਉਣੇ ਚਾਹੀਦੇ ਆ। ਕਿਉਂਕਿ ਜੇ ਅੱਗੋਂ ਸਸਤੀ ਕਰ ਦਿੱਤੀ, ਰੇਟ ਫਿਕਸ ਕਰ ਦਿੱਤੀ, ਇੱਥੇ ਤੱਕ ਰਹਿ ਗਏ, ਫਿਰ ਅਫਸਰਾਂ ਨੂੰ ਵੀ ਲੱਗੂਗਾ ਕਿ ਭਾਈ ਜੋ ਕਰ ਹੁੰਦਾ ਕਰ ਲਓ, ਮੁੜ ਕੇ ਗਾਂ ਦੀ ਸੋਚਦੇ ਆ, ਪਿਛਾਂ ਦੀ ਇਨਕੁਆਇਰੀ ਕਦੇ ਨਹੀਂ ਹੁੰਦੀ। ਕਿਉਂਕਿ ਜੀ ਦੇਖੋ ਮੈਂ ਬੇਨਤੀ ਕਰਾਂ, ਹਾਰਟ ਅਟੈਕ ਕਦੀ ਸੁਣਿਆ ਕਈਆਂ ਨੂੰ ਹੋ ਜਾਣਾ ਤੁਹਾਡੀਆਂ ਗੱਲਾਂ ਸੁਣ ਕੇ। ਦੇਖੋ ਅਗਲਿਆਂ ਨੂੰ ਤੇ ਅੱਗੇ ਅੱਧਾ ਪਚੱਦਾ ਤੇ ਹੋਣ ਵਾਲਾ ਹੈ। ਮੰਨ ਲਓ ਵੀ ਮਿਲ ਗਏ ਬੰਦਾ ਹੋਵੇ ਤੇ ਉਹਨੂੰ ਪਤਾ ਹੋਵੇ ਵੀ ਵੀਰ ਹੋਰ ਤੇ ਚਲੋ ਕੋਈ ਗੱਲ ਨਹੀਂ, 5-4 ਟਿੱਪ ਟੁੱਪਰ ਪਾਏ, ਇਧਰੋਂ ਦਾ ਹੱਥ ਰਲਿਆ, ਬੰਦ ਹੋ ਜਾਣੀ ਹੋਵੇ ਇਹਨਾਂ ਦੇ ਵੀ ਉਧਰੋਂ ਆਉਂਦੇ ਸੀ ਯਾਰ ਇਹਨੇ ਬੰਦ ਕਰਦਾ, ਯਾਰ ਇਹ ਬੜਾ ਬੰਦਾ ਮਾੜਾ। ਚਲੋ ਮੈਂ ਤੇ ਕਲੀਅਰ ਕੱਟ ਹੀ ਗੱਲ ਕਹੀ, ਉਹਨਾਂ ਨੇ ਵਿੱਚ ਇਹਦੇ ਕਈ ਟੂੰ ਲਾ ਕੇ ਗੱਲਾਂ ਕਰਨ ਦੇ ਹੋਣੇ। ਉਹ ਲਾਗਲਾ ਬੰਦਾ ਹੌਸਲਾ ਦੇ ਜਾ, ਉਹ ਚੱਕ ਕੋਈ ਨਹੀਂ ਫਲਾਨਾ ਸਾਹਿਬ ਫੇਕ ਹੀ ਫਰਕ ਪੈਂਦਾ, ਤੂੰ ਖਿੱਚ ਮਹੀਨੇ ਦੇ 2-3 ਸਰਕਾਰ ਬਦਲ ਜਾਣੀ, ਉਦੋਂ ਆਫੇ ਆਪਾਂ ਨਜ਼ਾਰੇ ਲੈਣੇ, ਨਾਲੇ ਬਥੇਰੀ ਕਮਾਈ ਕਰ ਲਈ ਹੈ ਨਾ। ਹੁਣ ਜਦੋਂ ਤੁਸੀਂ ਅਗਲਾ ਦੇ ਵਿਚਾਰਾ ਹੌਸਲੇ ਜੇ ਨਾਲ ਇੰਨਾ ਕਿ ਛੱਡਣ ਡਿਆ ਵੀ ਚੱਲ ਯਾਰ 2-3 ਮਹੀਨੇ ਆਮਦਨ ਰੁਕਣੀ ਹੈ, ਤੁਸੀਂ ਉੱਤੋਂ ਕਹਿੰਦੇ ਵੀ ਜਿਹੜੀ ਪਹਿਲਾਂ ਛਕੇ ਛਕਾਏ ਉਹ ਵੀ ਕੱਢਣੇ, ਇਹ ਹਾਲਟ ਫੇਲ ਹੀ ਹੋਣਾ ਵੀਰ ਜੀ। ਨਹੀਂ ਦੇਖੋ, ਆਪਾਂ ਹਲਟ ਫੇਲ ਕਿਸੇ ਦਾ ਨਹੀਂ ਕਰਾਉਣਾ, ਆਪਾਂ ਸਿਰਫ ਰੁਪਈਏ ਬੈਕ ਲੈਣੇ ਆ। ਉਹਦਾ ਇੱਕ ਕਾਰਨ ਆ ਸੰਧਾਲੀਆ ਸਾਹਿਬ, ਉਹਦਾ ਕਾਰਨ ਪਤਾ ਕੀ, ਆਪਾਂ ਨਿਆਣਿਆਂ ਨੂੰ ਵਜੀਫੇ ਦੇਣੇ ਆ, ਆਪਾਂ 5-5 ਹਜ਼ਾਰ ਤੇ ਕੰਮ ਕਰਦੇ ਜਿਹੜੇ ਅਧਿਆਪਕ ਆ ਉਹਨਾਂ ਨੂੰ ਪੂਰੀ ਤਨਖਾਹ ਦੇਣੀ ਹੈ, ਆਪਾਂ ਹਸਪਤਾਲ ਦੇ ਵਿੱਚ ਡਾਕਟਰ ਲਿਆਉਣੇ ਆ, ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਉੱਲੂ ਬੋਲਦੇ ਆ, ਲੈਬੋਰਟਰੀ 'ਚ ਸਮਾਨ ਹੈ ਨਹੀਂ, ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਹੈ ਨਹੀਂ, ਆਪਾਂ ਭਾਈ ਉੱਥੇ ਕਿਤਾਬਾਂ ਤੇ ਸਮਾਨ ਲਿਆਉਣਾ ਹੈ। ਉਹ ਤਾਂ ਹੀ ਆਉਣਾ ਹੈ ਜੇ ਪਿਛਲਾ ਹੂੰਝ ਕੇ ਲਿਆਵਾਂਗੇ, ਤਾਂ ਜੇ ਅੱਗੋਂ ਹੀ ਕਹਿ ਦਿੱਤਾ ਕਿ ਇੰਨਾ ਕੁ ਕੰਮ ਕਰਨਾ ਠੀਕ ਹੈ, ਭ੍ਰਿਸ਼ਟਾਚਾਰ ਥੋੜਾ ਜਿਹਾ ਘਟ ਜੂਗਾ ਅਗਲੇ ਪਾਸੇ ਨੂੰ। ਪਰ ਉਹੀ ਗੱਲ ਕਿ ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਕਬਾੜਾ ਕੀਤਾ ਤਾਂ ਫਿਰ ਉਹ ਮੁੱਛਾਂ ਨੂੰ ਵੱਟ ਦੇਣਗੇ, ਕੋਈ ਗੱਲ ਨਹੀਂ, ਇਹ 2-4 ਮਹੀਨੇ ਦੀ ਖੇਡ ਹੁੰਦੀ, ਇਲੈਕਸ਼ਨ ਆ, ਮੁੜ ਕੇ ਆਪਾਂ ਖੇਤ ਉਦਾਂ ਹੀ ਵਾਹੁਣਾ ਜਿੱਦਾਂ ਸਾਡਾ ਜੀ ਕਰਦਾ, ਵਲ ਕੇ ਨਹੀਂ ਵਾਹੁਣਾ। ਨਹੀਂ ਗੱਲ ਤਾਂ ਸਹੀ ਹੈ। ਦੇਖੋ ਇਹ ਵੈਸੇ ਧਿਆਨ ਤੇ ਚੀਜ਼ ਇਹ ਮੰਗਦੀ, ਕਿਉਂਕਿ ਮੇਰੇ ਖਿਆਲ ਨਾਲ ਸਿੱਧੂ ਸਾਹਿਬ ਨੂੰ ਜੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੀ ਆਪਾਂ ਗੱਲ ਕਰੀਏ ਤੇ 5ਵੀਂ-6ਵੀਂ ਇਹਨਾਂ ਦੇ ਬੜਾ ਠੋਕ ਕੇ ਸਮਝਾਤਾ ਨਾ ਜੀ ਵੀ 10 ਸਾਲ ਪਿਛਲੇ ਲਾ ਲਓ ਜਾਂ ਹੋਣ ਵਾਲੇ ਲਾ ਲਓ, ਵੀ ਤੁਸੀਂ ਜਿਹਦਾ ਸਰਕਾਰੀ ਖਜ਼ਾਨੇ 'ਚ ਪਾਉਂਦੇ ਸੀ ਪੂਰੇ ਸਾਲ ਦਾ 40 ਕਰੋੜ, ਜੇ ਮੈਂ ਗਲਤ ਹਾਂ ਜੀ, ਉਦੋਂ ਬਾਅਦ ਉਹ ਕਹਿੰਦੇ ਵੀ ਇਹਨਾਂ ਨੇ ਵੱਟ ਕੇ ਦਿੱਤਾ 10 ਸਾਲਾਂ 'ਚ 400 ਕਰੋੜ। ਪਰ ਜਿਹੜਾ ਤੇਲੰਗਾਨਾ ਉਹ ਹਫ਼ਤੇ ਦਾ 47 ਕਰੋੜ ਕਮਾਉਂਦਾ। ਮੈਂ ਬੜਾ ਸੋਚਦਾ ਸੀਗਾ ਵੀ ਯਾਰ ਇੱਕ ਨਿੱਕਾ ਜਿਹਾ ਸਟੇਟ ਉੱਥੇ 47 ਕਰੋੜ ਇਕੱਲਾ ਰੇਤੀ ਤੋਂ ਹੀ ਕਮਾਈ ਜਾਂਦੇ ਸੀ, ਉਹ ਵੀ ਸਿੱਧਾ ਖਜ਼ਾਨੇ ਤੁਰੇ ਜਾਂਦਾ ਸੀ। ਇੱਥੇ 1 ਸਾਲ ਦਾ 40 ਕਰੋੜ ਸੀ। ਇਹਦਾ ਮਤਲਬ ਫਿਰ ਜਿਹੜਾ ਇੱਕ ਤਾਂ ਹੁੰਦਾ ਨਾ ਵੀ ਯਾਰ ਬੋਰੀ ਸੀ, ਬੋਰੀ 'ਚੋਂ ਕਿਰਦਾ ਸੀ, ਇਹ ਮੈਨੂੰ ਤਾਂ ਇਹ ਲੱਗਦਾ ਵੀ ਬੋਰੀ ਸੀ, ਬੋਰੀ 'ਚੋਂ ਚੂੰਡੀ ਖਜ਼ਾਨੇ 'ਚ ਪਾਉਂਦੇ, ਬਾਕੀ ਕਹਿੰਦਾ ਲੈ ਚੱਕ ਕੇ ਆਪੇ ਬੋਰੀ ਲੈ ਜਾ, ਲੂਣ ਦੇਖ ਲਿਆ ਠੀਕ ਹੈ, ਹਾਂ ਬਾਕੀ ਠੀਕ। ਮਤਲਬ ਜੇ ਤੇ ਇਸ ਹਿਸਾਬ ਦਾ ਕੰਮ ਚੱਲਦਾ ਰਿਹਾ ਸੀ ਜਾਂ ਚੱਲ ਹੁਣ ਵੀ ਰਿਹਾ ਸੀ, ਜਿਹੜਾ ਕਿ ਆਣ ਕੇ ਰੋਕਿਆ, ਜਦੋਂ ਚੰਨੀ ਸਾਹਿਬ ਕਹਿੰਦੇ ਵੀ 16 ਤੋਂ 22 ਰੁਪਏ ਰੇਟ ਸੀ ਭਾਈ,
ਮੈਂ 9 ਕੀਤਾ, ਉੱਤੇ ਵੀ ਗੱਲ ਨਹੀਂ ਬਣੀ, ਹੁਣ ਮੈਂ 5.5 ਤੇ ਲੈ ਆਇਆ, ਹੈ ਨਾ। ਹੁਣ ਜੇ ਉਹ ਇੰਨਾ ਫਰਕ ਪਾ ਕੇ ਵੀ ਉਹ ਕਹਿੰਦੇ ਵੀ ਠੇਕੇਦਾਰ ਨੂੰ ਵੀ ਮਿਲਣਗੇ, ਜਿਹਦੀ ਜ਼ਮੀਨ ਹੈ ਉਹਦੀ ਜੇਬ 'ਚ ਵੀ ਜਾਣਗੇ, ਜਿਹੜਾ ਟਿੱਪਰ ਵਾਲਾ ਉਹਨੂੰ ਵੀ ਮਿਲਣਗੇ, JCB ਵਾਲੇ ਮਸ਼ੀਨ ਵਾਲੇ ਨੂੰ ਮਿਲਣਗੇ, ਜਿਹੜਾ ਉੱਥੇ ਮਿਸਤਰੀ ਆ ਉਹਨੂੰ ਵੀ ਸਸਤੀ ਮਿਲ ਜੂ, ਉਹਦੇ ਬਾਵਜੂਦ ਵੀ ਕਮਾਈ ਆ, ਇੰਨਾ ਘਟਾਉਣ ਦੇ ਬਾਵਜੂਦ ਵੀ। ਤੇ ਇਸ ਤੋਂ ਪਹਿਲਾਂ ਤੇ ਫਿਰ ਉਹ ਡਾਂਗਾਂ ਦੇ ਗਜਾਂ ਵਾਲੀ ਗੱਲ ਹੀ ਸੀਗੀ। ਨਹੀਂ ਸੰਧਾਲੀਆ ਸਾਹਿਬ, ਮੈਂ ਤਾਂ ਸੋਚਦਾ ਸੀ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਘਰੇ ਕਾਰ ਲੈਣ ਆਉਂਦੀ ਸੀ ਕਿਸੇ ਲੀਡਰ ਦੀ ਕਿ ਆ ਜਾ ਵੀ ਪ੍ਰਚਾਰ ਕਰਨ ਜਾਣਾ, ਗੱਡੀ ਹੁਣ ਤੈਨੂੰ 20 ਦਿਨ ਦਿੱਤੀ, ਘੁਮਾ ਜਿੰਨੀ ਘੁਮਾ ਹੁੰਦੀ ਹੈ, ਵੱਧ ਤੋਂ ਵੱਧ ਵੋਟਾਂ ਕਹਿਣੀਆਂ। ਅੱਜ ਉਹ ਰੈਲੀ ਚੱਲਦੇ ਆ, ਬੱਸ ਖਲੋਤੀ ਹੈ, ਉੱਥੇ ਟੈਂਟ ਵੱਡਾ ਲੱਗਾ ਤੇ ਆਉਣ ਲੱਗਿਆਂ ਨੂੰ ਇੱਕ ਹੋਰ ਹੀ ਰੰਗ ਦਾ ਪਦਾਰਥ ਸੇਵਨ ਕਰਨ ਨੂੰ ਮਿਲਦਾ ਹੈ। ਜਾਂ ਜਦੋਂ ਅਗਲੇ ਕਹਿੰਦੇ ਆ ਕਿ ਗੱਲ ਕਿਹੜੀ ਹੈ, ਤੁਸੀਂ ਦੱਸੋ ਸਹੀ ਸੌਦਾ ਕਿਹੜਾ ਚਾਹੀਦਾ। ਚਾਹੇ ਤੁਹਾਡੇ ਘਰ ਬੋਤਲ ਆਉਂਦੀ ਹੈ, ਚਾਹੇ ਤੁਹਾਡੇ ਘਰ ਕਾਰ ਆਉਂਦੀ ਹੈ, ਚਾਹੇ ਬੱਸ ਪਿੰਡੋਂ ਲੈਣ ਆਉਂਦੀ ਹੈ, ਚਾਹੇ ਉੱਥੇ ਟੈਂਟ ਲੱਗਾ, ਮਤ ਸਮਝੋ ਕਿ ਕੋਈ ਸਿਆਸੀ ਪਾਰਟੀ ਖਰਚ ਕਰ ਰਹੀ ਹੈ ਆਪਣੇ ਪੱਲਿਓਂ, ਕੋਈ ਲੀਡਰ ਖਰਚ ਕਰ ਰਿਹਾ ਆਪਣੀ ਜੇਬੋਂ। ਤੇ ਜਿਹੜਾ ਤੁਸੀਂ ਬਹੁਤ ਸ਼ਾਨਦਾਰ ਦੇ ਉਹਨੂੰ 50 ਗੱਡੀਆਂ ਜਾਂਦੀਆਂ ਸੀ, ਹੋ ਸਕਦਾ ਕਿ ਉਹਨਾਂ 50 ਦੇ ਵਿੱਚੋਂ 10 ਗੱਡੀਆਂ ਦੇ ਵਿੱਚ ਤੇਲ ਉਸੇ ਟਰਾਲੀ ਵਾਲੀ ਰੇਤਾ ਦੇ ਵਿੱਚੋਂ ਪਿਆ ਹੋਵੇ ਜਿਹੜੀ ਤੁਸੀਂ ਆਪਣੇ ਘਰੇ 5000 ਦੀ ਸਟਾਈ ਆ ਤੇ 1000 ਦੀ ਬਣਦੀ ਆ ਤੇ 4000 ਤੁਸੀਂ ਵਾਧੂ ਦਿੱਤਾ ਹੀ। ਦੇਖੋ ਜਿੱਦਾਂ ਤੁਸੀਂ ਸਮਝਾਇਆ ਨਾ, ਇਦਾਂ ਸਮਝ ਨਹੀਂ ਲੱਗਣੀ। ਆਹ ਇਹ ਥੋੜਾ ਜਿਹਾ ਇਦਾਂ ਹੀ ਸਮਝਿਆ ਜਾਵੇ ਵੀ ਬੰਦਾ ਕੁਰਸੀ ਤੇ ਬੈਠਾ ਹੋਵੇ, ਕੁਰਸੀ ਉਹੀ ਜਿਹੜੀ ਆਮ ਅੱਜ ਕੱਲ੍ਹ ਤੇ ਬਾਨੇ ਉਹ ਟੈਂਟ ਤੇ ਵੇਖ ਘੱਟ ਆਉਂਦੀ, ਜਿਹੜੀ ਪਹਿਲਾਂ ਸਟੀਲ ਦੀ ਹੁੰਦੀ ਸੀ, ਜੰਗਾਲ ਨੂੰ ਲੱਗਾ ਹੁੰਦਾ ਸੀ, 2 ਰੰਗ ਦੀ ਪੈਪ ਜੀ ਦੇ ਨਾਲ ਹੋਣੀ ਹੁੰਦੀ ਸੀ, ਇੱਕ ਲਾਲ ਰੰਗ ਤੇ ਇੱਕ ਚਿੱਟਾ। ਉਹ ਚਿੱਟਾ ਵੀ ਵੈਸੇ ਅੱਧਾ ਬਚੱਧਾ ਜਾਂ ਮਤਲਬ ਕਸਮੈਲਾ ਜਿਹਾ ਹੋਇਆ ਹੁੰਦਾ ਹੈ ਉੱਪਰਲੇ ਪਾਸੇ, ਆ ਨਾ, ਉਹ ਉੱਪਰੋਂ ਬੰਦਾ ਐ ਬੈਠਾ ਹੋਵੇ ਤੇ ਅੱਧਾ ਕੈਂ ਠਾਂ ਨੂੰ ਐ ਝੂਲਦਾ ਜਾ ਹੋਵੇ, ਉਹਦੀ ਜੁੱਤੀ ਉਹਦੇ ਪੈਰ ਚੋਂ ਲਾ ਲਵੇ ਬੰਦਾ, ਉਹਦੇ ਹੀ ਸਿਰ 'ਚ ਰੱਖਣ ਲੱਗ ਪਏ। ਫਿਰ ਉਹਨਾਂ ਵਿੱਚ ਵੀ ਹੋਇਆ ਕੀ, ਕਹਿੰਦਾ ਇਹ ਵੀਰ ਤੇਰੀ ਜੁੱਤੀ ਸੀ ਤੇ ਤੇਰਾ ਹੀ ਸਿਰ, ਸਾਰੇ ਟੈਂਟ ਵਾਲੇ ਤੁਸੀਂ ਮਗਰ ਪਾ ਲੈਣੇ। ਇਹਨੇ ਟੈਂਟ ਵਾਲੇ ਦਾ ਕੋਈ ਰੌਲਾ ਨਹੀਂ, ਟੈਂਟ ਵਾਲੇ ਦੀ ਤੇ ਕੁਰਸੀ ਵਰਤੀ ਹੈ ਤੇ ਬੰਦਾ ਆਪਣਾ ਵਰਤਿਆ। ਨਹੀਂ ਫੇਰ ਤੁਸੀਂ ਕਹਿਣਾ ਮੇਰਾ ਸ਼ਬਦ ਤੋੜ ਮਰੋੜ ਕੇ ਵਰਤੇ ਗਏ ਆ। ਮੈਂ ਤਾਂ ਕਹਿ ਰਿਹਾ ਉਹ ਕੁਰਸੀ ਤੇ ਬਿਠਾਇਆ, ਵਿਆਹ ਵਾਲੀ ਕੁਰਸੀ ਤੇ, ਮੈਂ ਤਾਂ ਕਹਿ ਰਿਹਾ ਵੀ ਉਹ ਉਦੋਂ ਬਾਅਦ ਉਹਨੂੰ ਕਹਿੰਦੇ ਵੀ ਇਹਦੇ ਵੱਜੀਆਂ ਕਿਉਂ, ਕਹਿੰਦੇ ਵੱਜੀਆਂ ਇਸ ਕਰਕੇ ਵੀ ਇਹਨੇ ਧਿਆਨ ਨਹੀਂ ਰੱਖਿਆ, ਇਹਨੂੰ ਆਖਿਆ ਵੀ ਭਾਈ ਸਾਹਿਬ ਤੂੰ ਥੋੜਾ ਖਾ, ਥੋੜਾ ਇਹਨੇ ਖਾਧਾ ਨਹੀਂ, ਪਹਿਲਾਂ ਇਹ ਖਾਈ ਗਿਆ, ਉਦੋਂ ਬਾਅਦ ਗਲਸ਼ੀ ਗਿਆ, ਹੁਣ ਇਹਨੇ ਸਾਡਾ ਸਾਰਾ ਕੁਝ ਲਪੇਟਤਾ ਹੀ ਤੇ ਚਾਣਨੀ ਧੋਣੀ ਕਹਿੰਦੇ ਆ, ਤੇ ਜਿਹੜਾ ਥੱਲੇ ਵਾਲਾ ਟਾਟ ਇਹ ਕਿੰਨੇ ਸੈੱਟ ਕਰਨਾ। ਮਤਲਬ ਉਹ ਵਾਲੀ ਸਿਚੁਏਸ਼ਨ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੀ ਲੀਡਰਾਂ ਕੀਤੀ ਵੀ ਛਕਣ ਛਕਾਉਣ ਵਾਲੇ ਆਪਣੇ ਹਿਸਾਬ ਨਾਲ ਛਕਿਆ ਤੇ ਵਾਜ ਉਹਦੇ ਗਰੀਬ ਦੇ ਜਾਂਦੇ ਆ, ਜਿਹੜਾ ਬੰਦਾ ਜਿਹਨੂੰ ਵੋਟਰ ਕਹਿੰਦੇ ਆ, ਤੇ ਵੱਜਦੀਆਂ ਵੀ ਉਦੋਂ ਜਦੋਂ ਉਹਨੂੰ ਕਹਿੰਦੇ ਵੀ ਹਾਂ ਬਈ ਫਲਾਨਾ ਹੈ ਵੋਟ ਫਿਰ ਤੂੰ ਸਾਨੂੰ ਪਾਉਣੀ ਆ, ਫਿਰ ਰੱਖ ਤੂੰ, ਕੋਈ ਗੱਲ ਨਹੀਂ ਆਪਣੀ ਆ ਤੂੰ, ਹੈ ਆਹ ਅਗਲਾ ਐ ਫਰੋਲ ਕੇ ਵੇਂਦਾ ਵੀ ਉਹ ਤੇਰਾ ਭਲਾ, ਹਰੇ ਹਰੇ ਰੰਗ ਦੇ 3-4 ਨੋਟ ਵੀ ਮਿਲੇ ਆ, ਹੈ ਨਾ, ਨਾਲ ਨਹੀਂ ਦੇਖਦਾ ਅੰਦਰ ਹੀ ਗਿਣਦੇ, ਅੰਦਰ ਹੀ ਨਾਲ ਇੱਕ ਬੋਤਲ ਵੀ ਮਿਲ ਗਿਆ। ਤੇ ਫਿਰ ਜਦੋਂ ਘਰ ਦੀਆਂ ਬੀਬੀਆਂ ਵੀ ਅੱਖਾਂ ਜਿਹੀਆਂ ਕੱਢਦੀਆਂ ਵੀ ਆ ਗਿਆ, ਮੇਰੀ ਸੁਣ ਲਾ ਗੱਲ, ਸਵੇਰੇ ਫਲਾਣੇ ਤੇ ਮੋਹਰ ਲਾਉਣੀ ਆ, ਮੈਂ ਕਿਹਾ ਇਹਨੂੰ ਕਾਟ ਦੇ ਆਇਆ ਤੁਹਾਡੇ ਸਾਰਿਆਂ ਦੇ, ਕਹਿ ਨਹੀਂ ਜ਼ੁਬਾਨ ਦੇ ਆਇਆ ਮੈਂ, ਜ਼ਬਾਨ ਦਿੱਤੀ, ਜ਼ਬਾਨ ਤੁਹਾਨੂੰ ਪਤਾ ਨਾ ਜ਼ਬਾਨ ਦੇਤੀ ਆ ਹੁਣ। ਆਹੋ ਮਤਲਬ ਉਹ ਜਿਹੜੀ ਜ਼ਬਾਨ ਦੇਣ ਵਾਲਾ ਕੰਮ ਹੁੰਦਾ ਸੀ ਉਹ ਕੁੱਲ ਮਿਲਾ ਕੇ ਇੱਥੇ ਆ ਕੇ ਖੜਦਾ। ਦੇਖੋ ਜ਼ਬਾਨ ਦੇ ਕੰਮ ਬੜੇ ਆ, ਪਰ ਆਹ ਜਿਹੜੀ ਜ਼ਬਾਨ ਉਦੋਂ ਦੇ ਆਉਂਦੇ ਆ ਨਾ, ਇਹ ਕੰਮ ਬਹੁਤ ਔਖਾ। ਹੁਣ ਸੰਧਾਲੀਆ ਸਾਹਿਬ ਉਹਦੇ ਤੋਂ ਬਾਅਦ ਅਗਲਾ ਮਸਲਾ ਜਿਹੜਾ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਦਾ ਰੌਲਾ ਇਹ ਪੈਂਦਾ ਕਿ ਰੇਤਾ ਸਸਤੀ ਹੋ ਗਈ, ਤੇ ਰੇਤਾ ਉਦੋਂ ਵੀ ਲੱਗਦਾ ਸੀ ਸਸਤੀ ਹੋ ਜਾਣੀ ਹੈ ਜਦੋਂ ਕਪਤਾਨ ਸਾਹਿਬ ਦਾ ਹੈਲੀਕਾਪਟਰ ਨਵਾਂਸ਼ਹਿਰ ਰਾਹੋਂ ਦੇ ਉੱਪਰ ਘੁੰਮਦਾ ਫਿਰਦਾ ਸੀ ਕਿ ਭਾਈ ਟਿੱਪਰ ਚੱਲਦੇ ਆ, ਕਿਹੜੇ ਨਜਾਇਜ਼ ਮਾਈਨਿੰਗ ਹੁੰਦੀ ਆ, ਬੰਦ ਕਰ ਦਿਓ, ਕੋਈ ਇਦਾਂ ਨਹੀਂ ਹੋਊਗਾ, ਲੋਕਾਂ ਨੂੰ ਸਸਤੀ ਰੇਤਾ ਮਿਲੂਗੀ। ਮਿਲੀ ਨਹੀਂ ਸੀ। ਅਸੀਂ ਨਹੀਂ ਕਹਿੰਦੇ ਕਿ ਕੈਪਟਨ ਸਾਹਿਬ ਤੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦਾ ਕਾਰੋਬਾਰ ਇੱਕੋ ਜਿਹਾ, ਪਰ ਅਜੇ ਲੋਕਾਂ ਵੇਖਣਾ ਹੈ ਕਿ ਭਾਈ ਜਿਹੜੀ ਗੱਲ ਕਹੀ ਹੈ, ਕਿਉਂਕਿ 5.5 ਰੁਪਈਏ ਨੂੰ ਜੇ ਤਾਂ ਲੋਕਾਂ ਨੂੰ ਮਿਲ ਗਈ ਤਾਂ ਥੋੜੀ ਜਿਹੀ ਸਹੂਲਤ ਮਿਲ ਜੂ। ਪਰ ਦੂਸਰੀ ਗੱਲ, ਇਹ ਮਸਲਾ ਇੱਥੇ ਖਤਮ ਨਹੀਂ। ਜਿਹੜੇ ਕਹਿੰਦੇ ਨੇ ਕਿ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਦੀਆਂ ਦੂਰੀਆਂ ਖਤਮ ਹੋ ਗਈਆਂ, ਸਾਰਾ ਕੁਝ ਠੀਕ ਹੋ ਗਿਆ, ਲੱਗਦਾ ਹੈ ਹੋ ਜਾਏ ਤਾਂ ਚੰਗਾ, ਕਿਉਂਕਿ ਪੰਜਾਬ ਦੇ ਮਸਲੇ ਹੱਲ ਕਰਨ ਦੇ ਲਈ ਲੀਡਰ ਇਕਜੁੱਟ ਹੋਣ। ਇਹ ਆਪਸ ਲੜੀ ਜਾਣਗੇ, ਮਸਲਿਆਂ ਤੇ ਧਿਆਨ ਨਹੀਂ ਰਹਿੰਦਾ। ਪਰ ਤੁਸੀਂ ਉਸ ਵੇਲੇ ਇੱਕ ਗੱਲ ਸੁਣੀ ਹੋਣੀ ਆ, ਚੰਨੀ ਸਾਹਿਬ ਨੇ ਸਾਰੀ ਪ੍ਰੈਸ ਕਾਨਫਰੰਸ ਖਤਮ ਕੀਤੀ, ਪ੍ਰਧਾਨ ਸਾਹਿਬ ਨੂੰ ਦੇਖਿਆ ਨਾਲ, ਜਿੱਦਾਂ ਇੱਥੇ ਮੁੱਖ ਮੰਤਰੀ ਸਾਹਿਬ ਬੈਠੇ ਇੱਧਰਲੇ ਪਾਸੇ ਮੈਂ ਬੈਠਾ, ਕਹਿੰਦੇ ਬੋਲਣਾ ਕੁਛ, ਉਹ ਕਹਿੰਦੀ 2 ਮਿੰਟ। ਉਹਨਾਂ ਨੇ ਫਿਰ ਗਲਾ ਸਾਫ਼ ਕੀਤਾ, ਮਾਈਕ ਆਪਣੇ ਵਾਲੇ ਪਾਸੇ ਕੀਤੇ। ਹਾਂ, ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਮੈਂ 110% ਪਾਰਟੀ ਵੱਲੋਂ ਯਕੀਨ ਦਵਾਉਣਾ, ਭਰੋਸਾ ਦਵਾਉਣਾ ਕਿ ਚੰਨੀ ਸਾਹਿਬ ਦੇ ਨਾਲ ਉਹ ਕਿਤੇ ਨਹੀਂ। ਇਹ ਤੇ ਤੁਸੀਂ ਆਖਰ ਤੇ ਚਲ ਗਏ। ਮੈਂ ਨਹੀਂ ਆਉਣ ਲੱਗਿਆ ਸੀ। ਸਿੱਧੂ ਸਾਹਿਬ ਬੋਲਦੇ ਰਹੇ ਉਹਨਾਂ ਚਿਰ ਚੰਨੀ ਸਾਹਿਬ ਦੇ ਐਕਸਪ੍ਰੈਸ਼ਨ ਵੇਖਣ ਵਾਲੇ, ਫਿਰ ਮਾੜਾ ਜਾ ਤੇ ਉਹ ਐਵੇਂ ਦੇ ਉਹ ਤੇਰਾ ਪਤਾ ਲੱਗੇ ਕਹਿਣ, ਨਹੀਂ ਬਚਾ ਹੋ ਗਿਆ। ਫਿਰ ਉਹ ਕਹਿੰਦੇ ਵੀ ਉਹ ਅੱਛਾ, ਫਿਰ ਕੁਝ ਬਣ ਲੱਗੀ ਗੱਲ। ਮਤਲਬ ਉਹ ਉਦੋਂ ਮੈਂ ਇਦਾਂ ਦੇਖਿਆ ਵੀ ਜਿੱਦਾਂ ਨਾ ਸਾਹਮਣੇੋਂ ਵਰਦੀ ਗੋਲੀ ਹੋਵੇ ਤੇ ਕੌੜਾ ਜਿਹਾ ਹੋਵੇ, ਤੇ ਜਿਹਦਾ ਪਤਾ ਹੋਵੇ ਵੀ ਜੇ ਮੈਂ ਐ ਹੋ ਗਿਆ ਤੇ ਤਾਂ ਵੀ ਮੋਢੇ 'ਚ ਲੱਗ ਜਾਣੀ, ਇੱਧਰ ਤਾਂ ਵੀ ਲੱਗ ਜਾਣੀ। ਹੁਣ ਸੰਧਾਲੀਆ ਸਾਹਿਬ ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ, ਉਹ ਕਹਿੰਦੇ ਪਹਿਲਾ ਕਦਮ ਚੁੱਕਿਆ ਤੇ ਮੈਂ ਵਧਾਈ ਦਿੰਦਾ ਸੀਐਮ ਸਾਹਿਬ ਨੂੰ। ਨਾ ਸੀਐਮ ਸਾਹਿਬ ਨੇ ਕਿਹਾ ਕਿ ਸਿੱਧੂ ਸਾਹਿਬ ਬੈਠੇ ਆ, ਨਾ ਸਿੱਧੂ ਸਾਹਿਬ ਨੇ ਕਿਹਾ ਕਿ ਚੰਨੀ ਸਾਹਿਬ ਬੈਠੇ ਆ। ਉਹਨਾਂ ਨੇ ਕਿਹਾ ਪ੍ਰਧਾਨ ਜੀ ਤੇ ਉਹਨਾਂ ਨੇ ਕਿਹਾ ਸੀਐਮ ਸਾਹਿਬ। ਮੈਂ ਖਾਸ ਤੌਰ ਤੇ ਇੱਥੇ ਜ਼ੋਰ ਦਿੰਦਾ
ਮੈਂ ਕਹਿੰਦਾ ਕਿ ਇਕਜੁੱਟ ਰਹਿਣ। ਉੱਥੇ ਉਹ ਕਹਿੰਦੇ ਕਿ ਇਹ ਤਾਂ ਆਪਣੇ ਕੋਲ ਸਮਾਂ ਥੋੜਾ ਹੈ, ਇੱਥੇ ਤਾਂ ਸਰਕਾਰੀ ਯਾਰਡ ਬਣਨ ਕਿ ਜਿੱਥੇ ਰੇਤਾ ਅਸੀਂ ਆਪ ਹੀ ਕੱਢੀਏ, ਇੱਕੋ ਰੰਗ ਦੇ ਟਰੱਕ ਟਿੱਪਰ ਜਾਣ, ਲੋਕਾਂ ਦੇ ਘਰੇ ਲਾ ਕੇ ਆਉਣ ਤੇ ਸਾਨੂੰ ਪਤਾ ਲੱਗ ਜਵੇ ਡੇਟ ਕਿੰਨਾ, ਰੇਟ ਕਿੰਨਾ ਤੇ ਵੇਟ ਕਿੰਨਾ। ਕਹਿੰਦੇ ਤਿੰਨੋਂ ਚੀਜ਼ਾਂ ਜਦੋਂ ਕਲੀਅਰ ਹੋ ਗਈਆਂ, ਅਸਲ ਦੇ ਵਿੱਚ ਕਹਿੰਦੇ ਰੇਤ ਮਾਫੀਆ ਨਹੀਂ, ਬੇਸਿਕਲੀ ਇਹ ਟਰਾਂਸਪੋਰਟ ਮਾਫੀਆ, ਉਹ ਨਾਲ ਜੁੜਿਆ ਹੋਇਆ ਤੇ ਉਧਰਲੇ ਪਾਸੇ ਧਿਆਨ ਦੇਣਾ ਪਊਗਾ। ਫਿਰ ਉਹਨਾਂ ਨੇ ਤੇਲੰਗਾਨਾ ਦੀ ਗੱਲ ਸ਼ੁਰੂ ਕੀਤੀ। ਹੁਣ ਸੰਧਾਲੀਆ ਸਾਹਿਬ ਇੱਥੇ ਜਦੋਂ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਪਹਿਲਾ ਸਟੈਪ ਲਿਆ ਤੇ ਕੋਡ ਆਫ ਕੰਡਕਟ ਲੱਗਣ ਤੱਕ ਅਗਲੇ ਦੂਸਰੇ ਸਟੈਪ ਦੀ ਵੀ ਉਮੀਦ ਕਰਨਗੇ, ਤੀਸਰੇ ਦੀ ਵੀ ਉਮੀਦ ਕਰਨਗੇ, ਚੌਥੇ ਦੀ ਵੀ ਉਮੀਦ ਕਰਨਗੇ, ਪੰਜਵੇਂ ਦੀ ਵੀ ਉਮੀਦ ਕਰਨਗੇ ਕਿ ਭਾਈ ਆਹ ਸਟੈਪ ਚੱਕੋ। ਇਹ ਹਾਲ ਦੀ ਘੜੀ ਜੰਗਬੰਦੀ, ਗੋਲੀਬੰਦੀ ਹੋ ਗਈ ਹੈ, ਦੋਨੋਂ ਧਿਰਾਂ ਨਾਲ ਹੋ ਕੇ ਬਹਿ ਗਈਆਂ, ਪਰ ਅਜੇ ਮਸਲੇ ਹੋਰ ਬਹੁਤ ਨੇ। ਕਿਉਂਕਿ ਜਦੋਂ ਇਹ ਕਹਿਤਾ ਗਿਆ ਸੀ ਕਿ ਐਡਵੋਕੇਟ ਜਨਰਲ ਸਾਹਿਬ ਦਾ ਅਸਤੀਫਾ ਮਨਜ਼ੂਰ, ਤੁਹਾਨੂੰ ਯਾਦ ਹੋਣਾ ਕਿ ਇੱਕ ਦਿਨ ਪਹਿਲਾਂ ਜੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਜਾਂ ਅਫਸਰ ਰਹਿਣਗੇ ਜਾਂ ਮੈਂ ਰਹੂੰ, ਇਹ ਗੱਲ ਮੁੱਖ ਮੰਤਰੀ ਸਾਹਿਬ ਨੇ ਆਖੀ ਕਿ ਐਡਵੋਕੇਟ ਜਨਰਲ ਦਾ ਅਸਤੀਫਾ ਮਨਜ਼ੂਰ। ਜਦੋਂ UPSC ਦਾ ਪੈਨਲ ਆ ਗਿਆ, DGP ਨਵਾਂ ਲੱਗ ਜੂ, ਇਹਦਾ ਮਤਲਬ ਹੈ ਕਿ ਦੋ ਅਫਸਰਾਂ ਦੇ ਉੱਤੇ ਇਤਰਾਜ਼ ਕੀਤਾ ਸੀ ਤੇ ਦੋਨੋਂ ਮੁਸ਼ਕਲਾਂ ਉਹਦੀਆਂ ਮੰਨ ਲਈਆਂ ਗਈਆਂ। ਪਰ ਜਿਹੜੀ ਗੱਲ ਦਾ ਕਿਸੇ ਨੂੰ ਧਿਆਨ ਨਹੀਂ, ਜਿਹੜੀ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਨਾਲ ਸਭ ਤੋਂ ਵੱਧ ਜੁੜਦੀ ਹੈ, ਉਹ ਮੰਤਰੀ ਮੰਡਲ 'ਚ ਫੈਸਲਾ ਹੋਇਆ, ਇਸ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ, ਪਰ ਉਧਰਲੇ ਪਾਸੇ ਧਿਆਨ ਨਹੀਂ ਗਿਆ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਵਿੱਚ ਇੱਕ ਫੈਸਲਾ ਕਰ ਦਿੱਤਾ ਗਿਆ ਸੀ ਕਿ ਬਾਹਰਲੇ ਪਾਸੇ ਲੱਖਾਂ ਪੰਜਾਬ ਦੇ ਮੁੰਡੇ ਕੁੜੀਆਂ ਫੁੱਲ ਕੁਆਲੀਫਾਈਡ ਨੌਕਰੀਆਂ ਦੇ ਲਈ ਤਿਆਰ ਖੜੇ ਆ, ਅਸਾਮੀਆਂ ਕਈ ਖਾਲੀ ਆ, ਜਿੱਥੇ 5 ਬੰਦੇ ਚਾਹੀਦੇ 3 ਤੋਂ ਸਰਕਾਰ ਕੰਮ ਕਰਾਈ ਜਾਂਦੀ ਹੈ, ਅਕਾਲੀਆਂ ਵਾਲੀ ਵੀ ਕਾਂਗਰਸ ਵਾਲੀ ਵੀ। ਉਹਦੇ ਤੋਂ ਬਾਅਦ ਇੱਕ ਬੰਦਾ ਸੇਵਾ ਮੁਕਤ ਹੁੰਦਾ ਹੈ ਤੇ ਪਿੱਛੇ ਖੜੇ ਨੌਜਵਾਨਾਂ ਨੂੰ ਲੱਗਦਾ ਚਲੋ ਇੱਕ ਦਾ ਨੰਬਰ ਤਾਂ ਆਊਗਾ, ਸਾਡੇ ਦਾ ਨੌਕਰੀ ਮਿਲੂ, ਤੇ 15 ਦਿਨਾਂ ਬਾਅਦ ਪਤਾ ਲੱਗਦਾ ਜੀ ਉਹਨਾਂ ਨੂੰ ਫਿਰ ਅੱਧੀ ਤਨਖਾਹ ਦੇ ਉੱਤੇ ਨਾ ਜਿਹੜੇ ਰਿਟਾਇਰ ਹੋਏ ਆ ਦੁਬਾਰਾ ਕੰਮ ਤੇ ਰੱਖ ਲਿਆ, ਯਾਨੀ ਕਿ ਨੌਜਵਾਨਾਂ ਦਾ ਹੱਕ ਮਾਰ ਕੇ। ਤੇ ਅੱਜ ਇਹ ਫੈਸਲਾ ਕਰ ਲਿਆ ਗਿਆ ਕਿ ਜਿੰਨੇ ਵੀ ਸਰਕਾਰੀ ਕਰਮਚਾਰੀ ਸੇਵਾ ਮੁਕਤ ਹੋ ਚੁੱਕੇ ਆ ਤੇ ਉਹਨਾਂ ਨੂੰ ਬਾਅਦ ਵਿੱਚ ਦੁਬਾਰਾ ਉੱਕੀ ਪੁੱਕੀ ਤਨਖਾਹ ਤੇ ਰੱਖਿਆ, ਨੌਜਵਾਨ ਮੁੰਡੇ ਕੁੜੀਆਂ ਦਾ ਹੱਕ ਮਾਰ ਕੇ ਉਹ ਸਾਰੇ ਸੇਵਾ ਮੁਕਤ ਕਰਤੇ ਜਾਣਗੇ। ਜਿੰਨੀਆਂ ਅਸਾਮੀਆਂ ਖਾਲੀ ਹੋਣਗੀਆਂ ਉੱਥੇ ਨਵੇਂ ਮੁੰਡੇ ਕੁੜੀਆਂ ਭਰਤੀ ਕੀਤੇ ਜਾਣਗੇ। ਕਈ ਓਵਰਏਜ ਹੋ ਚੁੱਕੇ ਆ, ਕਈ ਨਿਰਾਸ਼ ਹੋ ਚੁੱਕੇ ਆ, ਪਰ ਲੱਗਦਾ ਕਿ ਚਲੋ ਬਹੁਤ ਦੇਰ ਨਾਲ ਕੀਤਾ ਗਿਆ ਪਰ ਦਰੁਸਤ ਫੈਸਲਾ। ਹਾਂ, ਜਿਹੜੇ ਅਫਸਰਾਂ ਨੇ ਸਲਾਹ ਦਿੱਤੀ ਹੋਊਗੀ ਕਿ ਭਾਈ ਆਪਾਂ ਇਦਾਂ ਕਰਦੇ ਆਂ, ਖਜ਼ਾਨੇ ਦੇ 4 ਪੈਸੇ ਇਦਾਂ ਬਚਣੇ ਆ, ਮਰ ਜੋ ਦੀਆਂ ਲਿਸਟਾਂ ਜ਼ਰੂਰ ਬਣਾ ਕੇ ਰੱਖਿਓ ਕਿ ਭਾਈ ਤਨਖਾਹਾਂ ਲੈਣੇ ਹੋ ਤੇ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਲੈਣੇ ਹੋ ਤੇ ਹੱਕ ਕਿਸੇ ਹੋਰ ਦੇ ਵਿੱਚ ਬੋਲਦੇ ਹੋ। ਇਹ ਦੇਖੋ ਗੱਲ ਇਹ ਆ, ਇਹ ਤਾਂ ਗੱਲ ਠੀਕ ਹੈ। ਇਹਦੇ ਨਾਲ ਮੇਰੇ ਖਿਆਲ ਨਾਲ ਜਿਹੜਾ ਫੈਸਲਾ ਉਹਨੇ ਉਹ 36000 ਵਾਲਾ ਕਰ ਲਿਆ, ਕਿਉਂਕਿ ਤੁਸੀਂ ਦੇਖੋ ਨਾ ਵੀ ਪੰਜਾਬ ਦੇ ਵਿੱਚ 2 ਤਰ੍ਹਾਂ ਦੇ ਠੇਕੇ ਸੀਗੇ, ਇੱਕ ਠੇਕਾ, ਦੂਜਾ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ। ਇੱਕ ਠੇਕਾ ਜਿਹੜਾ ਹਰੇਕ ਆ ਉੱਥੇ ਚਲੇ ਜਾਓ ਦਫ਼ਤਰ ਦੇ ਵਿੱਚ, ਉਹ ਕਹਿੰਦੇ ਵੀ ਨਿੱਕਿਆ ਫਿਰ ਤੂੰ ਕਿੰਨੀ ਤਨਖਾਹ ਲੈ ਲੈਣਾ। ਕਿਸੇ ਵੇਲੇ ਮਾਈ ਪੁੱਛ ਲੈਂਦੇ ਨੇ ਵਿਚਾਰੇ ਵੀ ਤੂੰ ਮੇਰਾ ਪੁੱਤ ਕੰਮ ਕਰਾਤਾ, ਉਹ ਕਹਿੰਦਾ ਮਾਤਾ ਮੈਂ ਕਾਹਦੀ ਤਨਖਾਹ ਲੈਣਾ, ਮੈਂ ਤਾਂ ਫਲਾਨੀ ਕੰਪਨੀ ਨੇ ਰੱਖਿਆ, ਮੈਂ ਇੱਥੇ ਕੰਮ ਦਿਹਾੜੀ ਤੇ ਆ ਬਸ। ਮੇਰੇ ਖਿਆਲ ਨਾਲ ਉਹ ਜਿਹੜਾ ਕੰਮ ਇਹਨਾਂ ਨੇ ਕਰ ਲਿਆ ਯਾਰ, ਜਿਹੜੇ ਕੱਚੇ ਸੀਗੇ ਬੰਦੇ ਆਪਾਂ ਉਹਨਾਂ ਨੂੰ ਪੱਕਿਆਂ ਕਰ ਲੈਣਾ। ਮੇਰੇ ਖਿਆਲ ਨਾਲ ਕਈ ਤਾਂ ਆਪਾਂ ਕਈ ਦਹਾਕਿਆਂ ਤੋਂ ਦੇਖੀ ਜਾਂਦੇ ਵੀ ਉਹਨਾਂ ਨੂੰ ਅਜੇ ਆਸ ਹੀ ਨਹੀਂ ਸੀ ਵੀ ਯਾਰ ਵਾਜਦੇ ਮੁਲਾਜ਼ਮ ਹੀ ਇਹਨਾਂ ਦੇ ਆ। ਸਾਨੂੰ ਇਹ ਵੀ ਪਤਾ ਵੀ ਪੱਖਾ ਕਦੋਂ ਸੜਿਆ ਸੀ, ਬਲਬ ਕਿਹੜਾ ਲਾਉਣ ਵਾਲਾ, ਬੈਂਚ ਕਿਹੜਾ ਹਿਲਦਾ, ਕੁਰਸੀ ਕਿਹੜੀ ਇਹਦੀ ਚੂਲ ਲੱਗਣ ਵਾਲੀ ਆ। ਪਰ ਜਿਹੜੇ ਬੰਦੇ ਦਫ਼ਤਰ ਦੇ ਵਿੱਚ ਪੱਕੇ ਨੇ ਉਹ ਸਾਨੂੰ ਅਜੇ ਵੀ ਮੰਨਦੇ ਵੀ ਨਹੀਂ, ਇਹ ਤਾਂ ਫਿਰ ਬੰਦੇ ਕੱਚੇ ਆ ਜੀ। ਮੇਰੇ ਖਿਆਲ ਉਹ ਵੀ ਤਾਂ ਵਧੀਆ ਫੈਸਲਾ, ਬਹੁਤ ਚੰਗਾ। ਸੰਧਾਲੀਆ ਸਾਹਿਬ ਉਹਨਾਂ ਦੇ ਦੁੱਖ ਦੂਰ ਹੋ ਜਾਣਗੇ 36000 ਦੇ, ਪਰ ਉਹਨਾਂ ਦੀ ਗਿਣਤੀ ਲੱਖਾਂ 'ਚ ਹੈ। ਤੁਸੀਂ ਦੇਖਿਓ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਹੋਣੇ, ਕੋਈ ਆਊਟਸੋਰਸ ਰਾਹੀਂ ਰੱਖਿਆ, ਕੋਈ ਕਿਸੇ ਤਰੀਕੇ ਰੱਖਿਆ, ਉਹ ਸਾਰਿਆਂ ਨੇ ਧਰਨੇ ਪ੍ਰਦਰਸ਼ਨ ਕਰਨੇ, ਪਰ ਜਿੰਨੇ ਕੁ ਪੱਕੇ ਹੋਣਗੇ ਉਹਨਾਂ ਨੂੰ ਵਧਾਈ। ਪਰ ਇੱਥੇ ਸਭ ਤੋਂ ਅਹਿਮ ਗੱਲ ਫਿਰ ਉਹੀ ਜਿੱਦਾਂ ਰੇਤੇ ਵਾਲੇ ਮੁੱਦੇ ਤੇ ਮੈਂ ਆਖਿਆ ਸੀ ਕਿ ਭਾਈ ਪਿਛਲਿਆਂ ਤੇ ਕਾਰਵਾਈ ਹੋਵੇ, ਇਦਾਂ ਹੀ ਫਸਤਾ ਵੱਢਣਾ ਬਹੁਤ ਜ਼ਰੂਰੀ ਹੈ, ਜੂੜ ਜਿਹੜਾ ਵੱਢਣਾ ਬਹੁਤ ਜ਼ਰੂਰੀ ਹੈ। ਉਹਦਾ ਕਾਰਨ ਕੀ ਹੈ ਕਿ ਕਾਨੂੰਨ ਹੀ ਬਣਾ ਦਿਓ ਕਿ ਅਸੀਂ ਜੇ ਸਰਕਾਰੀ ਵਿਭਾਗ 'ਚ ਕੋਈ ਬੰਦਾ ਰੱਖਣਾ ਤਾਂ ਪੱਕਾ ਰੱਖਣਾ ਹੈ। ਅਸੀਂ ਰੱਖਣਾ ਹੀ ਨਹੀਂ ਆਊਟਸੋਰਸ ਨਹੀਂ, ਅਸੀਂ ਰੱਖਣਾ ਹੀ ਨਹੀਂ ਕੰਟਰੈਕਟ ਤੇ, ਅਸੀਂ ਗੈਸਟ ਫੈਕਲਟੀ ਦੀ ਭਰਤੀ ਕਰਨੀ ਨਹੀਂ, ਅਸੀਂ 99 ਦਿਨਾਂ ਵਾਲੇ ਬੰਦੇ ਭਰਤੀ ਕਰਨੇ ਹੀ ਨਹੀਂ। ਤੁਹਾਡੇ ਕੋਲ ਪੈਸੇ ਹੈਗੇ, ਤੁਸੀਂ ਆਪ ਮੰਨਦੇ ਹੋ ਖਜ਼ਾਨੇ 4 ਪੈਸੇ ਹੈਗੇ ਆ, ਬੰਦਾ ਚਾਹੀਦਾ, ਲੋਕਾਂ ਨੂੰ ਸਰਵਿਸਿਜ਼ ਸਰਕਾਰ ਨੇ ਦੇਣੀਆਂ, ਤੁਸੀਂ ਕੱਚਾ ਕੇ ਰੱਖੋ। ਅਸੀਂ ਤਾਂ ਕਦੇ ਮੰਤਰੀ ਕੱਚਾ ਨਹੀਂ ਰੱਖਿਆ, ਅਸੀਂ ਤਾਂ ਕਦੇ MLA ਕੱਚਾ ਨਹੀਂ ਰੱਖਿਆ, ਅਸੀਂ ਕਦੇ ਵੀ ਨਹੀਂ MP ਕੱਚਾ ਰੱਖਿਆ, ਅਸੀਂ ਤਾਂ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਕੱਚੇ ਨਹੀਂ ਰੱਖਿਆ। ਅਸੀਂ ਤੁਹਾਨੂੰ ਪੱਕੇ ਰੱਖਦੇ ਹਾਂ, ਤੁਸੀਂ ਸਾਨੂੰ ਕੱਚੇ ਕਿਉਂ ਰੱਖਦੇ ਹੋ? ਕਿਉਂ ਮੁੜ ਕੇ ਤੁਹਾਡੇ ਦਰਾਂ ਦੇ ਮੂਹਰੇ ਆ ਕੇ ਬਹਿੰਦੇ ਆ? ਕਿਉਂ? ਹੁਣ ਦੇਖੋ ਮੌਸਮ ਬਦਲ ਰਿਹਾ, 20 ਤਰ੍ਹਾਂ ਦੀਆਂ ਬਿਮਾਰੀਆਂ ਠਮਾਰੀਆਂ ਨਿੱਕੇ ਨਿਆਣੇ ਨੂੰ ਲੱਗਦੀਆਂ, ਤੇ ਉਹ ਮੰਤਰੀਆਂ ਦੇ ਘਰ ਮੂਹਰੇ ਨਿੱਕੇ ਨਿੱਕੇ ਨਿਆਣੇ ਲੈ ਕੇ ਦਿਨ ਰਾਤ ਬੈਠੇ ਆ। ਕਿਉਂ ਬੈਠੇ ਆ? ਕਿਉਂਕਿ ਤੁਸੀਂ ਪਾਲਿਸੀ ਬਣਾਈ, ਹੁੰਦਾ ਨਹੀਂ ਸੀ ਇਦਾਂ ਕਿ ਕੱਚਾ ਰੱਖ ਦਿਓ। ਕਿਉਂ ਰੱਖੋ ਵੀ ਕੱਚਾ? ਉਹ ਕੁਆਲੀਫਿਕੇਸ਼ਨ ਪੱਖੋਂ ਕੱਚੇ ਆ, ਉਹ ਸਿਟੀਜ਼ਨਸ਼ਿਪ ਪੱਖੋਂ ਕੱਚੇ ਆ, ਉਹ ਕੰਮ ਪੱਖੋਂ ਕੱਚੇ ਆ। ਕੋਈ ਉਹਨਾਂ 'ਚ ਕਮੀ ਤਾਂ ਕੱਢੋ, ਜੇ ਕਮੀ ਹੈ ਨਹੀਂ ਤਾਂ ਫਿਰ ਪੱਕੇ ਰੱਖੋ। ਜੇ ਇਸ ਕਾਨੂੰਨ ਦੇ ਉੱਤੇ ਮਾੜੀ ਜੀ
ਘੁੱਗੀ ਮਾਰ ਦੇਣ ਕਿ ਭਾਈ ਅੱਗੋਂ ਜਿਹੜਾ ਬੰਦਾ ਰੱਖਣਾ ਪੱਕਾ ਰੱਖਣਾ, ਇੱਥੇ ਤੱਕ ਨੌਬਤ ਹੀ ਨਹੀਂ ਆਊਗੀ। ਇਹ ਤਾਂ ਹੈ ਬਿਲਕੁਲ। ਆਪਾਂ ਮੇਰਾ ਖਿਆਲ ਥੋੜਾ ਜਿਹਾ ਪਿਛਲੇ ਪਾਸੇ ਵੀ ਚਲੇ ਜੀ, ਜਿਹੜੇ ਪਹਿਲੀਆਂ ਸਰਕਾਰਾਂ ਕਰਦੇ ਨੇ, ਕਿਉਂਕਿ ਹੋ ਸਕਦਾ ਚੰਨੀ ਸਾਹਿਬ ਨੂੰ ਪੁੱਛੋ ਵੀ ਕਹਿੰਦੇ ਯਾਰ ਪਹਿਲਿਆਂ ਕੀਤਾ ਸੀ, ਕੈਪਟਨ ਸਾਹਿਬ ਕੋਲ ਚਲੇ ਮੈਂ ਥੋੜਾ ਕੀਤਾ, ਪਿਛਲਿਆਂ ਕੀਤਾ ਸੀ, ਪਿਛਲੀ 10 ਸਾਲ ਜਿਹੜੀ ਸਰਕਾਰ ਚੱਲ ਜੀ ਉਹਲੇ ਵੀ ਐਸੀ ਥੋੜਾ ਕੀਤਾ ਵੀ ਇਹ ਤੇ ਪਹਿਲਾਂ ਤੋਂ ਚੱਲਦਾ ਆਉਂਦਾ। ਹੁਣ ਕਾਰਨ ਇਹ ਵੀ ਇਹ ਪਹਿਲਾਂ ਤੋਂ ਚੱਲਦਾ ਆਉਂਦਾ, ਜਦੋਂ ਜਾ ਕੇ ਬਿਲਕੁਲ ਐਂਡ ਤੋਂ ਇੱਕ ਬੰਦੇ ਤੇ ਪਹੁੰਚੋਗੇ ਵੀ ਤੁਹਾਡੇ ਤੋਂ ਸ਼ੁਰੂਆਤ ਅਸੀਂ ਥੋੜਾ ਕੀਤਾ ਜੀ, ਇਹ ਤਾਂ ਫਲਾਨੀ ਸਟੇਟ ਨੇ ਕੀਤਾ। ਕਹਿਣ ਤੋਂ ਭਾਵ ਇਹ ਵੀ ਇੱਕ ਰਿਵਾਜ ਪੈ ਗਿਆ, ਉਸ ਰਿਵਾਜ ਨੂੰ ਇੱਕ ਸਰਕਾਰ ਨੇ ਚਲਾਇਆ, ਫਿਰ ਦੂਜੀ ਨੇ, ਫਿਰ ਤੀਜੀ ਨੇ, ਫਿਰ ਚੌਥੀ ਨੇ, ਐਂਡ ਹੌਲੀ ਹੌਲੀ ਫਿਰ ਜਦੋਂ ਉਹਨਾਂ ਨੇ ਇਹ ਦੇਖਿਆ ਵੀ ਯਾਰ ਆਹ ਤੇ ਕੰਮ ਹੀ ਬੜਾ ਵਧੀਆ, ਤਨਖਾਹ ਦਾ ਪਹਿਲਾਂ 100 ਦੇਣਾ ਪੈਂਦਾ ਸੀ, ਹੁਣ ਆਪਣਾ 50 'ਚ ਸਰ ਜਾਂਦਾ, ਉਤਲੇ 50 ਛਕੋ। ਅਗਲਾ ਹੁਣ ਵੀ ਅਗਲੀ ਯਾਰਾਂ ਕਿੱਦਾਂ ਹੋਇਆ, ਕਹਿੰਦਾ ਸਾਡਾ ਤਾਂ 35 ਸਰ ਗਿਆ, ਬਾਕੀ ਉਤਲੇ ਕਹਿੰਦਾ ਛਕੋ। ਕਹਿਣ ਤੋਂ ਭਾਵ ਇਹ ਕਿ ਵੀ ਕਰਜ਼ਾ ਜਾਣਦੇ ਹੋ ਨਾ ਵੀ ਤੁਸੀਂ ਇੰਨੇ ਬੰਦੇ ਠੇਕੇ ਤੇ ਰੱਖ ਕੇ ਇੰਨੀਆਂ ਤਨਖਾਹਾਂ ਬਚਾ ਕੇ ਵੀ ਕਰਜ਼ਾ ਲਾ ਲਿਆ। ਕਰਜ਼ਾ ਦਾ ਹਰੇਕ 5 ਸਾਲ ਬਾਅਦ ਜਦੋਂ ਪਹਿਲਾ ਬਜਟ ਆਉਂਦਾ ਉਦੋਂ ਇੱਕੋ ਹੀ ਸ਼ਬਦ ਮਿਲਦਾ ਸੁਣਨ ਨੂੰ, ਉਹਨਾਂ ਕੋਲੇ ਇੰਨੇ ਲੱਖ ਕਰੋੜ ਦਾ ਸੀ ਤੇ ਆ ਮਗਰਲੀ ਸਰਕਾਰ ਇੰਨੇ ਲੱਖ ਕਰੋੜ ਬਣਾ ਗਈ ਤੇ ਅਸੀਂ ਹੁਣ ਕੁਝ ਕਰਨਾ ਤੇ ਹੈ ਪਰ ਖਜ਼ਾਨਾ ਖਾਲੀ ਹੈ। ਸੰਧਾਲੀਆ ਸਾਹਿਬ ਗੱਲ ਤਾਂ ਤੁਹਾਡੀ ਠੀਕ ਹੈ। ਅੱਗੇ ਨਾ ਅਸੀਂ ਉਹਨਾਂ ਸਾਰੇ ਕਲਾਕਾਰਾਂ ਤੋਂ ਮੈਂ ਤੁਹਾਡੇ ਵੱਲੋਂ ਮਾਫੀ ਚਾਹੁੰਦੇ ਹਾਂ, ਅੱਛਾ ਤੁਹਾਡੇ ਵੱਲੋਂ ਨਹੀਂ ਮੈਂ ਤਦੇ ਆਖਿਆ ਵੀ ਕਲਾਕਾਰਾਂ ਕੋਲ ਤੇ ਮੇਰੇ ਕੋਲ ਮਾਫੀ ਮੰਗਾਉਂ। ਨਹੀਂ ਉਹਦਾ ਕਾਰਨ ਪਤਾ ਕੀ ਆ, ਕੀ ਅਸੀਂ ਉਹਨਾਂ ਨੇ ਐਵੇਂ ਕਹਿੰਦੇ ਰਹੇ ਤੁਸੀਂ ਹੋਰ ਹੀ ਪੰਜਾਬ ਲੋਕਾਂ ਨੂੰ ਦਿਖਾਈ ਜਾਂਦੇ ਹੋ, ਤੁਸੀਂ ਹੋਰ ਹੀ ਕਿਸਾਨ ਲੋਕਾਂ ਨੂੰ ਦਿਖਾਈ ਜਾਂਦੇ ਹੋ, ਭੰਗੜੇ ਪਾਉਂਦਾ, ਗਿੱਧੇ ਪਾਉਂਦਾ, ਗੋਲੀਆਂ ਚਲਾਉਂਦਾ, ਟੈਂਟ ਪਾੜਦਾ, ਆਹ ਕਰਦਾ, ਉਹ ਕਰਦਾ, ਉੱਥੇ ਫੈਰ ਕਰਦਾ, ਅਸੀਂ ਤੁਹਾਨੂੰ ਐਵੇਂ ਕਹਿੰਦੇ ਰਹੇ। ਪਰ ਹੁਣ ਤਾਂ ਤੁਸੀਂ ਇਹ ਦੇਖੋ ਕਿ ਮੰਨ ਲਓ ਕਿਸੇ ਬਾਹਰਲੇ ਸਟੇਟ ਦਾ ਕੋਈ ਬੰਦਾ, ਕਿਸੇ ਬਾਹਰਲੇ ਦੇਸ਼ ਦਾ ਕੋਈ ਬੰਦਾ ਉਹ ਪੈਦਾ ਕਰਨਾ ਚਾਹੇ ਕਿ ਪੰਜਾਬ ਕਿੱਦਾਂ ਦਾ ਜੀ, ਤੇ ਉੱਥੇ ਉਹ ਇੱਕ ਵਾਰੀ ਗੂਗਲ ਕਰੂਗਾ, ਲਓ ਜੀ ਕਿਆ ਬਾਤਾਂ, ਪੰਜਾਬ ਦੇ ਵਿੱਤ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਇੱਕ ਹੋਰ ਕੈਬਨਿਟ ਮੰਤਰੀ ਸਾਹਿਬ, ਹੋਰ ਰੌਲਾ ਕਾਹਦਾ ਜੀ, ਹੈਲੀਕਾਪਟਰ 'ਚ ਉਤਰਦੇ ਆ, ਜੀਪ 'ਚ ਚੜ ਜਾਂਦੇ ਆ, ਝੂਟੇ ਲੈਂਦੇ ਆ, ਸੋਸ਼ਲ ਮੀਡੀਆ ਤੇ ਉਹੀ ਜਾਣਾ ਉੱਪਰ। ਫਿਰ ਅਗਲਾ ਫਿਰ ਉਹ ਗੂਗਲ ਕਰਨਗੇ ਜੀ ਪੰਜਾਬ ਦੇਖਣਾ ਆਪਾਂ ਵਧੀਆ, ਫਿਰ ਉਹ ਕਹਿੰਦੇ ਲੈ ਮੁੱਖ ਮੰਤਰੀ ਸਾਹਿਬ ਤਾਂ ਹਾਕੀ ਖੇਡਦੇ ਆ, ਉੱਥੇ ਤਾਂ ਐਸਟ੍ਰੋਟਰਫ ਵਿਛੀਆਂ ਪਈਆਂ, ਉੱਥੇ ਤਾਂ ਮੌਜਾਂ, ਉੱਥੇ ਤਾਂ ਕਮਾਲ, ਜਾਨੀ ਡੈਡੀਕੇਸ਼ਨ ਬੜੀ ਹੈ। ਪੂਰੀ ਗੱਲ ਨਹੀਂ ਕੀਤੀ ਤੁਸੀਂ, ਮੁੱਖ ਮੰਤਰੀ ਸਾਹਿਬ ਹਾਕੀ ਖੇਡਦੇ ਆ ਤੇ ਮੁੱਖ ਮੰਤਰੀ ਬਣਨ ਦੇ ਚਾਹਵਾਨ ਫੁੱਟਬਾਲ ਖੇਡਦੇ। ਮੈਂ ਉਧਰ ਆਉਣਾ ਸੀ ਨਾ, ਇੰਨਾ ਪ੍ਰੋਗਰਾਮ ਖੇਡ ਤੇ ਖਿਡਾਰੀ ਚੱਲਣ ਡਿਆ ਇਸ ਵੇਲੇ। ਭਈ ਉਹਨਾਂ ਨੇ ਕਹਿਣਾ ਜੀ ਆਪੋਜੀਸ਼ਨ ਪਾਰਟੀ ਦਾ ਹਿਸਾਬ ਕਿਤਾਬ ਲਾਉਣੇ ਆ, ਉਹਨਾਂ ਨੇ ਕਹਿਣਾ ਲੈ ਉਹ ਤਾਂ ਫੁੱਟਬਾਲ ਖੇਡਦੇ ਨੇ ਤੇ ਗੋਲ ਕਰਦੇ ਨੇ। ਯਾਨੀ ਤੁਸੀਂ ਦੇਖੋ ਕਿ ਉਹਨਾਂ ਨੂੰ ਲੱਗੂਗਾ ਕਿ ਉੱਥੇ ਤਾਂ ਸਾਰਾ ਕੁਝ ਹੀ ਵਧੀਆ, ਖੇਡਾਂ ਦੀਆਂ ਸਹੂਲਤਾਂ ਪੂਰੀਆਂ ਨੇ, ਸਿੱਖਿਆ ਮੰਤਰੀ ਸਾਹਿਬ ਵੀ ਨਾਲ ਹਾਕੀ ਖੇਡਦੇ ਸੀ, ਖੇਡ ਮੰਤਰੀ ਵੀ ਨੇ, ਕਿ ਉੱਥੇ ਤਾਂ ਸਾਰਾ ਕੁਝ ਹੀ ਵਧੀਆ। ਤੇ ਜੇ ਉਹਨਾਂ ਨੂੰ ਇਹ ਲੱਗੂਗਾ ਤੇ ਇਹਦਾ ਮਤਲਬ ਹੈ ਕਿ ਫਿਰ ਟੈਂਕੀ ਵਾਲਾ ਬੰਦਾ ਨਹੀਂ ਨਾ ਦੀਦਾ ਜਿਹੜਾ ਟੈਂਕੀ ਤੇ ਚੜਿਆ, ਜਿਹੜੇ ਨਿੱਕੇ ਨਿੱਕੇ ਨਿਆਣੇ ਲੈ ਕੇ ਬੀਬੀਆਂ ਮੰਤਰੀਆਂ ਦੇ ਦਰਾਂ ਦੇ ਮੂਹਰੇ ਬੈਠੀਆਂ, ਫਿਰ ਉਹ ਨਹੀਂ ਲੱਭਦੀਆਂ। ਫਿਰ ਜਿਨ੍ਹਾਂ ਦੇ ਘਰ ਚੁੱਲ੍ਹੇ ਚੌਂਕੇ ਕੋਈ ਖਾਣ ਕੋਠਾ ਛੱਤਣਾ ਸੀ, ਉਹਨਾਂ ਨੂੰ ਰੇਤਾ ਦੇ ਕਰਕੇ ਨਹੀਂ ਛੱਤ ਸਕੇ, ਉਹ ਨਹੀਂ ਲੱਭਣੇ। ਇਸ ਕਰਕੇ ਮਾੜਾ ਜਿਹਾ ਲੀਡਰ ਸਾਹਿਬਾਨ ਹੁਣ ਧਿਆਨ ਦੇ ਦੇਣ, ਲੋਕਾਂ ਦੇ ਮੁੱਦਿਆਂ ਲਾਉਣ। ਇਹ ਕੀ ਆ, ਆਪਾਂ ਅਗਲੇ ਸਾਲ ਖੇਡ ਲਾਂਗੇ। ਹਾਂ ਨਹੀਂ ਇਹ ਤਾਂ ਹੈ। ਬਾਕੀ ਚਲੋ ਮੇਰੇ ਖਿਆਲ ਨਾਲ ਮੁੱਦੇ ਤੇ ਉਹਨਾਂ ਨੇ ਹੋਰ ਵੀ ਕੀਤੇ, ਕਿ ਡੀਸੀ ਰੇਟ ਕਹਿੰਦੇ ਬੜਾ ਘੱਟ ਹੈ, ਕਹਿਣ ਤੋਂ ਬਾਅਦ ਵੀ ਦਿਹਾੜੀ ਵਾਲੇ ਰੇਟ ਦੀ ਆਪਾਂ ਗੱਲ ਕਰਦੇ ਹਾਂ। ਹੁਣ ਜੇ ਮੈਂ ਗਲਤ ਨਹੀਂ ਤੇ 415 ਰੁਪਏ ਕੁਝ ਪੈਸੇ ਕਰਤਾ, ਸੋ 415 ਰੁਪਏ ਜੇ ਮਿਨੀਮਮ ਵੇਜ ਵਾਲੇ ਪਾਸੇ ਜਾਂਦੀ ਹੈ ਸਰਕਾਰ, ਤੇ ਆਪਾਂ ਨੂੰ ਹੁਣ ਆ ਕੇ ਚੇਤਾ ਆਇਆ ਦੱਸੋ? ਕਿਉਂਕਿ ਮੇਰੇ ਖਿਆਲ ਨਾਲ ਜਦੋਂ ਆਪਾਂ ਪਿਛਲੀਆਂ ਰਿਕਾਰਡ ਕਦੇ ਨੈਸ਼ਨਲ ਲੈਵਲ ਦੇ ਤੇ ਨਾ, ਉਦੋਂ ਕੀ ਆਉਂਦਾ ਹੁੰਦਾ ਲੈ ਵੀ ਜਿਹੜਾ 35 ਰੁਪਏ ਕਮਾਉਂਦਾ ਉਹ ਥੋੜਾ ਗਰੀਬੀ ਰੇਖਾ ਤੋਂ ਥੱਲੇ ਆ। ਮੈਨੂੰ ਸਮਝ ਨਹੀਂ ਆਈ ਫਿਰ ਉਹ 35 ਵਾਲਾ ਹਿਸਾਬ ਉਹਨਾਂ ਦਾ ਸਹੀ ਹੈ ਜਾਂ ਇਹਨਾਂ ਦਾ 415 ਵਾਲਾ ਸਹੀ ਹੈ? ਨਹੀਂ ਤੁਸੀਂ ਤਾਂ ਉੱਪਰ ਚਲੇ ਗਏ। ਮੈਂ ਤਾਂ ਕਹਿਣਾ ਕਿ ਪੰਜਾਬ ਦੀ ਸਰਕਾਰ ਅੱਜ ਦੇਖ ਲਵੇ 35,000 36,000 ਬੰਦੇ ਨੂੰ ਪੱਕਾ ਕਰਕੇ ਵੀ ਕਿ ਉਹਦੇ ਤੋਂ ਬਾਅਦ ਕੋਈ 5,000 ਤੇ ਤੁਹਾਡੇ ਡਿਪਾਰਟਮੈਂਟ 'ਚ ਕੰਮ ਤਾਂ ਨਹੀਂ ਕਰਦਾ। ਤੁਹਾਡੇ ਬਿਜਲੀ ਦਾ ਮੀਟਰ ਉਹਦੀ ਰੀਡਿੰਗ ਲੈਣ ਵਾਲਾ, ਉਹਨੂੰ 400 ਰੁਪਈਆ ਦਿਹਾੜੀ ਮਿਲਦੀ ਹੈ ਕਿ ਨਹੀਂ ਮਿਲਦੀ? ਉਹ ਕਿਤੇ 5 7 8,000 ਤੇ ਤਾਂ ਨਹੀਂ ਤੁਹਾਡੇ ਕੋਈ ਸਕੂਲ 'ਚ, ਕਿਸੇ ਕਾਲਜ 'ਚ, ਕਿਸੇ ਹਸਪਤਾਲ 'ਚ, ਕਿਸੇ ਹੋਰ ਸਰਕਾਰੀ ਡਿਪਾਰਟਮੈਂਟ 'ਚ, ਚਾਹੇ ਆਊਟਸੋਰਸ ਕਰਦੇ ਹੋ, ਹੈਗਾ ਤਾਂ ਤੁਹਾਡੇ ਪੰਜਾਬ ਦਾ ਬੰਦਾ, ਸਾਹ ਤਾਂ ਪੰਜਾਬ 'ਚ ਹੀ ਲੈਂਦਾ, ਨਾਗਰਿਕਤਾ ਤਾਂ ਭਾਰਤ ਦੀ ਹੈ, ਰੋਟੀ ਤਾਂ ਖਾਂਦਾ ਹੀ ਹੋਣਾ, ਭੁੱਖ ਤਾਂ ਉਹਨੂੰ ਲੱਗਦੀ ਹੋਣੀ ਹੈ, ਨਿੱਕੇ ਨਿਆਣੇ ਨੂੰ ਤਾਪ ਉਹਦੇ ਨੂੰ ਵੀ ਕਿਤੇ ਨਾ ਕਿਤੇ ਵਰੇ ਛਮਾਹੀ ਚੜਦਾ ਹੀ ਹੋਣਾ ਹੈ। ਜੇ ਤਾਂ ਤੁਸੀਂ ਇੱਕ ਪਾਸੇ ਕਹਤਾ ਕਿ ਡੀਸੀ ਰੇਟ ਵਧਾਤਾ, ਬਹੁਤ ਚੰਗਾ ਕੀਤਾ, ਮਾੜੀ ਗੱਲ ਕੋਈ ਨਹੀਂ, ਪਰ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਪਹਿਲਾਂ ਆਪਦੇ ਡਿਪਾਰਟਮੈਂਟਾਂ ਦੇ ਵਿੱਚੋਂ ਲਿਸਟਾਂ ਮੰਗਵਾ ਲਓ, ਜਿੱਦਾਂ ਰੁਜ਼ਗਾਰ ਮੇਲਿਆਂ ਦੀਆਂ ਮੰਗਾਉਂਦੇ ਹੋ ਕਿ ਭਾਈ ਆ ਦੇਖੋ ਇਸ ਫੈਕਟਰੀ ਦੇ ਵਿੱਚ ਇੰਨੇ ਬੰਦੇ ਲਾਤੇ ਆ, ਇੱਥੇ ਇੰਨੇ ਲਾਤੇ, ਇੱਥੇ ਇੰਨੇ ਲਾਤੇ, ਇੰਨੇ ਲੱਖ ਬੰਦੇ ਨੂੰ ਰੁਜ਼ਗਾਰ ਦਿੱਤਾ। ਇਦਾਂ ਦੀਆਂ ਲਿਸਟਾਂ ਇੱਧਰਲੇ ਪਾਸੇ ਬਣਾਓ ਕਿ ਤੁਹਾਡੇ ਸਰਕਾਰੀ ਡਿਪਾਰਟਮੈਂਟਾਂ ਦੀਆਂ ਫਾਈਲਾਂ ਚੱਕਣ ਵਾਲਾ ਕੋਈ ਬੰਦਾ ਡੀਸੀ ਰੇਟ ਤੋਂ ਘੱਟ ਤਾਂ ਨਹੀਂ ਕੰਮ ਕਰਦਾ। ਨਹੀਂ ਚੁੱਕਣਗੇ ਉਹ ਯਾਰ। ਹੁਣ ਉਹਨਾਂ ਦਾ ਧਿਆਨ ਦੇਖੋ, WhatsApp ਮਿੱਟੀ ਤੱਕ ਤਾਂ ਯਾਰ ਧਿਆਨ ਹੈ ਉਹਨਾਂ ਦਾ। ਕਿੱਦਾਂ ਕਿਹਾ ਚੰਨੀ ਸਾਹਿਬ ਨੇ, ਉਹ ਕਹਿੰਦੇ ਵੀ ਦੇਖੋ ਜਦੋਂ ਪਹਿਲਾਂ ਜੇ ਕਿਸੇ ਨੇ ਕੋਈ ਵਿਆਹ ਸ਼ਾਦੀ ਕਰਨਾ ਹੈ, ਉਹਨੂੰ ਹੁੰਦਾ ਹੈ ਵੀ ਚੱਲ ਯਾਰ ਹੋਰ ਕੁਛ ਨਹੀਂ ਤੇ ਮਿੱਟੀ ਚੁਕਾ ਲਈਏ ਜ਼ਮੀਨ 'ਚੋਂ ਥੋੜ੍ਹੀ ਜਿਹੀ, ਵੀ 4 ਪੈਸੇ ਆ ਜਾਣਗੇ। ਮਿੱਟੀ ਚੁੱਕੀ ਨਹੀਂ ਜਾਂਦੀ ਤੇ ਮਾਈਨਿੰਗ ਵਾਲੇ ਪਹਿਲਾਂ ਆ ਜਾਂਦੇ ਵੀ ਹਾਂ ਵੀ ਮਾਈਨਿੰਗ ਪਾਲਿਸੀ, ਤੂੰ ਤਾਂ ਚੱਕ ਹੀ ਨਹੀਂ ਸਕਦਾ ਮਿੱਟੀ, ਤੂੰ ਕਿੱਦਾਂ ਚੱਕ ਲਈ, ਅੱਧੇ ਪੈਸੇ ਉਹ ਲੈ ਜਾਂਦੇ ਸੀ। ਉਸੇ ਚੱਕਣ ਚਕਾਉਣ ਦਾ ਕਰਕੇ, ਕਿਉਂਕਿ ਮਿੱਟੀ ਤੋਂ ਇੱਟਾਂ ਬਣਨੀਆਂ, ਉਹ ਮੁੜ ਕੇ ਭੱਠਿਆਂ ਵਾਲਿਆਂ 'ਤੇ ਵੀ ਕੰਮ ਉਹੀ ਲਾਗੂ ਹੋ ਜਾਂਦਾ ਵੀ ਅਗਲਾ ਕਹਿੰਦਾ ਵੀ ਇੱਟ, ਕਹਿੰਦਾ ਵੀਰ ਜੀ ਅੱਬਲ ਦਾ ਤਾਂ ਹਰ ਇੱਟ ਲੱਗਣਾ ਹੈ, ਜੇ ਕੱਚੀ ਪੀਲੀ ਜੀ ਲੈਣੀ ਤਾਂ ਫਿਰ ਇੰਨੀ ਦੇ ਦਾਂਗੇ, ਹੈ ਨਾ, ਜੇ ਦੋਮ ਚਾਹੀਦੀ ਤਾਂ ਆਹ ਲੈ ਲਾਂਗੇ।
ਉਹ ਵੀ ਇਹ ਕਹਿੰਦੇ ਵੀ ਉਹਨਾਂ ਨੇ ਸੈੱਟ ਕਰਤਾ ਵੀ ਭਾਈ ਸਾਹਿਬ 3-3 ਫੁੱਟ ਤੱਕ ਤੁਸੀਂ ਮਿੱਟੀ ਪਟਾਓ ਜੀ, ਕੋਈ ਮਾਈਨਿੰਗ ਵਾਲਾ ਨਹੀਂ ਆਉਂਦਾ, ਕੋਈ ਪੁਲਿਸ ਦੀ ਗੱਡੀ ਨਹੀਂ ਆਉਂਦੀ, ਕੋਈ ਤੁਹਾਡੇ ਕੋਲੋਂ ਪੈਸੇ ਨਹੀਂ ਮੰਗਦਾ ਤੇ ਕੋਈ ਮਨਜ਼ੂਰੀ ਨਹੀਂ ਚਾਹੀਦੀ। ਮੈਂ ਕੁਦਰਤੀ ਸੋਚਦਾ ਸੀ ਵੀ ਯਾਰ ਆਹ ਗੱਲ ਇੰਨੀ ਕੀ ਸੀ ਨਾ, ਤੇ ਉਦੋਂ 4-4.5 ਸਾਲ ਪਹਿਲਾਂ ਕਰ ਲੈਂਦੇ, ਬੱਲੇ ਬੱਲੇ ਹੁਣ ਨੂੰ ਕਈਆਂ ਦੀ ਹੋਈ ਹੁੰਦੀ। ਉਹ ਜਾਣੇ ਜੇ ਮੰਨ ਲਓ ਜਿਹਨੇ 3 ਸਾਲ ਪਹਿਲਾਂ ਕੁੜੀ ਦਾ ਵਿਆਹ ਕਰਨਾ ਸੀ, 2 ਕਿੱਲਿਆਂ 'ਚੋਂ 3-3 ਫੁੱਟ ਮਿੱਟੀ ਪਟਾਈ ਹੁੰਦੀ, ਭੱਠੇ ਵਾਲਿਆਂ ਕੋਲ ਵੀ 4 ਪੈਸੇ ਮਿਲੇ ਹੁੰਦੇ, ਤੇ ਹੁਣ ਨੂੰ ਜਿਹੜਾ ਜਵਾਈ ਭੁਆਈ ਅਜੇ ਵੀ ਕਿਸੇ ਵੇਲੇ ਘਰੇ ਆਉਂਦਾ ਕਹਿੰਦਾ ਵੋਲਟ ਚਾਹੀਦਾ ਹੈ ਮੋਟਰਸਾਈਕਲ, ਹਾਂਡਾ ਦਿੱਤਾ ਏ, ਉਹ ਵੀ ਮਤਲਬ ਕੁੜੀ ਖੁਸ਼ ਹੁੰਦੀ ਵੀ ਚਲੋ ਘੱਟੋ ਘੱਟ ਮੱਥਾ ਤੇ ਡੰਮੇ ਇਹਨਾਂ ਦਾ। ਤੇ ਮੈਂ ਤਾਂ ਕਹਿੰਦਾ ਉਹ ਤੂੰ ਇਹ ਹਾਂਡਾ ਇੱਥੇ ਰੱਖ ਜਾ, ਅਗਲੇ ਹਫ਼ਤੇ ਬੁਲਟ ਲੈ ਜੀ, ਫਿਰ ਜਿੱਦਾਂ ਹੀ ਅਗਲੇ ਹਫ਼ਤੇ ਬੁਲਟ ਰਹਿਣਾ ਵੀ ਨਾਲ ਹੀ ਬੰਨ ਲਵੇ, ਤੇ ਤੇਰਾ ਬੁਲਟ ਚਲਾਉਣੇ ਆ, ਤੇਰੀਆਂ 4 ਕਿੱਕਾਂ ਮਾਰ ਲਈਏ। ਇਹਦੇ ਆਖਣ ਲੱਗੇ ਐਵੇਂ ਘਰ ਪਟਾਊਗਾ ਕੁੜੀ ਦਾ, ਤੁਸੀਂ ਆਪਣਾ ਕੁੜੀ ਘੁੱਗ ਵਸਦੀ, ਕੋਈ ਚੱਕਰ ਨਹੀਂ। ਆਪਾਂ ਅਗਲੀ ਗੱਲ ਕਰ, ਮੇਰੀ ਬੇਨਤੀ ਆਪਾਂ ਚੰਨੀ ਸਾਹਿਬ ਦੇ ਯਾਰ ਮੇਰੀ ਗੱਲ ਸੁਣ ਲੈ, 2.5 ਲੱਖ ਦਾ ਬੁਲਟ ਦੇਣਾ, 2.5 ਲੱਖ ਜੇ ਕੁੜੀ ਹੋਰ ਪੜਾ ਲੈਣੀ, 2 ਜਮਾਤਾਂ ਆਪੇ ਕਮਾ ਖਾ ਲੂਗੀ। ਉਹ ਮਗਰ ਤੁਰਿਆ ਫਿਰ ਜਿਹੜਾ ਬੁਲਟ ਮੰਗਦਾ ਸਾਈਕਲ ਤੇ ਆਊਗਾ, ਕਿੱਥੋਂ ਛੇੜ ਲਈ ਨਹੀਂ ਵੈਸੇ ਗੱਲ ਹੀ ਕਰ। ਅੱਛਾ ਚਲੋ ਚੰਨੀ ਸਾਹਿਬ ਦੇ ਅਸੀਂ ਭਾਈ ਸਾਹਿਬ ਲੇਟ ਭਲੂੜ ਕੇ ਵੀ ਆਪਣਾ ਭਾਰ ਲਾਇਆ, ਤੁਸੀਂ ਹੋਰ ਸਾਡੇ ਗੱਲ ਪੰਗਾ ਪਾ ਚਲੋ, ਕਿਉਂਕਿ ਇਸ ਰੌਲੇ ਚੋਂ ਕਮਾਉਣੇ ਪਤਾ ਕਿੰਨਾ, ਜਾਂ ਥਾਣੇ ਵਾਲਿਆਂ ਜਾਂ ਵਕੀਲਾਂ। ਨਹੀਂ ਹੁਣ ਰਿਸ਼ਵਤ ਨਹੀਂ ਚੱਲਦੀ ਪੰਜਾਬ ਦੇ ਵਿੱਚ। ਉਹ ਕੋਈ ਬੰਦਾ ਜਿਹੜਾ ਪੰਜਾਬ ਦੇ ਕਿਸੇ ਥਾਣੇ ਚੋਂ ਤਹਿਸੀਲ ਦੇ ਵਿੱਚੋਂ ਕੋਈ ਰਿਸ਼ਵਤ ਮੰਗਦਾ, ਮੁੰਡੇ ਵੀਡੀਓ ਬਣਾ ਕੇ ਮੈਨੂੰ ਭੇਜ ਦੇਣ, ਫਿਰ ਮੇਰਾ ਕੰਮ ਹੈ। ਚੰਨੀ ਸਾਹਿਬ ਕਹਿੰਦੇ ਆ ਨਹੀਂ, ਉਹਦੇ ਚੰਨੀ ਸਾਹਿਬ ਕਹਿੰਦੇ, ਚੰਨੀ ਸਾਹਿਬ ਦਾ ਨੰਬਰ ਕਿੰਨਾ ਪਤਾ ਕਿੱਦਾਂ? ਸਾਨੂੰ ਥੋੜੀ ਪਤਾ ਹੋਣਾ, ਤੁਹਾਨੂੰ ਤਾਂ ਪਤਾ ਹੀ ਹੋਣਾ। ਮੈਂ ਉਹੀ ਕਹਿੰਦਾ ਵੀ ਭੇਜਣੀ ਕਿੱਦਾਂ, ਉਹੀ ਤੇ ਗੱਲ ਹੈ। ਇੱਕ ਇੱਥੇ ਗੱਲ ਸੰਧਾਲੀਆ ਸਾਹਿਬ ਇਸ ਪ੍ਰੈਸ ਕਾਨਫਰੰਸ ਦੀ ਜਿਹੜੀ ਵਧੀਆ ਗੱਲ ਉਹ ਇਹ ਰਹੀ ਹੈ ਕਿ ਭਾਈ ਲੀਡਰ ਇਕੱਠੇ ਬੈਠੇ ਸੀ, ਤੇ ਲੀਡਰ ਇਕੱਠੇ ਬੈਠੇ ਰਹਿਣ, ਕਿਉਂਕਿ ਪੰਜਾਬ ਦੇ ਲੋਕਾਂ ਕੋਲ ਮਹੀਨਾ ਖੰਡ ਹੈਗਾ, ਅਜੇ ਬਹੁਤ ਕੰਮ ਕਰਨ ਵਾਲੇ ਆ। ਹੁਣ ਜਿਹੜੇ ਕੰਮ ਕਰਨ ਵਾਲੇ ਆ, ਜੇ ਤਾਂ ਉਹ ਕਰ ਜਾਣਗੇ ਤਾਂ ਬਹੁਤ ਵਧੀਆ, ਰੇਤਾ ਵਾਲਾ ਫੈਸਲਾ ਇੰਪਲੀਮੈਂਟ ਕਰ ਦੇਣ, 36,000 ਬੰਦਾ ਪੱਕਾ ਕਰ ਦੇਣ, ਸਾਰਾ ਕੁਝ ਹੋ ਜਵੇ। ਨਹੀਂ ਤਾਂ ਪਤਾ ਕੀ ਹੁੰਦਾ, ਲੋਕ ਮਿੱਟੀ ਬਹੁਤ ਪੱਟਦੇ ਹੋਏ। ਹਾਂ, ਕਿਉਂਕਿ ਗੱਲਾਂ ਇਹ ਮਿੱਟੀ ਦੀਆਂ ਬਹੁਤ ਹੋਈਆਂ ਨੇ, ਤੇ ਇਹ ਨਾ ਹੋਵੇ ਵੀ ਮਿੱਟੀ ਤੋਂ ਬਾਅਦ ਫਿਰ ਮਿੱਟੀ ਹੋ ਜਵੇ ਕੰਮ। ਨਹੀਂ, ਵੈਸੇ ਤਾਂ ਉਹਨਾਂ ਨੇ ਸ਼ਹਿਰਾਂ ਦੀਆਂ ਪਾਲਿਸੀਆਂ ਵੱਲ ਵੀ ਧਿਆਨ ਕੀਤਾ ਕਿ 30 ਸਤੰਬਰ ਤੱਕ ਜਿਹੜੀ ਉਸਾਰੀ ਵੀ ਉੱਤੇ ਥੱਲੇ ਇੱਧਰ ਉੱਧਰ ਹੋਈ ਏ, ਬਸ ਆਪਾਂ ਇੱਕ ਫੀਸ ਰੱਖ ਦੇਣੀ ਹੈ, ਕੰਪਾਊਂਡਿੰਗ ਫੀਸ ਉਹਨੂੰ ਕਹਿੰਦੇ ਆ, ਉਹਨੂੰ ਤੁਸੀਂ ਦੇ ਕੇ ਨਿਰਧਾਰਿਤ ਕਰਾ ਲਓ ਯਾਰ, ਖਹਿੜਾ ਛੱਡੋ। ਇਹ ਮੈਂ ਸੋਚਦਾ ਸੀ ਵੀ ਪ੍ਰਧਾਨ ਜੀ ਲਾਗੇ ਬੈਠੇ ਸਿੱਧੂ ਸਾਹਿਬ ਜਦੋਂ ਮੰਤਰੀ ਹੁੰਦੇ, ਉਦੋਂ ਇੱਥੋਂ ਹੀ ਤਾਂ ਰੌਲਾ ਪਿਆ, ਜਦੋਂ ਉਹ JCB ਮਸ਼ੀਨਾਂ ਤੱਕ ਵੀ ਅਗਲੇ ਬੰਦੇ ਚੜ੍ਹ ਗਏ, ਇੱਦਾਂ ਕਿੱਦਾਂ ਯਾਰ, ਫਿਰ ਸਾਡੇ ਏਰੀਏ 'ਚ ਆ ਕੇ ਬੰਦਾ ਕਲੋਨੀਆਂ ਢਾਉਂਦਾ ਜੀ। ਤੁਸੀਂ ਜਦੋਂ ਪ੍ਰੈਸ ਕਾਨਫਰੰਸ ਦੇਖੀ, ਮੈਨੂੰ ਨਹੀਂ ਪਤਾ ਵਿੱਤ ਮੰਤਰੀ ਸਾਹਿਬ ਮਨਪ੍ਰੀਤ ਸਿੰਘ ਬਾਦਲ ਹੋਰੀ ਬੈਠੇ ਸੀ ਕਿ ਨਹੀਂ ਬੈਠੇ ਸੀ, ਮੈਨੂੰ ਨਜ਼ਰ ਨਹੀਂ ਆਇਆ। ਹਾਂ, ਕਿਉਂਕਿ ਜੇ ਉਹ ਬੈਠੇ ਹੁੰਦੇ ਮਿੱਟੀ ਦੀ ਗੱਲ ਕਰਨੀ, ਉਹਨੇ ਕਹਿਣਾ ਯਾਰ ਉਹ ਖਟਕੜ ਕਲਾਂ ਦੀ ਧਰਤੀ ਦੀ ਮਿੱਟੀ ਹੱਥ 'ਚ ਫੜ ਕੇ ਸੌਂ ਕਰਦੀ, ਇਹ ਮਿੱਟੀ ਦੀਆਂ ਗੱਲਾਂ ਕਰੀ ਜਾਂਦੇ ਆ। ਵੈਸੇ ਗੱਲ ਹੀ ਕਰਦੇ ਆ। ਨਹੀਂ ਉਹ ਉੱਥੇ ਬਹਿ ਨਹੀਂ ਸਕਦੇ ਨਾ, ਕਿਉਂਕਿ ਜਿਸ ਹਿਸਾਬ ਨਾਲ ਇਹ ਖਜ਼ਾਨੇ ਦੇ ਵਿੱਚ ਆ ਵੀ ਦਿੱਤਾ, ਆਹ ਟੈਕਸ ਛੱਡਿਆ, ਇੱਥੇ ਮਨਜ਼ੂਰੀ ਦੀ ਲੋੜ ਨਹੀਂ, ਇੰਨਾ ਫ੍ਰੀ, ਇੰਨਾ ਰੇਟ ਵੱਧ ਗਿਆ, ਹੋ ਸਕਦਾ ਉਦੋਂ ਨੇ ਕਿਹਾ ਵੀ ਇੱਕ ਛੋਟੀ ਗੋਲੀ ਨਾ BP ਦੀ ਹੋਣੀ ਆ, ਮੈਨੂੰ ਲਿਆ ਦਿਓ। ਨਹੀਂ ਤੇ ਜੇ ਕੋਈ ਪੁੱਛ ਲੈਂਦਾ ਕਿੱਥੇ ਨੇ, ਉਹ ਕਹਿੰਦੇ ਉਹ ਜੀਪ ਦੀ ਸਰਵਿਸ ਕਰਾਉਣ ਗਏ ਆ। ਚਲੋ ਆਪਾਂ ਹੁਣ ਭਗਵੰਤ ਮਾਨ ਹੋਰਾਂ ਲਾਉਣੇ ਆ, ਭਗਵੰਤ ਮਾਨ ਸਾਹਿਬ ਲਾਉਣਾ ਚਾਹੀਦਾ, ਕਿਉਂਕਿ ਉਹ ਅੱਜ ਕੱਲ੍ਹ ਕਈਆਂ ਲਾਏ ਨੇ ਜੀ। ਆਓ ਫਿਰ। ਨਹੀਂ, ਮੈਨੂੰ ਇਹ ਸੀ ਵੀ ਜੇ ਤੁਸੀਂ ਆਉਣ ਲੱਗੇ ਤੁਸੀਂ ਆ ਜਾਓ। ਨਹੀਂ, ਉਹ ਬੰਦਾ ਇੰਨੇ ਪਾਸੇ ਆਇਆ, ਮੈਂ ਤਾਂ ਕਿਹਾ ਵੀ ਤੁਸੀਂ ਪਹਿਲਾਂ ਆਓ, ਫਿਰ ਉਹਨਾਂ ਦੇ ਹੱਕ 'ਚ ਕੌਣ ਆਇਆ ਉਹਦੀ ਗੱਲ ਵੀ ਕਰਾਂਗੇ। ਦੇਖੋ, ਅੱਜ ਤੱਕ ਭਗਵੰਤ ਮਾਨ ਹੋਰੀ ਅਰਵਿੰਦ ਕੇਜਰੀਵਾਲ ਤੋਂ ਬਿਨਾਂ ਪੰਜਾਬ 'ਚ ਸਰਗਰਮ ਨਹੀਂ ਸੀ ਹੁੰਦੇ, ਘਰੇ ਹੁੰਦੇ ਸੀ, ਜਨਮ ਦਿਨ ਮਨਾਉਂਦੇ ਸੀ, ਗੁਰੂ ਸਾਹਿਬ ਦਾ ਵੀ ਜਿਹੜਾ ਓਟ ਆਸਰਾ ਲੈਂਦੇ ਸੀ, ਸਾਰੇ ਕੁਝ ਕਰਦੇ ਸੀ, ਫੋਟੋਆਂ ਪਾਉਂਦੇ ਸੀ, ਕਹਿੰਦੇ ਸੀ ਨਾਲ ਖੜੇ ਆ। ਪਰ ਬਿਨਾਂ ਅਰਵਿੰਦ ਕੇਜਰੀਵਾਲ ਤੋਂ ਕਿਸੇ ਵੀ ਲੀਡਰ ਨੂੰ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਸੀ ਕਰਦੇ, ਕਿਸੇ ਰੈਲੀ ਨੂੰ ਸੰਬੋਧਨ ਨਹੀਂ ਸੀ ਕਰਦੇ। ਮੁੱਖ ਮੰਤਰੀ ਦਾ ਘਰ ਘੇਰਿਆ ਗਿਆ, ਲਖੀਮਪੁਰ ਖੀਰੀ ਵਾਲਾ ਵਫਦ ਗਿਆ, ਭਗਵੰਤ ਮਾਨ ਸਾਹਿਬ ਨਹੀਂ ਗਏ। ਉਹ ਕਹਿੰਦੇ ਇੱਕ ਪਾਸਾ ਕਰੋ ਪਹਿਲਾਂ, ਫਿਰ ਜਾਵਾਂਗੇ। ਪਰ ਹੁਣ ਰਮਨ ਬਹਿਲ ਨਾਂ ਦਾ ਕਾਂਗਰਸੀ ਲੀਡਰ ਗੁਰਦਾਸਪੁਰ ਪਠਾਨਕੋਟ ਵਾਲੇ ਇਲਾਕੇ 'ਚ ਸਰਗਰਮੀ, 2 ਵਾਰੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ, ਪਿਤਾ ਜੀ ਉਹਨਾਂ ਦੇ 3 ਵਾਰ ਦੇ ਮੰਤਰੀ, 4 ਵਾਰ ਦੇ MLA, ਇਹ ਖੁਦ ਜਨਰਲ ਸਕੱਤਰ ਰਹਿ ਚੁੱਕੇ ਪੰਜਾਬ ਕਾਂਗਰਸ ਦੇ। ਉਹਨਾਂ ਨੇ ਅਸਤੀਫਾ ਦਿੱਤਾ, ਕਹਿੰਦੇ ਆਮ ਆਦਮੀ ਪਾਰਟੀ ਖਰੀ ਹੈ, ਬਾਕੀ ਖੋਟੇ ਨੇ। ਤੇ ਉਧਰਲੇ ਪਾਸੇ ਰਾਘਵ ਚੱਡਾ ਆਏ, ਇਧਰਲੇ ਪਾਸੇ ਭਗਵੰਤ ਮਾਨ ਸਾਹਿਬ ਗਏ ਤੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਾਇਆ। ਤੇ ਉਹਦੇ ਤੋਂ ਬਾਅਦ ਮਿੰਟ ਤਾਂ 15-16 ਹੀ ਲਾਏ, ਪਰ ਲੋਕਾਂ ਨੂੰ ਐਂ ਲੱਗਦਾ ਸੀ, ਕਹਿੰਦੇ ਵੀ ਆਹ ਭਾਸ਼ਣ ਸੁਣ ਕੇ ਸਵਾਦ ਆ ਗਿਆ ਵੀ, ਕਿਉਂਕਿ ਉਹਨਾਂ ਨੇ ਜਿਉਂ ਖਜ਼ਾਨਾ ਖਾਲੀ ਕਿਉਂ ਆ, ਜੇ ਲੋਕ ਟੈਕਸ ਦਿੰਦੇ ਆ, ਕੰਮ ਕਿਉਂ ਨਹੀਂ ਹੁੰਦਾ, ਕੋਈ ਕਾਲਜ ਖੁੱਲਾ ਸਰਕਾਰੀ, ਕੋਈ ਹਸਪਤਾਲ ਖੁੱਲਾ ਸਰਕਾਰੀ, ਕੋਈ ਬੰਦਾ ਭਰਤੀ ਕੀਤਾ, ਪੈਸੇ ਜਾਂਦੇ ਕਿੱਥੇ ਆ, ਕਹਿੰਦੇ ਦੱਸੋ। ਦਿੱਲੀ ਵਾਲੇ ਮਾਡਲ ਦੀਆਂ ਵੀ ਸਿਫਤਾਂ ਕਰਕੇ, ਪਰ ਜਿਹੜੇ ਢੰਗ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਨੇ ਹੁਣ ਸਰਗਰਮੀ ਸ਼ੁਰੂ ਕੀਤੀ ਹੈ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ, ਬਹੁਤੇ ਲੋਕਾਂ ਨੂੰ ਲੱਗਦਾ ਕਿ ਭਾਈ ਹਰੀ ਝੰਡੀ ਮਿਲ ਗਈ ਲੱਗਦੀ ਹੈ। ਨਹੀਂ ਮਿਲ ਗਈ ਆ। ਦੇਖੋ ਕਿੱਥੇ ਚਾਣਕਿਆ ਨੀਤੀ ਤੱਕ ਲੋਕਾਂ ਨੂੰ ਸਮਝਾਈ ਉਹਨਾਂ ਨੇ, ਕਹਿੰਦੇ ਵੀ ਜਿਹੜੇ ਦੇਸ਼ ਦਾ ਰਾਜਾ ਵਪਾਰੀ, ਉਸ ਦੇਸ਼ ਦੀ ਜਨਤਾ ਭਿਖਾਰੀ। ਕਹਿੰਦੇ ਮੈਂ ਨਹੀਂ ਕਹਿੰਦਾ, ਚਾਣਕਿਆ ਕਹਿੰਦਾ। ਫਿਰ ਕਹਿੰਦੇ ਸਿਕੰਦਰ ਦੀ ਵਸੀਅਤ ਤੱਕ ਉਹਨਾਂ ਨੇ ਸੁਣਾਈ ਵੀ ਸਿਕੰਦਰ ਨੇ ਕਿਹਾ ਸੀ ਭਾਈ ਸਾਹਿਬ ਵੀ ਆਹ 3 ਚੀਜ਼ਾਂ ਜ਼ਰੂਰ ਕਰਕੇ ਜਾਇਓ, ਵੀ ਮੇਰਾ ਜਨਾਜ਼ਾ 4 ਵੱਡੇ ਵੈਦ ਲੈ ਕੇ ਜਾਣ, ਡਾਕਟਰ ਹੈ ਨਾ, ਡਾਕਟਰ ਟਾਈਪ,
ਤਾਂ ਜੋ ਉਹ ਲੋਕ ਦੇਖਣ ਵੀ ਯਾਰ ਇੰਨੀ ਸ਼ਫਾ ਹੋਣ ਦੇ ਬਾਵਜੂਦ ਵੀ ਇਸ ਬੰਦੇ ਨੂੰ ਬਚਾ ਨਹੀਂ ਸਕੇ। ਸ਼ਫਾ ਸਮਝਾਇਓ ਕੀ? ਸ਼ਫਾ ਮਤਲਬ ਜਿਨ੍ਹਾਂ ਦੇ ਕੋਲ ਹੱਥ ਦੇ ਵਿੱਚ ਸ਼ਫਾ ਹੁੰਦੀ, ਫਲਾਣੇ ਦੇ ਕੋਲ ਬੜੀ ਸ਼ਫਾ ਹੈ, ਦਵਾ ਦਾਰੂ ਦਾ ਲੱਗਦਾ ਆ। ਤੇ ਇੱਕ ਜਿਹੜਾ ਬੰਦਾ ਕਹਿੰਦੇ ਜੀ ਵੀ ਇਹ ਹੱਥ ਮੇਰੇ ਐ ਰੱਖਿਓ, ਪਤਾ ਲੱਗੇ ਵੀ ਸਿਕੰਦਰ ਨਾਲ ਨਹੀਂ ਜੀ ਲੈ ਗਿਆ ਕੁਝ ਵੀ। ਪਰ ਜਿਹੜੀ ਐਂਡ ਵਾਲੀ ਗੱਲ ਸੀ ਉਹ ਵਧੀਆ ਲੱਗੀ ਮੈਨੂੰ। ਕਹਿੰਦੇ ਯਾਰ ਇਹਨਾਂ ਸ਼ਾਇਦ ਉੱਪਰੋਂ ਗੱਲ ਕਰ ਲਈ ਵੀ ਨਹੀਂ ਵੇ ਬਾਕੀ ਸਿਕੰਦਰ ਵਾਲੇ ਭਾਵੇਂ ਉੱਤੇ ਆਏ ਸੀ ਕਿ ਨਹੀਂ ਆਏ, ਤੁਹਾਡੇ ਵਾਲੇ ਆ ਜਾਣੇ, ਤੁਸੀਂ ਕਰ ਲਓ। ਮੈਨੂੰ ਇਹ ਸਮਝ ਰਿਹਾ ਜਦੋਂ ਉਹਨਾਂ ਨੇ ਕਿਹਾ ਨਾ ਕਿ ਸਿਕੰਦਰ ਨੇ ਕਿਹਾ ਮੇਰੇ ਹੱਥ ਐ ਰੱਖਿਓ, ਮੈਂ ਸੋਚਦਾ ਉਹਲੇ ਆਲੇ ਦੁਆਲੇ ਆਂਢੀ ਗੁਆਂਢੀ ਸੱਜਣ ਮਿੱਤਰ ਰਿਸ਼ਤੇਦਾਰ ਚੰਗੇ ਹੋਣੇ ਆ। ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਜੀ ਉਹ ਕਹਿ ਕੇ ਗਏ ਰੱਖੋ, ਉਹ ਤੁਹਾਨੂੰ ਬਹੁਤ ਪਤਾ ਹੈ ਰੱਖਿਓ, ਹੱਥ ਵਿੱਚ ਕਰੋ, ਥੱਲੇ ਨੂੰ ਕਰੋ। ਕਈ ਸਿਆਣੇ ਉਹਲੇ ਉੱਠ ਪੈਂਦੇ ਹੁੰਦੇ ਨਾ 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 ਕਪੜਾ ਥੋੜਾ ਜਿਹਾ ਉੱਪਰ ਕਰੋ, ਥੋੜਾ ਜਿਹਾ, ਬੰਦਾ ਤੋੜ ਗਿਆ ਹੀ। ਆਹੋ ਨਹੀਂ ਇਹ ਤਾਂ ਗੱਲ ਹੈ। ਮਤਲਬ ਸਿਕੰਦਰ ਦੀ ਚਿਤਾ ਤੇ ਪਤਾ ਨਹੀਂ ਦੱਬਿਆ ਸੀ ਜਾਂ ਕੀ ਕੀਤਾ, ਜਦੋਂ ਆਪਾਂ ਉਹਦੇ ਚ ਪੈਂਦੇ ਨਹੀਂ, ਉੱਥੇ ਕਿਸੇ ਨੇ ਕਿਹਾ ਹੀ ਨਹੀਂ ਹੋਊਗਾ ਉਹ ਲੱਕੜ ਛਾਤੀ ਤੇ ਰੱਖੋ, ਛਾਤੀ ਤੇ ਲੱਕੜ ਹੈ। ਸਿਕੰਦਰ ਹੈ ਉਹਨੇ ਗੱਲ ਹੈ, ਸਿਕੰਦਰ ਸਾਹਿਬ ਤੇ ਭਾਰ ਪਾਵਾਂਗੇ ਹੁਣ, ਹਨਾ। ਵੈਸੇ ਗੱਲ ਹੀ ਹੈ। ਸੰਧਾਲੀਆ ਸਾਹਿਬ ਭਗਵੰਤ ਮਾਨ ਹੋਰਾਂ ਨੇ ਉੱਥੇ 2-3 ਗੱਲਾਂ ਆਖੀਆਂ। ਹੁਣ ਰੌਲਾ ਇਹ ਹੈ ਕਿ ਕੋਈ ਬੰਦਾ ਇਦਾਂ ਵੀ ਆਖੂਗਾ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ, ਤੁਸੀਂ ਖਾਸ ਦੀ ਕਰਦੇ, ਤੁਸੀਂ ਅਕਾਲੀਆਂ ਦੀ ਕਰਦੇ। ਰੌਲਾ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੇ ਜਿੱਤਣਾ ਕਿ ਹਾਰਨਾ। ਰੌਲਾ ਇਹ ਹੈ ਕਿ 2014 ਤੇ 2017, 14 ਦੀ ਲੋਕ ਸਭਾ ਚੋਣ ਤੇ 17 ਦੀ ਵਿਧਾਨ ਸਭਾ ਚੋਣ, ਇਹਨਾਂ ਦੋਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਗੱਲ ਨਜ਼ਰ ਆਈ ਸੀ ਕਿ ਭਾਈ ਪਿਛਲੀਆਂ ਚੋਣਾਂ ਦੇ ਨਾਲੋਂ ਇਹ ਫਰਕ ਸੀ ਕਿਉਂਕਿ ਆਮ ਆਦਮੀ ਪਾਰਟੀ ਸੀ ਜਿੱਤਦੀ ਹੈ ਹਰਦੀ, ਉਹ ਮੁੱਦੇ ਚੁੱਕਦੇ ਸੀ। ਬਾਕੀ ਪਾਰਟੀਆਂ ਨੂੰ ਉਹ ਵਾਅਦੇ ਇਲੈਕਸ਼ਨ ਮੈਨੀਫੈਸਟੋ 'ਚ ਕਰਨੇ ਪੈਂਦੇ ਸੀ। ਜੇ ਵੀਆਈਪੀ ਕਲਚਰ ਦਾ ਅੱਜ ਤੱਕ ਕਦੇ ਜ਼ਿਕਰ ਨਹੀਂ ਹੋਇਆ ਸੀ, ਲਾਲ ਬੱਤੀ ਕਲਚਰ ਦਾ ਅੱਜ ਤੱਕ ਕਦੇ ਜ਼ਿਕਰ ਨਹੀਂ ਸੀ ਹੋਇਆ, ਸੁਰੱਖਿਆ ਕਰਮਚਾਰੀ ਅਸੀਂ ਘੱਟ ਲਵਾਂਗੇ ਕਦੇ ਜ਼ਿਕਰ ਨਹੀਂ ਸੀ ਹੋਇਆ। ਮੇਰੇ ਨਹੀਂ ਯਾਦ ਦੇ ਵਿੱਚ, ਤੁਹਾਡੇ ਹੋਵੇ ਤਾਂ ਦੱਸ ਦਿਓ ਕਿ ਭਗਵੰਤ ਮਾਨ ਹੋਣਾ ਤੋਂ ਪਹਿਲਾਂ ਕਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਲੋਕਾਂ ਨੂੰ ਜਨਤਕ ਤੌਰ ਤੇ ਦੱਸਿਆ ਹੋਵੇ ਕਿ ਮੈਨੂੰ ਇੰਨਾ ਫੰਡ ਮਿਲਦਾ, ਇੰਨਾ ਮੈਂ ਵੰਡਿਆ, ਇਹਨਾਂ ਪਿੰਡਾਂ 'ਚ ਵੰਡਿਆ, ਤੇ ਇੱਥੋਂ ਜਾ ਕੇ ਪਤਾ ਕਰ ਲਓ, ਜੇ ਨਹੀਂ ਲੱਗਾ ਤਾਂ ਮੈਨੂੰ ਕੰਪਲੇਂਟ ਕਰੋ। ਹੋ ਸਕਦਾ ਕੋਈ ਬੰਦਾ ਹੋਵੇ। ਇਹ ਪਿਰਤ ਪਈ ਤੇ ਉਹਦੇ ਤੋਂ ਬਾਅਦ ਬਾਕੀ ਲੀਡਰਾਂ ਨੂੰ ਵੀ ਕਰਨਾ ਪਿਆ। ਬਾਕੀ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਵੀ ਕਹਿਣਾ ਸ਼ੁਰੂ ਕਰਤਾ, ਮੇਰੀਆਂ ਜੀ ਇੰਨੀਆਂ ਹਾਜ਼ਰੀਆਂ, ਇੰਨੇ ਮੈਂ ਸਵਾਲ ਪੁੱਛੇ, ਇੰਨੀਆਂ ਮੈਂ ਬਹਿਸ 'ਚ ਹਿੱਸਾ ਲਿਆ, ਇੰਨੀ ਮੈਨੂੰ ਗ੍ਰਾਂਟ ਮਿਲੀ ਸੀ, ਇੰਨੀ ਮੈਂ ਵੰਡ ਦਿੱਤੀ, ਇੰਨੀ ਲੈਪਸ ਹੋਈ ਆ। ਬਸ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਜਿੱਤੇ ਹਾਰੇ ਕੋਈ ਆਵੇ ਸਾਨੂੰ ਕੋਈ ਲੈਣਾ ਦੇਣਾ ਨਹੀਂ। ਪਰ ਘੱਟੋ ਘੱਟ ਜਦੋਂ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਵਾਲਾ ਮਾਡਲ ਦੱਸਦੀ ਹੈ, 32 ਕੀਤੀ ਜੀ, ਅਸੀਂ ਉੱਥੇ ਮਹੱਲਾ ਕਲੀਨਿਕ ਬਣਾਏ ਜੀ, ਲੋਕਾਂ ਨੂੰ ਉੱਥੇ ਇਲਾਜ ਮਿਲਦਾ ਜੀ, ਜਿਹਨੂੰ ਆਪਰੇਸ਼ਨ ਦੀ ਡੇਟ ਨਹੀਂ ਮਿਲਦੀ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਕਰਾ ਦਿੰਦੇ ਆ ਜੀ। ਉਹ ਕਹਿੰਦੇ ਆ ਨਾ, ਜਦੋਂ ਕਹਿੰਦੇ ਆ ਤਾਂ ਫਿਰ ਪੰਜਾਬ ਦੇ ਜਿਹੜੇ ਬਾਕੀ ਪੋਲੀਟੀਸ਼ੀਅਨ ਨੇ, ਜਿਹੜੇ ਰਾਜਨੀਤਿਕ ਲੀਡਰ ਹੈ, ਉਹਨਾਂ ਦੇ ਉੱਤੇ ਦਬਾਅ ਪੈਂਦਾ ਕਿ ਭਾਈ ਇਸ ਗੱਲ ਦਾ ਜਵਾਬ ਕੱਢਣਾ ਪੈਣਾ, ਇਹਨੂੰ ਮੈਨੀਫੈਸਟੋ 'ਚ ਲਿਖੋ, ਇਹਨੂੰ ਆਪਣੇ ਭਾਸ਼ਣਾਂ ਦਾ ਆਧਾਰ ਬਣਾਓ। ਇਸ ਕਰਕੇ ਲੋਕਤੰਤਰ ਦਬਾਓ ਸਮੂਹ ਦੇ ਸਿਰ ਤੇ ਚੱਲਦਾ ਤੇ ਰਾਜਨੀਤਿਕ ਦਬਾਅ ਸਮੂਹ ਦੇ ਤੌਰ ਤੇ ਆਮ ਆਦਮੀ ਪਾਰਟੀ ਠੀਕ ਹੈ। ਨਹੀਂ ਪੂਰੀ ਠੀਕ ਆ। ਦੇਖੋ ਪਿੱਛੇ ਚਰਚਾ ਇਹ ਵੀ ਚੱਲਦੀ ਸੀ ਨਾ ਵੀ ਯਾਰ ਇਹਨਾਂ ਭਗਵੰਤ ਮਾਨ ਰੋਜ਼ ਹੀ ਕੋਈ ਨਾ ਕੋਈ ਵੀਡੀਓ ਪਾਉਂਦਾ ਪਾਰਲੀਮੈਂਟ 'ਚੋਂ, ਉਹਨੂੰ ਥੱਲੇ ਉਹਦੀ ਚਰਚਾ, ਕਿਉਂਕਿ ਚਰਚਾ ਤਾਂ ਲੋਕ ਹੀ ਕਰਦੇ ਨਾ ਪਲੇਟਫਾਰਮ ਤੇ। ਉੱਥੇ ਮੈਨੂੰ ਇੱਕ ਗੱਲ ਬੜੀ ਵਧੀਆ ਲੱਗੀ, ਇੱਕ ਬੰਦੇ ਦੀ ਉਹਨੇ ਟਿੱਪਣੀ ਵਾਵਾ ਲੰਮੀ ਚੌੜੀ ਕੀਤੀ, ਕਹਿੰਦੇ ਵੀ ਚਲੋ ਮੰਨ ਲਿਆ ਵੀ ਭਗਵੰਤ ਮਾਨ ਵੀਡੀਓ ਪਾਉਂਦਾ, ਉਹਨੂੰ ਆਪਣੀ ਪਬਲਿਸਿਟੀ ਦੀ ਲੋੜ ਆ, ਉਹ ਮੁੱਖ ਮੰਤਰੀ ਬਣਨਾ ਚਾਹੁੰਦਾ, ABC ਜੋ ਮਰਜ਼ੀ ਕਹਿ ਲਓ। ਉਹ ਕਹਿੰਦੇ ਵੀ ਯਾਰ 13 ਦੇ ਵਿੱਚੋਂ ਇੱਕ ਹੈ ਨਾ, ਉਹ ਬਾਕੀ ਦੇ 12 ਕਿਉਂ ਨਹੀਂ ਪਾਉਂਦੇ? ਇਹਦਾ ਮਤਲਬ ਜਾਂ ਤਾਂ ਬੋਲਦੇ ਨਹੀਂ ਜਾਂ ਉਹ ਪੁੱਛਦੇ ਨਹੀਂ, ਜਾਂ ਉਹ ਵੀ ਪਾ ਲੈਣ। ਉੱਥੇ ਤਾਂ ਹੈ ਨਹੀਂ ਵੀ ਪਾਰਲੀਮੈਂਟ ਦੇ ਇਕੱਲਾ ਉਹਨੇ ਕਿ ਆਪਣਾ ਉੱਥੋਂ ਵੀ ਮਤਲਬ ਉਹ ਗੋਲਡੀ ਫੋਟੋ ਸਟੂਡੀਓ ਵਾਲਾ ਬੰਦਾ ਨਾਲ ਖੜਾ ਵੀ ਤੂੰ ਵੀਰ ਉੱਥੋਂ ਮੇਰੀ ਇਕੱਲੇ ਤੇ ਕੈਮਰਾ ਰੱਖਣਾ, ਹੋਰ ਕਿਸੇ ਤੇ ਨਹੀਂ ਵੱਜਣਾ ਚਾਹੀਦਾ। ਇਹਦਾ ਮਤਲਬ ਕੈਮਰੇ ਅੰਦਰ ਚੱਲਦੇ ਆ, ਸਵਾਲ ਹਰੇਕ ਦਾ ਪੁੱਛਿਆ ਜਾਂਦਾ, ਵੀਡੀਓ ਬਣਦੀ, ਤੁਸੀਂ ਵੀ ਬਣਾ ਕੇ ਪਾ ਦਿਓ। ਜੇ ਹੋਰ ਕਿਸੇ ਦੀ ਨਹੀਂ ਬਣਦੀ, ਕੋਈ ਨਹੀਂ ਉੱਥੇ ਪੁੱਛਦਾ ਤਾਂ ਹੀ ਨਹੀਂ ਪੈਂਦੀ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਸਵਾਲ ਅੰਦਰ ਪੁੱਛਣ ਵਾਲਾ ਕੰਮ ਅਗਲਾ ਬੰਦਾ ਉਹ ਵੀ ਦੱਸਦਾ। ਫਿਰ ਜਿਹੜਾ ਕਦੀ ਕਿਸੇ ਦੀ ਖੁਰਲੀ ਤੇ ਚੜ੍ਹ ਕੇ, ਕਦੀ ਕਿਸੇ ਦੇ ਟਰੈਕਟਰ ਤੇ ਚੜ੍ਹ ਕੇ, ਕਦੀ ਕਿਸੇ ਦੇ ਸਕੂਟਰ ਤੇ ਚੜ੍ਹ ਕੇ ਲੋਕਾਂ ਨੂੰ ਕਿਹਾ ਵੀ ਸਵਾਲ ਪੁੱਛਿਓ, ਸੱਥ 'ਚ ਖੜ ਕੇ ਕਿਹਾ ਵੀ ਸਵਾਲ ਪੁੱਛਿਓ। ਸ਼ਾਇਦ ਉਹ ਵੀ ਇੱਕ ਆਦਤ ਸੀਗੀ ਜਿਹੜੀ ਹੌਲੀ ਹੌਲੀ ਪੰਜਾਬ ਦੇ ਲੋਕਾਂ ਨੂੰ ਪੈ ਗਈ ਵੀ ਯਾਰ ਗੱਲ ਤਾਂ ਸਹੀ ਹੈ, ਜੇ ਭਗਵੰਤ ਮਾਨ ਦਾ ਵੀ ਸਵਾਲ ਪੁੱਛੋ, ਅਸੀਂ ਉਹਨੂੰ ਪੁੱਛਦੇ ਤਾਂ ਅਸੀਂ ਦੂਜਿਆਂ ਨੂੰ ਪੁੱਛਾਂਗੇ। ਨਹੀਂ, ਉਹ ਤਾਂ ਬਹੁਤ ਜ਼ਰੂਰੀ ਹੈ। ਮੈਂ ਕਹਿੰਦਾ ਪੰਜਾਬ ਵਿਧਾਨ ਸਭਾ ਦੀ ਚੋਣ ਆ ਗਈ ਹੈ, ਪੰਜਾਬ ਦੇ ਸਾਰੇ 117 MLA, ਚਾਹੇ ਕਿਸੇ ਦੀ ਮੈਂਬਰਸ਼ਿਪ ਖਾਰਜ ਵੀ ਹੋ ਗਈ ਹੈ, ਉਹ ਆਪਣਾ ਰਿਪੋਰਟ ਕਾਰਡ ਵਾਈਟ ਪੇਪਰ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਜਾਰੀ ਕਰ ਦੇਣ ਜੀ। ਮੈਂ ਪੌਣੇ 5 ਸਾਲਾਂ 'ਚ ਇੰਨੇ ਦਿਨ ਵਿਧਾਨ ਸਭਾ ਲੱਗੀ, ਇੰਨੇ ਦਿਨ ਗਿਆ, ਇੰਨੇ ਸਵਾਲ ਪੁੱਛੇ, ਇੰਨੀਆਂ ਬਹਿਸਾਂ 'ਚ ਹਿੱਸਾ ਲਿਆ, ਐਸ ਪਿੰਡ ਦੇ ਵਿੱਚ ਮੈਂ ਆਹ ਕੰਮ ਕੀਤਾ। ਨਾਲੇ ਵੀ ਲਿਖ ਦੇਣ ਕਿ ਅਸੀਂ ਵਿਰੋਧੀ ਧਿਰ ਦੇ ਹਾਂ, ਸਾਨੂੰ ਬਹੁਤਾ ਮੌਕਾ ਨਹੀਂ ਦਿੱਤਾ। ਕੋਈ ਗੱਲ ਨਹੀਂ, ਸੱਤਾਧਾਰੀ ਧਿਰ ਵਾਲੇ ਕਹਿਣ ਜੇ ਸੱਤਾਧਾਰੀ ਧਿਰ ਵਾਲੇ ਸੀ ਅਸੀਂ ਆਹ ਕੁਛ ਕੀਤਾ। MP ਵੀ ਕਹਿ ਦੇਣ, ਕਿਉਂਕਿ MPs ਨੇ ਵੀ ਪ੍ਰਚਾਰ ਕਰਨ ਜਾਣਾ ਕਿ ਅਸੀਂ ਇੰਨਾ ਕੰਮ ਕੀਤਾ, ਇੰਨੇ ਫੰਡ ਵੰਡੇ, ਆਹ ਸਾਲ 'ਚ ਸਾਨੂੰ ਕੋਵਿਡ ਦੇ ਕਰਕੇ ਫੰਡ ਮਿਲਿਆ ਨਹੀਂ। ਘੱਟੋ ਘੱਟ ਲੋਕਾਂ ਨੂੰ ਹਿਸਾਬ ਕਿਤਾਬ ਲਾਉਣਾ ਸੌਖਾ ਹੋ ਜਾਊਗਾ। ਇੱਕ ਭਗਵੰਤ ਮਾਨ ਦੀ ਗੱਲ, ਬੜੇ ਲੋਕਾਂ ਨੇ ਕਹਿਣਾ ਕਿ ਫੰਡ ਦੱਸੋ ਜੀ, ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰੀ ਮਿਲੇ ਸੀ, ਸਵਾਲ ਪੁੱਛੋ ਤੁਸੀਂ, ਅਸੀਂ ਵੀ ਗੱਲ ਕਰਾਂਗੇ, ਕੋਈ ਗੱਲ ਨਹੀਂ। ਬਹੁਤ ਸਾਰੇ ਲੋਕਾਂ ਨੇ ਕਹਿਣਾ ਕੀ ਪਤਾ ਜੀ ਕਿੱਥੇ ਰੱਖ ਲੈਂਦੇ ਹੁੰਦੇ। ਭਗਵੰਤ ਮਾਨ ਹੋਰੀ ਕਹਿੰਦੇ ਮੈਂ 2012 ਦੇ ਵਿੱਚ ਮਨਪ੍ਰੀਤ ਦੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ, ਮੈਂ ਸੁਪਰਸਟਾਰ ਸੀ,
ਪੈਸੇ ਕਮਾਉਂਦਾ ਹੀ ਠੋਕ ਕੇ। ਮੈਂ ਕਹਿੰਦੇ ਜਿੰਨੀ ਪ੍ਰਾਪਰਟੀ ਐਫੀਡੈਵਿਟ ਦੇ ਰੂਪ ਦੇ ਵਿੱਚ ਦੱਸੀ, ਹਰ ਗਿਆ ਇਲੈਕਸ਼ਨ 2014 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਦੀ ਚੋਣ ਲੜੀ ਤਾਂ 2 ਸਾਲਾਂ 'ਚ ਮੇਰੀ ਪ੍ਰਾਪਰਟੀ ਘਟ ਗਈ ਸੀ। ਉਹ ਕਹਿੰਦੇ 12 ਤੋਂ 14 'ਚ, ਕਿਉਂਕਿ ਮੈਂ ਕੰਮ ਛੱਡਤਾ ਸੀ ਤੇ ਹਰ ਗਿਆ ਸੀ। ਫਿਰ ਕਹਿੰਦੇ 14 ਵਾਲੇ ਐਮਪੀ ਬਣ ਗਿਆ। 3 ਸਾਲਾਂ ਬਾਅਦ 2017 ਦੇ ਵਿੱਚ ਮੈਂ ਜਲਾਲਾਬਾਦ ਤੋਂ ਵਿਧਾਨ ਸਭਾ ਦੀ ਚੋਣ ਲੜੀ, 3 ਸਾਲ ਦਾ ਐਮਪੀ, ਕਹਿੰਦੇ ਮੇਰੀ ਪ੍ਰਾਪਰਟੀ ਫੇਰ ਘਟ ਗਈ। 17 ਤੋਂ ਬਾਅਦ ਉਹ ਕਹਿੰਦੇ ਜੀ 19 ਦੇ ਵਿੱਚ ਮੈਨੂੰ 5 ਸਾਲ ਹੋ ਗਏ ਸੀ ਐਮਪੀ ਬਣੇ ਨੂੰ, ਮੈਂ ਫੇਰ ਇਲੈਕਸ਼ਨ ਲੜੀ, ਮੇਰੀ ਪ੍ਰਾਪਰਟੀ ਕਹਿੰਦੇ ਫੇਰ ਘਟ ਗਈ। ਯਾਨੀ 12 'ਚ ਜਿੰਨੀ ਪ੍ਰਾਪਰਟੀ ਸੀ 14 'ਚ ਜਾਂਦਿਆਂ ਘਟ ਗਈ। ਐਮਪੀ ਬਣ ਗਏ, ਐਮਪੀ ਬਣੇ ਨੂੰ 3 ਸਾਲ ਹੋ ਗਏ ਸੀ, ਕਹਿੰਦੇ 17 'ਚ ਫੇਰ ਪ੍ਰਾਪਰਟੀ ਘਟ ਗਈ, 19 'ਚ ਫੇਰ ਇਲੈਕਸ਼ਨ ਲੜੇ, ਫੇਰ ਪ੍ਰਾਪਰਟੀ ਘਟ ਗਈ। ਕਹਿੰਦੇ ਇੱਥੇ ਵਾ ਇਦਾਂ ਦੇ ਬੰਦਿਆਂ ਦੇ ਵੀ ਨਾਂ ਦੱਸ ਦੇਣਾ, ਭਾਵੇਂ ਹਾਰਨ ਭਾਵੇਂ ਜਿੱਤਣ, ਸਰਕਾਰਾਂ ਉਹਨਾਂ ਦੀ ਹੋਣੀ ਚਾਹੀਦੀ, ਪ੍ਰਾਪਰਟੀ ਵਧੀ ਜਾਂਦੀ ਹੈ। ਸਵਾਲ ਹੈ ਵੈਸੇ। ਨਹੀਂ, ਇਹ ਤਾਂ ਹੈ। ਦੇਖੋ, ਇਹ ਗੱਲਾਂ ਜੇ ਮੇਰੇ ਖਿਆਲ ਨਾਲ ਨਸ਼ਰ ਹੁੰਦੀਆਂ ਤੇ ਇਹ ਚੀਜ਼ ਹੈ ਤਾਂ ਰਾਜਨੀਤੀ ਜੀ। ਕੋਈ ਬੰਦਾ ਹੋ ਸਕਦਾ ਕਹੇ ਵੀ ਯਾਰ ਤੁਸੀਂ ਇਸ ਚੀਜ਼ ਨੂੰ ਕਿਉਂ ਉਜਾਗਰ ਕਰਦੇ ਹੋ, ਅਗਲੇ ਨੂੰ ਲੱਗਦਾ ਮੈਂ ਇੱਥੇ ਘੇਰ ਸਕਦਾ, ਅਗਲਾ ਘੇਰੂਗਾ। ਗੱਲ ਤੇ ਇਹੀ ਹੈ ਨਾ ਵੀ ਕੁੱਲ ਮਿਲਾ ਕੇ ਤੇ ਸਿਆਸਤ ਇੱਥੇ ਕਹਿੰਦੇ ਆ ਵੀ ਹਾਂ ਵੀਰ ਮੇਰਾ, ਜੇ ਮੈਂ ਆ ਕਰ ਸਕਦਾ ਤੂੰ ਕਰਕੇ ਦਿਖਾ ਦੇ, ਜੇ ਨਹੀਂ ਹੁੰਦਾ ਤੇ ਮੈਨੂੰ ਦੇ ਦੇ, ਇੰਨੀ ਗੱਲ ਆ। ਗੱਲ ਸਿੱਧੀ ਆ। ਪਰ ਕਾਰਨ ਇਹ ਆ ਨਾ ਵੀ ਹੁਣ ਕੱਲਾ ਭਗਵੰਤ ਮਾਨ ਵੀ ਕੀ ਕਰੂਗਾ। ਇਹੀ ਚੀਜ਼ ਤੇ ਬਠਿੰਡਾ ਦਿਹਾਤੀ ਤੋਂ ਐਮਐਲਏ ਨੇ ਉਹਨਾਂ ਦੇ ਆਪਣੇ ਰੂਬੀ ਹੋਰੀ, ਉਹ ਕਹਿੰਦੇ ਦੇਖੋ ਜੀ ਮੈਂ ਪਹਿਲਾਂ ਵੀ ਕਿਹਾ ਪਾਰਟੀ ਤੇ ਹੁਣ ਵੀ ਕਹਿੰਦੀ ਆ ਵੀ ਜਾਂ ਤੁਸੀਂ ਐਲਾਨ ਕਰਨਾ ਤੇ ਸਵੇਰੇ ਕਰ ਦਿਓ, ਜੇ ਤੁਸੀਂ ਐਲਾਨ ਨਾ ਕੀਤਾ ਤੇ ਪਾਰਟੀ ਤੁਹਾਡੀ ਗਈ। ਦੂਜੀ ਗੱਲ ਇਹ ਵੀ ਕਹਿੰਦੇ ਵੀ ਮੈਂ ਪਹਿਲਾਂ ਵੀ ਭਗਵੰਤ ਮਾਨ ਦੇ ਨਾਲ ਸੀ ਤੇ ਹੁਣ ਵੀ ਨਾਲ ਆ, ਜੇ ਭਗਵੰਤ ਮਾਨ ਪਾਰਟੀ ਹੈ ਤੇ ਮੈਂ ਵੀ ਪਾਰਟੀ 'ਚ, ਨਹੀਂ ਤੇ ਮੈਂ ਵੀ ਨਹੀਂ। ਦੇਖੋ, ਇਹ ਉਹਨਾਂ ਨੇ 15 ਕੁ ਦਿਨ ਪਹਿਲਾਂ ਵੀ ਕਿਹਾ ਸੀ ਕਿ 3 ਗੇੜੇ ਭਗਵੰਤ ਮਾਨ ਦੇ ਤੁਸੀਂ ਦਿੱਲੀ ਮਰਵਾਤੇ ਆ, ਅਜੇ ਤੱਕ ਕਲੀਅਰ ਨਹੀਂ ਕਰਦੇ। ਉਹਦੇ ਤੋਂ ਬਿਨਾਂ ਵੱਡਾ ਲੀਡਰ ਸਾਡੇ ਕੋਲੇ ਚਿਹਰਾ ਹੈ ਨਹੀਂ। ਬਠਿੰਡਾ ਦਿਹਾਤੀ ਤੋਂ ਜਿੱਤੇ ਹੈ ਬੀਬੀ ਰੁਪਿੰਦਰ ਕੌਰ ਰੂਪੀ ਹੋਣੀ। ਉਹਦੇ ਤੋਂ ਬਾਅਦ ਕਿੰਨੀ ਕੁ ਸਰਗਰਮੀ ਕੀਤੀ ਹੈ, ਕਿੰਨਾ ਕੁ ਹਲਕੇ 'ਚ ਵਿਚਰੇ ਨੇ ਵਿਰੋਧੀ ਧਿਰ ਦੇ ਐਮਐਲਏ ਦੇ ਤੌਰ ਦੇ ਉੱਤੇ, ਉਹ ਤਾਂ ਹਲਕੇ ਦੇ ਲੋਕ ਦੱਸ ਸਕਦੇ ਆ। ਪਰ ਹੁਣ ਪਤਾ ਇਹ ਲੱਗਿਆ ਕਿ ਚਰਚਾ ਚੱਲਦੀ ਹੈ ਕਿ ਬੀਬੀ ਜੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਚਰਚਾ ਇੱਥੋਂ ਤੱਕ ਵੀ ਚੱਲੀ ਜਾਂਦੀ ਹੈ ਕਿ ਉਹਨਾਂ ਨੇ ਆਪਣਾ ਅਸਤੀਫਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰਾਂ ਨੂੰ ਲਿਖਿਆ ਕਿ ਮੇਰਾ ਫੌਰੀ ਤੌਰ ਦੇ ਉੱਤੇ ਅਸਤੀਫਾ ਪ੍ਰਵਾਨ। ਇਹ ਚਰਚਾ ਹੈ। ਆਪਾਂ ਇਹਨੂੰ ਤਾਂ ਪੁਸ਼ਟੀ ਨਹੀਂ ਕਰਦੇ ਵੀ ਇਹ ਨਾ ਹੋਈ ਏਜੀ ਸਾਹਿਬ ਵਾਲੀ ਹੋਵੇ ਨਾ। ਹਾਂ, ਹੁਣ ਰੌਲਾ ਇਹ ਆ ਕਿ ਜੇ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਅਸਤੀਫਾ ਦੇ ਜਾਏ, ਜਿਹਨੇ 15-20 ਦਿਨ ਪਹਿਲਾਂ ਕਿਹਾ ਸੀ ਕਿ ਕਲੀਅਰ ਕਰ ਦਿਓ, ਜੇ ਉਹ ਚਲੇ ਜਾਣਗੇ ਆਮ ਆਦਮੀ ਪਾਰਟੀ ਦੇ ਵਿੱਚੋਂ ਅੰਦਰੋਂ ਹੀ ਬੰਦੇ ਕਹਿਣਗੇ ਸਾਨੂੰ ਪਹਿਲਾਂ ਦਾ ਹੀ ਪਤਾ ਸੀ ਕਿ ਬੀਬੀ ਨੇ ਐਂ ਹੀ ਕਰਨਾ। ਜੇ ਉਹ ਵਿੱਚ ਰਹਿਣਗੇ ਸ਼ਾਇਦ ਵਿਰੋਧੀ ਕਹਿਣਗੇ ਜੀ ਆ। ਪਰ ਇਹਦੇ ਤੋਂ ਇੱਕ ਗੱਲ ਸਾਫ਼ ਤੇ ਸਪਸ਼ਟ ਹੁੰਦੀ ਹੈ ਕਿ ਜੇ ਇੱਕ ਵਿਧਾਇਕਾ ਬੀਬੀ ਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਜੇ ਅਸੀਂ ਭਗਵੰਤ ਨੂੰ ਨਾ ਬਣਾਇਆ ਜਾਂ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਅੱਗੇ ਨਾ ਲਾਇਆ, ਸਾਨੂੰ ਨੁਕਸਾਨ ਹੋ ਰਿਹਾ, ਅਸੀਂ ਵੋਟਾਂ ਕਿੱਦਾਂ ਮੰਗਣੀਆਂ, ਸਾਡੇ ਹੱਕ ਦੇ ਵਿੱਚ ਲਹਿਰ ਪੈਦਾ ਨਹੀਂ ਹੋ ਰਹੀ, ਇਹ ਗੱਲਾਂ ਦਿੱਲੀ ਵਾਲੇ ਦਰਬਾਰ ਤੱਕ ਕਿਉਂ ਨਹੀਂ ਪਹੁੰਚਦੀਆਂ, ਅਰਵਿੰਦ ਕੇਜਰੀਵਾਲ ਹੋਰਾਂ ਕੋਲ ਕਿਉਂ ਨਹੀਂ ਪਹੁੰਚਦੀਆਂ? ਕਿਉਂਕਿ ਦਿਨ ਕਿੰਨੇ ਰਹਿ ਗਏ? 90 ਤੋਂ ਘੱਟ ਦਿਨ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ। 117 ਵਿਧਾਨ ਸਭਾ ਹਲਕੇ ਨੇ। ਹੁਣ 90 ਤੋਂ ਘੱਟ ਦਿਨ ਹੋਣ, 117 ਵਿਧਾਨ ਸਭਾ ਹਲਕੇ ਹੋਣ ਤੇ ਅਜੇ ਤੱਕ ਸੀਐਮ ਦਾ ਚਿਹਰਾ ਨਾ ਨਿਰਧਾਰਿਤ ਕੀਤਾ ਜਾਵੇ, ਬੰਦੇ ਤਾਂ ਫਿਰ ਪਾ ਜਾਣਗੇ। ਨਹੀਂ ਜਾਣਗੇ। ਇੱਕ ਚੀਜ਼ ਆਪਾਂ ਹੋਰ ਐਡ ਕਰੀਏ ਇਹਦੇ 'ਚ, ਮੇਰਾ ਖਿਆਲ ਜ਼ਰੂਰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਸਾਰੀ ਜ਼ਰੂਰ ਧਿਆਨ ਦੇਵੇ ਵੀ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਪਾਰਟੀ ਦੇ ਪੱਕੇ ਸਿਪਾਹੀ, ਜੇ ਤੇ ਇਹੀ ਡਾਇਲੌਗ ਬੋਲਣਾ ਤੇ ਆ ਕਾਂਗਰਸ ਪਾਰਟੀ ਦਾ ਕੱਲਾ ਬੰਦਾ ਬੋਲ ਹਟਿਆ ਹੈ ਨਾ। ਇਹਦੋਂ ਪਹਿਲਾਂ ਹਾਈ ਕਮਾਂਡ ਜਿੱਦਾਂ ਦੀ ਇਹਨਾਂ ਦੀ ਮੇਰੇ ਖਿਆਲ ਨਾਲ ਉਹ ਤੋਂ ਵੀ ਪੁਰਾਣੀ, ਕੁਝ 125 ਸਾਲ ਤੋਂ ਵੀ ਪੁਰਾਣੀ ਹਾਈ ਕਮਾਂਡ ਜਿਹੜੀ ਉਹ ਕਾਂਗਰਸੀਆਂ ਦੀ ਜੀ। ਅੱਗੇ ਇਹਨਾਂ ਦਾ ਕੀ ਹੁੰਦਾ ਸੀ ਵੀ ਪੰਜਾਬ ਜਾਵੇ ਢੱਠੇ ਗੁੱਝ ਹਾਈ ਕਮਾਂਡ ਦੇ ਨਾਲ ਆ, ਉਹ ਕੋਈ ਨਹੀਂ ਪੰਜਾਬ ਦਾ ਲੀਡਰ ਕੋ ਹੋਵੇ ਨਾ ਹੋਵੇ ਆਪਾਂ ਹਾਈ ਕਮਾਂਡ ਦੇ ਨਾਲ ਆ। ਜਿਹੜਾ ਪਿਛਲੇ ਮੇਰੇ ਖਿਆਲ ਨਾਲ ਚੰਦ ਕੁ ਮਹੀਨਿਆਂ ਦੇ ਵਿੱਚ ਜੋ ਕੁਝ ਵੀ ਚੱਕਰ ਚੱਲਿਆ ਵੀ ਯਾਰ ਮੁੱਦਾ ਪੰਜਾਬ ਦਾ ਪਹਿਲਾਂ ਹਾਈ ਕਮਾਂਡ ਨੂੰ ਮੁੱਦੇ ਤੇ ਆਉਣਾ ਪੈਣਾ, ਨਾ ਕਿ ਅਸੀਂ ਹਾਈ ਕਮਾਂਡ ਦੇ ਹਿਸਾਬ ਨਾਲ ਚੱਲਣਾ। ਇਸ ਵਕਤ ਜੋ ਕਾਂਗਰਸ ਦੇ ਹਾਲਾਤ ਬਣੇ ਉਹ ਤੇ ਇੱਥੇ ਆ ਕੇ ਬਣੇ ਨਾ ਵੀ ਇੱਕ ਬੰਦਾ ਉੱਠਿਆ, ਭਾਵੇਂ ਚਲੋ ਆਪਾਂ ਸਿੱਧੂ ਸਾਹਿਬ ਦੀ ਗੱਲ ਕਰ ਲਈਏ, ਅਗਲਾ ਬੰਦਾ ਪਰੇ 'ਚ ਬਹਿ ਕੇ ਕਹਿੰਦਾ ਵੀ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ, ਬਾਕੀ ਚਲੋ ਛੱਡਿਆ। ਹੁਣ ਜਵਾਬ ਦੇਵੇ ਕਿਹੜਾ ਅਗਲਾ? ਕਿਉਂਕਿ ਹਾਈ ਕਮਾਂਡ ਨੇ ਵੀ, ਕਿਉਂਕਿ ਸਿੱਧੂ ਸਾਹਿਬ ਤਾਂ ਇਹੀ ਕਹਿੰਦੇ ਵੀ ਹਾਈ ਕਮਾਂਡ ਵੀ ਇਹ ਕਹਿੰਦੇ ਭਾਈ ਸਾਹਿਬ 18 ਨੁਕਤੇ ਕਰੋ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਇਹ ਚੀਜ਼ ਮਨਾਉਣ 'ਚ ਕਾਮਯਾਬ ਹੋ ਗਏ ਜਾਂ ਕਿੱਦਾਂ ਕਹੇ ਵੀ ਪੰਜਾਬ ਪਹਿਲਾਂ, ਮੁੱਦੇ ਪਹਿਲਾਂ, ਫਿਰ ਤੁਹਾਡੀ ਸਰਕਾਰ। ਇਹੀ ਚੀਜ਼ ਜੇ ਆਮ ਆਦਮੀ ਪਾਰਟੀ ਸਮਝੇ ਵੀ ਯਾਰ ਪੰਜਾਬ ਪਹਿਲਾਂ, ਮੁੱਦੇ ਪਹਿਲਾਂ, ਇੱਥੋਂ ਦੇ ਜਿਹੜੇ ਲੋਕਲ ਲੀਡਰਸ਼ਿਪ ਉਹ ਪਹਿਲਾਂ, ਹਾਈ ਕਮਾਂਡ ਬਾਅਦ, ਤੇ ਆਪੇ ਆਮ ਆਦਮੀ ਪਾਰਟੀ ਵਾਲੇ ਕੁਛ ਨਾ ਕੁਛ ਚੱਲ ਜਾਵੇ। ਨਹੀਂ ਤੇ ਫਿਰ ਇਹ ਤੋਂ ਪਹਿਲਾਂ ਦੀ ਉਦਾਹਰਨ ਤੇ ਹੈਗੀ ਆ ਖਹਿਰਾ ਸਾਹਿਬ ਵਾਲੀ। ਨਹੀਂ, ਸਾਫ਼ ਤੇ ਬੜੀ ਸਪਸ਼ਟ ਜਿਹੀ ਹੈ, ਨੁਕਸਾਨ ਕਰਾ ਰਹੇ ਹੈ। ਕੱਲਾ ਨੁਕਸਾਨ ਆਮ ਆਦਮੀ ਪਾਰਟੀ ਦਾ ਨਹੀਂ, ਕਿਉਂਕਿ ਵਿਰੋਧੀ ਧਿਰ ਤਕੜੀ ਮਜ਼ਬੂਤ ਚਾਹੀਦੀ ਹੈ, ਉਹ ਨੁਕਸਾਨ ਪੰਜਾਬ ਦੇ ਆਮ ਲੋਕਾਂ ਨੂੰ ਵੀ ਹੋ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕਰਨਾ ਹੈ। ਮਜੀਠੀਆ ਸਾਹਿਬ ਮਾਝੇ ਦੀ ਧਰਤੀ ਤੋਂ ਬੋਲੇ। ਉਹ ਕਹਿੰਦੇ ਸਿੱਧੂ ਦਾ ਕੀ ਪਤਾ ਆ, ਸਿੱਧੂ ਨੇ ਝਾੜੂ ਕੋ ਚੱਲ ਜਾਣਾ ਕਿ ਝਾੜੂ ਨੇ ਸਿੱਧੂ ਕੋਲ ਆ ਜਾਣਾ। ਇਹ ਕਾਂਗਰਸ ਪਾਰਟੀ ਬਹੁਤਾ ਟਿਕਦਾ ਨਹੀਂ, ਇਹ ਤਾਂ ਵਿਧਾਨ ਸਭਾ ਦੇ ਸੈਸ਼ਨ ਦੇ ਨਾਂ ਦੇ ਉੱਤੇ ਵੀ ਕਾਂਗਰਸੀ ਮਗਰਮੱਛ ਦੇ ਅੱਥਰੂ ਹੀ ਬਹਾਰ ਹੈ, ਇਹਨਾਂ ਨੇ ਕੰਮ ਨਹੀਂ ਜੇ ਕੋਈ ਕਰਨ ਦੇਣਾ। ਉਧਰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਕਿ ਸਾਡੀ ਸਰਕਾਰ ਨੇ ਇੱਕ ਯੋਜਨਾ ਸ਼ੁਰੂ ਕੀਤੀ ਸੀ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਕਿ ਇੰਨੀ
ਉਮਰ ਤੋਂ ਵੱਧ ਉਮਰ ਦੇ ਬੰਦਿਆਂ ਨੂੰ ਅਸੀਂ ਇਹਨਾਂ ਤੀਰਥ ਸਥਾਨਾਂ ਦੇ ਦਰਸ਼ਨ ਜਿਹੜੇ ਸਰਕਾਰ ਦੇ ਖਰਚ ਤੇ ਕਰਾਵਾਂਗੇ। ਰਾਜਸਥਾਨ 'ਚ ਗਏ ਸੀ ਇੱਕ ਧਾਰਮਿਕ ਥਾਂ ਤੇ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ, ਤੇ ਆਣ ਕੇ ਐਲਾਨ ਕਰ ਦਿੱਤਾ। ਉਹ ਕਹਿੰਦੇ ਸਰਕਾਰ ਬਣਾ ਦਿਓ, ਪੰਜਾਬ ਦੇ ਲੋਕੋ ਬਣਾ ਦਿਓ ਸਰਕਾਰ, ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਆਉਂਦੇ ਹੀ ਦੁਬਾਰਾ ਸ਼ੁਰੂ ਹੋ ਜੂ। ਨਹੀਂ ਪਰ ਇਹ ਪੌਣੇ 5 ਸਾਲ ਕਿਉਂ ਨਹੀਂ ਚੇਤਾ ਆਇਆ? ਕੋਈ ਗੱਲ ਨਹੀਂ, ਸਰਕਾਰ ਨਹੀਂ ਸੀ ਨਾ। ਜਦੋਂ ਸਰਕਾਰ ਤਾਂ ਹੁਣ ਵੀ ਨਹੀਂ ਗਈ, ਮਤਲਬ ਜੇ ਇਹੋ ਗੱਲ ਕਹਿਣੀ ਵੀ ਆਹ ਦੇਖੋ ਜੀ ਕੈਪਟਨ ਸਾਹਿਬ ਤੀਰਥ ਯਾਤਰਾ ਬੰਦ ਕਰਤੀ ਇਹਨਾਂ ਨੇ, ਉਦੋਂ ਬਹੁਤ ਸਾਰੀਆਂ ਪਾਲਿਸੀਆਂ ਬੰਦ ਹੋਈਆਂ ਸੀ। ਉਦੋਂ ਕਹਿੰਦੇ ਰਹੇ ਵੈਸੇ ਸੁਖਬੀਰ ਸਾਹਿਬ ਵੀ ਯਾਰ ਅਸੀਂ ਆਹ ਲਿਆਂਦਾ ਸੀ, ਇਹਨਾਂ ਨੇ ਆਹ ਬੰਦ ਕਰਤਾ, ਅਸੀਂ ਆਹ ਕੀਤਾ ਸੀ, ਇਹਨਾਂ ਨੇ ਆਹ ਬੰਦ ਕਰਤਾ। ਮੇਰੇ ਖਿਆਲ ਨਾਲ ਉਦੋਂ ਤੋਂ ਕਹਿਣਾ ਚਾਹੀਦਾ ਯਾਰ, ਜਿਹੜਾ ਜਦੋਂ ਜਮਾਂ ਹੀ ਕੰਮ ਮੁੱਕਣ ਵਾਲਾ ਹੁੰਦਾ ਉਦੋਂ ਜੋ ਚੇਤਾ ਆਉਂਦਾ ਵੀ ਅਚਾਨਕ ਤੋਂ ਆਪ ਵੀ ਯਾਰ ਉਹ ਹੁੰਦੀ ਨਾ ਸਕੀਮ ਇੱਕ ਆਪਣੀ, ਕੀ ਨਾ ਉਹਦਾ ਯਾਰ ਉਹ ਮੁੱਖ ਮੰਤਰੀ ਨਾਲ ਜੋੜ, ਉਹ ਆਪਾਂ ਕਰ ਦਿੰਦੇ ਐਲਾਨ, ਕੋਈ ਗੱਲ ਨਹੀਂ। ਜੇ ਤੇ ਇਦਾਂ ਤੇ ਫਿਰ ਤਾਂ ਕੋਈ ਫਾਇਦਾ ਨਹੀਂ ਨਾ। ਨਹੀਂ, ਹੋ ਸਕਦਾ ਕਿ ਉਹਨਾਂ ਦੇ ਕੋਲੇ ਤੁਹਾਡੀ ਗੱਲ ਦਾ ਜਵਾਬ ਹੋਵੇ, ਉਹ ਕਹਿਣ ਕਿ ਭਾਈ ਗੱਲ ਤਾਂ ਉਦੋਂ ਕਰਨੀ ਸੀ, ਉਹ ਤਾਂ ਹਰਿਆਣੇ ਦੇ ਵਿੱਚ ਵੀ ਜਾਣਾ ਹੁੰਦਾ ਸੀ, ਰਾਜਸਥਾਨ ਹਿਮਾਚਲ ਜਾਣਾ ਹੁੰਦਾ ਤਾਂ ਪਾਸ ਬਣਾ ਕੇ ਜਾਣਾ ਪੈਂਦਾ। 1.5 ਸਾਲ ਤੱਕ ਕੋਵਿਡ ਨੇ ਖੜਾ ਨਹੀਂ ਛੱਡਿਆ। ਅਸੀਂ ਗੱਲ ਤਾਂ ਉਦੋਂ ਤੋਂ ਹੀ ਕਰਨੀ ਸੀ, ਹੁਣ ਮਾੜਾ ਜਿਹਾ ਕੋਵਿਡ ਮੱਠਾ ਪਿਆ, ਸਾਨੂੰ ਲੱਗਾ ਕਿ ਲੋਕ ਸੁਰੱਖਿਅਤ ਨੇ, ਅਸੀਂ ਨਾਲ ਹੀ ਲਾਂਚ ਕਰਤੀ ਯੋਜਨਾ। ਇਹ ਵੀ ਗੱਲ ਠੀਕ ਹੈ। ਕੌਣ ਸੁਖਬੀਰ ਬਾਦਲ ਸਾਹਿਬ ਦਾ ਬਿਆਨ, ਉਹਨਾਂ ਨੇ ਕੀ ਜਵਾਬ ਦੇਣਾ, ਇਹ ਮੇਰਾ ਵੀਰ ਪਰਮਵੀਰ ਬਾਠ ਦੱਸ ਰਿਹਾ। ਤੁਸੀਂ ਜਿੱਦਾਂ ਸਿਖਾਇਆ ਮੈਂ ਉਦਾਂ ਹੀ ਬੋਲਿਆ। ਇਦਾਂ ਨਹੀਂ ਹੋਣਾ, ਕੋਈ ਪਾਰਟੀ ਦੇ ਰੱਖ ਯਾਰ ਬਾਬਾ ਸਾਰੀਆਂ ਮੇਰੇ ਗੱਲ। ਨਹੀਂ ਤੁਹਾਡੇ, ਮੈਂ ਤਾਂ ਤੁਹਾਡੇ ਨਾਲ ਆ, ਬਾਤ ਤੁਸੀਂ ਮੈਨੂੰ ਦੱਸੀ ਜਾਣਾ ਹੀ, ਮੈਂ ਫਾਈਲ ਦੇਣੀ ਆ, ਲਾਲ ਡੈਰੀ ਆ, ਕਾਲੀ ਡੈਰੀ ਆ, ਨੀਲੀ ਡੈਰੀ। ਹੁਣ ਭੂਰਖ ਗੱਲ ਆਪਾਂ ਕਰਨੀ ਹੈ। ਉਧਰ ਪੈ ਗਿਆ ਫਤਿਹ ਜੰਗ ਸਿੰਘ ਬਾਜਵਾ ਹੋਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਟੁੱਟ ਕੇ ਪੈ ਗਿਆ। ਉਹ ਤੇ ਪੈਣਾ ਹੀ ਪਈ ਐ ਲਾਗੇ ਹਲਕਾ ਤੇ ਥਾਪੀ ਮਾਰੀ, ਕਹਿੰਦੇ ਆਹ ਗੱਲ ਬਣੀ ਜੇ। ਹੁਣ ਸਾਰਿਆਂ ਨੂੰ ਚੇਤਾ ਹੋਣਾ ਕਿ ਫਤਿਹ ਜੰਗ ਸਿੰਘ ਬਾਜਵਾ ਦੇ ਬੇਟੇ ਨੂੰ ਇੱਕ ਨੌਕਰੀ ਦਿੱਤੀ ਗਈ ਸੀ, ਬਾਅਦ ਵਿੱਚ ਰੌਲਾ ਬੜਾ ਪਿਆ, ਫਿਰ ਪ੍ਰੈਸ ਕਾਨਫਰੰਸ ਕੀਤੀ ਤੇ ਉਹ ਕਹਿੰਦੇ ਜੀ ਅਸੀਂ ਨਹੀਂ ਲੈਂਦੇ। ਪਰਿਵਾਰ ਨੇ ਕੀਤੀ ਪ੍ਰੈਸ ਕਾਨਫਰੰਸ, ਮੁੰਡਿਆਂ ਨੂੰ ਨਾਲ ਲੈ ਕੇ ਕੀਤੀ। ਹੁਣ ਉਹ ਕਹਿੰਦੇ ਕਿ ਭਾਈ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ, ਤੁਹਾਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਤੁਸੀਂ ਘਰ ਦੇ ਗ੍ਰਹਿ ਮੰਤਰੀ ਨਹੀਂ ਹੈਗੇ ਟੱਬਰ ਦੇ, ਤੁਸੀਂ ਪੰਜਾਬ ਦੇ ਹੋਮ ਮਿਨਿਸਟਰ ਹੋ। ਕਿਉਂਕਿ ਉਹਨਾਂ ਦੇ ਜਵਾਈ ਸਾਹਿਬ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਬਣੇ ਆ। ਤੇ ਫਤਿਹ ਜੰਗ ਸਿੰਘ ਬਾਜਵਾ ਇੱਥੇ ਨਹੀਂ ਰੁਕੇ। ਤੁਸੀਂ ਇਹ ਦੇਖੋ ਕਿ ਕਾਂਗਰਸ ਚ ਰੌਲਾ ਕਿੱਥੇ ਕਿੱਥੇ ਹੈ। ਗੁਰਪ੍ਰੀਤ ਸਿੰਘ ਕਾਂਗੜ ਮਨਪ੍ਰੀਤ ਸਿੰਘ ਬਾਦਲ ਦੇ ਦੁਆਲੇ ਹੋ ਜਾਂਦੇ ਆ, ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੇ ਦੁਆਲੇ ਹੋ ਜਾਂਦੇ ਆ। ਇਸੇ ਤਰੀਕੇ ਆ ਜਲੰਧਰ ਦੇ ਵਿੱਚ ਵੀ ਕਾਂਗਰਸੀ ਥੋੜਾ ਆਪਸ 'ਚ ਲੜਦੇ ਆ। ਉਧਰ ਹੁਣ ਮਾਝੇ ਵਾਲੇ ਆਪਸ 'ਚ ਫਸ ਪਏ। ਫਤਿਹ ਜੰਗ ਸਿੰਘ ਬਾਜਵਾ ਨੇ ਇੱਕ ਨੇ ਪੂਰੇ ਦੀ ਪੂਰੀ ਕਾਂਗਰਸ ਦੀ ਮਾਝਾ ਬ੍ਰਿਗੇਡ ਕੱਢੀ ਸੀ। ਉਹ ਕਹਿੰਦੇ ਕਮਾਲ ਹੈ, ਸਰਕਾਰੀਆ ਸਾਹਿਬ ਦਾ ਬੇਟਾ ਵੀ ਚੇਅਰਪਰਸਨ, ਇੱਧਰਲੇ ਪਾਸੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਦਾ ਬੇਟਾ ਵੀ ਚੇਅਰਪਰਸਨ, ਸੁਖਜਿੰਦਰ ਸਿੰਘ ਰੰਧਾਵਾ ਦਾ ਜਵਾਈ ਜਿਹੜਾ ਐਡੀਸ਼ਨਲ ਐਡਵੋਕੇਟ ਜਨਰਲ। ਮੈਂ ਤਾਂ ਕਹਿਣਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੈਤਿਕ ਆਧਾਰ ਦੇ ਉੱਤੇ ਹੁਣੇ ਅਸਤੀਫਾ ਦੇਣਾ ਚਾਹੀਦਾ। ਜਦੋਂ ਮੇਰੇ ਪੁੱਤ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਮਿਲਣ ਲੱਗੀ ਸੀ, ਉਦੋਂ ਰੰਧਾਵਾ ਸਾਹਿਬ ਨੇ ਕਿਹਾ ਸੀ ਨਹੀਂ ਜੀ ਪਰਿਵਾਰਵਾਦ ਹੁੰਦਾ ਹੈ, ਠੋਕ ਵਜਾ ਕੇ ਕਹਿੰਦੇ ਵਿਰੋਧਤਾ ਕੀਤੀ ਸੀ। ਹੁਣ ਰੰਧਾਵਾ ਸਾਹਿਬ ਲੋਕਾਂ ਦੀ ਕਚਹਿਰੀ ਜਾ ਕੇ ਜਵਾਬ ਦੇਣ, ਪਰ ਪਹਿਲਾਂ ਅਸਤੀਫਾ ਜ਼ਰੂਰ ਦੇਣ। ਪਰ ਇੱਕ ਗੱਲ ਤਾਂ ਹੈਗੀ ਹੈ, ਉਹਨਾਂ ਦੀ ਆਪਸੀ ਲੜਾਈ ਹੈ, ਰਵੇ ਜੀ ਸਦਕੇ, ਕਿਉਂਕਿ ਭਾਈ ਸਾਹਿਬ ਸਿਆਸੀ ਲੜਾਈ ਹੈ। ਜੇ ਇੱਕ ਨੇ ਉੱਪਰ ਚੜ੍ਹਨ ਲੱਗਣਾ, ਦੂਜੇ ਨੇ ਥੱਲੇ ਪਜਾਮਾ ਖਿੱਚਣਾ ਹੀ ਆ। ਜੇ ਕੰਧ ਟੱਪ ਕੇ ਤੇ ਪਜਾਮਾ ਤੇ ਮੇਰੇ ਹੱਥ ਰਹੂਗਾ ਨਾ। ਹੁਣ ਗੱਲ ਇਹ ਆ ਵੀ ਜੇ ਆਪਾਂ ਇਸ ਵਕਤ ਪੰਜਾਬ ਦੀ ਹਾਲਤ ਵੇਖੀਏ, ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਯਾਰ ਪੰਜਾਬ ਨੂੰ ਜਦੋਂ ਚਰੂੰਡਣ ਲੱਗੇ ਵੀ ਹੁਣ ਤਾਂ ਯਾਰ ਪੰਜਾਬ ਵੀ ਨਹੀਂ ਬਚਿਆ। ਥੋੜਾ ਜਿਹਾ ਚਿਰ ਜੇ ਦਰਾਣੀ ਜਠਾਣੀ ਵਾਲੇ ਰੌਲੇ ਮਤਲਬ ਥੋੜਾ ਜਿਹਾ ਰੋਕ ਲੈ ਰਹਿਣ ਨਾ, ਆਪਾਂ ਇਹਨਾਂ ਝੰਜਟਾਂ 'ਚ ਪਈਏ, ਇੱਕ ਨਾ ਕੋਸ਼ਿਸ਼ ਜੀ ਕਰਕੇ ਆ 2-4 ਮਹੀਨੇ ਇਕੱਠੇ ਹੋ ਗਏ। ਜੇ ਉਹਨੂੰ ਇਹ ਜਾਪਦਾ ਵੀ ਸਾਡੇ ਜਿੱਦਾਂ ਚੰਨੀ ਸਾਹਿਬ ਕਹਿੰਦੇ ਵੀ ਮੇਰੀ ਸਰਕਾਰ ਦੁਬਾਰਾ ਆਉਣੀ ਹੈ, ਮੈਂ ਸਟੱਡੀ ਕਰ ਲਈ ਆ ਸਾਰੀ, ਤੇ ਜਦੋਂ ਅਗਲੀ ਵਾਰ ਮੇਰੀ ਸਰਕਾਰ ਆਈ ਸਾਰਾ ਕੁਝ ਐਂ ਤੁਹਾਨੂੰ ਟਿਚਨ ਮਿਲਣਾ। ਸਿੱਧੂ ਸਾਹਿਬ ਕਹਿੰਦੇ ਪ੍ਰਵਾਹ ਨਾ ਕਰੋ, ਬਸ ਪੂਰਾ ਰੋਡ ਮੈਪ 500 ਵਾਦਾ ਨਹੀਂ ਕਰਨਾ ਐਤਕੀ, ਕਿਹਾ ਉਹਨਾਂ ਨੇ। 500 ਵਾਦਾ ਨਹੀਂ ਕਰਨਾ, ਕਹਿੰਦੇ ਨਿੱਘੇ ਜਿਹੇ ਵਾਅਦੇ ਕਰਨੇ ਆ, ਪੂਰਾ ਰੋਡ ਮੈਪ ਐ ਠਾ ਚੀਜ਼ ਕਰਨੀ ਵੀ ਆਹ ਕਰਨਾ ਤੇ ਆਹ ਨਹੀਂ ਕਰਨਾ, ਜੋ ਪੂਰੇ ਹੋ ਸਕਣਗੇ, ਹੈ ਨਾ। ਹੁਣ ਗੱਲ ਇਹ ਆ ਵੀ ਜੇ ਤੇ ਪਾਰਟੀ ਆਹ ਪਲੈਨਿੰਗਾਂ ਕਰਨ ਦੀ, ਤੇ ਮੇਰੇ ਖਿਆਲ ਨਾਲ ਬਾਕੀ ਲੀਡਰਾਂ ਨੂੰ ਸੋਚਣਾ ਚਾਹੀਦਾ ਵੀ ਵੀਰ ਮੇਰਾ ਵੀ ਆਪਾਂ ਵੀ ਥੋੜਾ ਜਿਹਾ 2-4 ਮਹੀਨੇ ਛੱਡ ਕੇ ਕੁਝ ਸੋਚ ਲਈਏ। ਜੇ 5 ਸਾਲ ਗਾਂ ਅਗਲੇ ਪੰਜਾਬ ਚੱਲੂ ਤੇ ਫਿਰ ਭਾਵੇਂ ਜਿਹਨੂੰ ਮਰਜ਼ੀ ਨੌਕਰੀ ਦਵਾ ਲਓ, ਜਿਹਨੂੰ ਮਰਜ਼ੀ ਰਖਾ ਲਓ, ਤੇ ਜੇ 5 ਸਾਲ ਨੌਕਰੀ ਰਹੀ ਨਾ ਤੇ ਫਿਰ ਸਰਦਾਰ ਤੇ ਹੈਗੇ, ਉਹ ਕਹਿੰਦਾ ਵੀ ਸਾਡੇ ਕੋਲ ਲਾਲ ਡੈਰੀ ਹੈ ਵੀਰ, ਲਾਲ ਡੈਰੀ ਹੈ। ਸੰਧਾਲੀਆ ਸਾਹਿਬ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਤੇ ਮੈਂ ਚਾਹੁੰਦਾ ਕਿ ਸਾਡੇ ਸਾਰੇ ਪ੍ਰਾਈਮ ਏਸ਼ੀਆ ਪਰਿਵਾਰ ਦੇ ਮੈਂਬਰ ਟਿੱਪਣੀ ਕਰਨ। ਅੱਛਾ ਜੀ। ਜਿਹੜੇ ਕੁੜਤੇ ਪਜਾਮੇ ਪਾਉਂਦੇ ਆ, ਕੁੜਤੇ ਨੂੰ ਜੇਬ ਹੋਣੀ ਆ। ਜਿਹੜੇ ਪੈਂਟ ਕਮੀਜ਼ ਪਾਉਂਦੇ ਆ, ਪੈਂਟ ਨੂੰ ਕਮੀਜ਼ ਨੂੰ ਜੇਬ ਹੋਣੀ ਆ। ਅੱਜ ਕੱਲ੍ਹ ਥੋੜੀ ਠੰਡ ਹੋ ਗਈ, ਬੀਬੀਆਂ ਵੀ ਸਵੇਰੇ ਸਵਾਟਰ ਕੋਟੀ ਜਾਂ ਜੈਕਟ ਪਾਉਂਦੀਆਂ ਹੋਣੀਆਂ, ਉਹਨੂੰ ਵੀ ਜੇਬ ਹੋਣੀ ਆ। ਹੁਣ ਜਿਹਦੇ ਵੀ ਕੱਪੜੇ ਲੱਤੇ ਨੂੰ ਜੇਬ ਹੈਗੀ ਆ, ਲੀਡਰਾਂ ਨੇ ਕਿਹੜਾ ਡੈਰੀ ਪੇਟੈਂਟ ਕਰਾਈ ਆ ਕਿ ਹੋਰ ਕੋਈ ਜੇਬ 'ਚ ਰੱਖ ਨਹੀਂ ਸਕਦਾ, ਇੱਕ ਤੁਸੀਂ ਰੱਖੋ। ਉਹਦਾ ਕਾਰਨ ਹੈ ਕਿ ਮੈਂ ਕਿਉਂ ਪੁੱਛਣ ਲੱਗਿਆ, ਇਸ ਕਰਕੇ ਰੱਖੋ ਕਿ ਤੁਹਾਨੂੰ ਚੇਤਾ ਭੁੱਲ ਗਿਆ ਕਿ ਪਿਛਲੇ ਦਿਨੀ ਅਕਾਲੀ ਦਲ ਨੇ ਕਿਹਾ ਸੀ ਕਿ 25-30 ਕਾਂਗਰਸੀ ਐਮਐਲਏ ਰੀਤਾ 2 ਨੰਬਰ 'ਚ ਵੇਚਦੇ ਰਹੇ ਆ। ਤੁਸੀਂ ਨੋਟ ਕਰ ਲਿਆ ਕਰੋ ਨਾ, ਲੀਡਰਾਂ ਨੇ ਆਉਣਾ ਹੈ ਫਿਰ ਸਵਾਲ ਪੁੱਛਣੇ। ਦੂਸਰਾ, 72 ਘੰਟੇ ਬੀਤ ਗਏ ਆ। ਮੁਹੰਮਦ ਮੁਸਤਫਾ ਸਾਹਿਬ ਨੇ ਕਿਹਾ ਸੀ ਕਿ 40 ਲੱਖ ਰੁਪਈਆ ਇੱਕ ਮੰਤਰੀ ਨੇ ਐਸਐਸਪੀ ਲਾਉਣ ਦਾ ਲਿਆ, ਤੁਸੀਂ ਚੇਤਾ ਭੁੱਲ ਗਿਆ। ਦੇਖ ਲਓ ਰੀਤਾ 5.5 ਰੁਪਏ ਕਾਦੀ ਕੀਤੀ ਹੈ,
ਚੇਤਾ ਭੁੱਲ ਗਿਆ। ਨੋਟ ਹੁੰਦਾ ਤਾਂ ਚੇਤਾ ਨਹੀਂ ਸੀ ਭੁੱਲਣਾ। ਡੈਰੀ ਗੱਲੇ ਲੀਡਰ ਨਹੀਂ ਰੱਖ ਸਕਦੇ, ਆਮ ਲੋਕ ਵੀ ਰੱਖ ਸਕਦੇ। ਤੁਸੀਂ ਲਾਓ ਡੈਰੀ। ਆਪਾਂ ਕੈਪਟਨ ਸਾਹਿਬ ਵਾਲਾ ਬਿਆਨ ਕਿਹੜਾ ਚੇਤਾ ਭੁੱਲਣਾ ਕਿ ਕਈ ਮੰਤਰੀ ਤੇ ਵਿਧਾਇਕ ਉਹ ਫਿਰ ਆਹੋ ਕਰਦੇ ਰਿਹਾ ਸੀ। ਫਿਰ ਤੁਸੀਂ ਸਾਰੇ ਲੀਡਰਾਂ ਦੀਆਂ ਲਿਸਟਾਂ ਬਣਾਓ, ਕਿਹੜੇ ਕਿਹੜੇ ਦੇ ਪੁੱਤ ਨੂੰ, ਕਿਹਦੇ ਜਵਾਈ ਨੂੰ, ਕਿਹਦੇ ਭਤੀਜੇ ਨੂੰ ਕਿੱਥੇ ਕਿੱਥੇ ਐਡਜਸਟ ਕੀਤਾ ਜਾਂਦਾ ਹੈ। ਲੀਡਰ ਜਿਹੜੇ ਇਲਜ਼ਾਮ ਲਾਉਂਦੇ ਆ ਨੋਟ ਕਰੋ, ਤਰੀਕ ਨੋਟ ਕਰੋ, ਥਾਂ ਨੋਟ ਕਰੋ, ਕਿੱਥੋਂ ਖਬਰ ਪੜ੍ਹੀ ਹੈ, ਕਿੱਥੋਂ ਸੁਣੀ ਹੈ, ਕਿੱਥੋਂ ਵੇਖੀ ਹੈ। ਫਿਰ ਤੁਹਾਨੂੰ ਥੋੜ੍ਹਾ ਜਿਹਾ ਸੁਖਾਲਾ ਹੋ ਜਾਊਗਾ। ਨਹੀਂ ਤਾਂ ਭਰਾ ਸਾਡਾ ਲੀਡਰ ਹੈ, ਲੀਡਰਾਂ ਨਾਲ ਵਾਹ ਰਹਿੰਦਾ ਹੀ। ਆ ਲਓ ਦੇਣੀ ਅਜੇ ਮੈਂ ਚੁੱਪ ਆ, ਮੇਰਾ ਮੂੰਹ ਨਾ ਖਲਾਓ। ਮੇਰੀ ਗੱਲ ਸੁਣੋ, ਮੇਰੀ ਬੇਨਤੀ, ਮੈਂ ਇੱਕੋ ਹੀ ਗੱਲ ਕਰਨੀ ਹੈ ਕਿ ਲੀਡਰਾਂ ਇਹਨਾਂ ਨੇ ਬਿਆਨ ਇਦਾਂ ਦੇ ਦੇਣੇ ਤੁਹਾਨੂੰ ਪਿਛਲਾ ਬਿਆਨ ਚੇਤੇ ਭੁੱਲ ਜਾਣਾ। ਇਸ ਕਰਕੇ ਕਿਰਪਾ ਕਰਕੇ ਪੈਨ ਤੇ ਡੈਰੀ ਹੁਣ ਤੁਹਾਡੀ ਜੇਬ 'ਚ ਚਾਹੀਦੀ ਹੈ, ਲੀਡਰ ਦੇ ਹੋਵੇ ਨਾ ਹੋਵੇ। ਦੇਖੋ ਨਾ, ਜਦੋਂ ਤੁਸੀਂ ਇਹ ਗੱਲ ਕਰਦੇ ਨਾ, ਮੈਨੂੰ ਗਲੀ ਦੇ ਵਿੱਚ ਨਿੱਘਾ ਜਿਹਾ ਜਵਾਕ ਜਾਂਦਾ ਨਜ਼ਰ ਆਇਆ। ਇੱਕ ਹੱਥ ਉਹਨੇ ਐ ਨਿੱਕਰ ਨੂੰ ਪਾਇਆ ਸੀ, ਧਮਕੜੇ ਨਾਲ ਘੋੜਾ ਨਹੀਂ ਵੱਜਦਾ, ਇਦਾਂ ਜਾਂਦਾ। ਕਹਿੰਦਾ ਵੀ ਜਾਂਦਾ, ਕਹਿੰਦਾ ਉਹ ਲਾਲੇ ਦੀ ਹੱਟੀ ਤੋਂ 5 ਵਾਲੀ ਡੈਰੀ ਲੈ ਕੇ ਭਾਪੇ ਨੇ ਕਿਹਾ ਹੁਣੇ ਲੈ ਗਿਆ, ਮੈਂ ਨੋਟ ਕਰਨੀਆਂ ਸਾਰੀਆਂ ਚੀਜ਼ਾਂ। ਤੇ ਇਹ ਵੀ ਹੁਣੇ ਜਿਹਨਾਂ ਨੂੰ ਲਿਖਣਾ ਨਹੀਂ ਆਉਂਦਾ, ਪੁਰਾਣੇ ਬਜ਼ੁਰਗਾਂ ਨੂੰ, ਉਹ ਜਵਾਕ ਉਸੇ ਤੋਂ ਲਿਖਣਾ ਵੀ ਬਹੁਤ ਤੋਂ ਲਿਖ ਇੱਥੇ, ਹਾਂ ਕੋਈ ਗੱਲ ਨਹੀਂ, ਬਿਹਾਰੀ ਸਿਹਾਰੀ ਦਾ ਕੋਈ ਚੱਕਰ ਨਹੀਂ, ਤੂੰ ਮੋਟਾ ਮੋਟਾ ਜਿਹਾ ਲਿਖ ਲੈ। ਉਹਨੇ ਲਿਖ ਕੇ ਕਹਿੰਦਾ ਪਾਪਾ ਟੌਫੀ। ਨਹੀਂ ਉਹ ਤੇ ਕਾਪੀ ਚੋਂ ਜਿਹੜੇ ਬਚਨੇ ਉਹਨੇ ਲੈ ਕੇ ਆਉਣਾ, ਐਵੇਂ ਨਹੀਂ ਜਾਂਦਾ ਧਮਕੜੇ ਹੱਟੀ। ਤੁਸੀਂ ਦੇਖੋ ਜਦੋਂ ਨਹੀਂ ਗਏ ਹੋਏਗਾ ਤੂੰ ਕਿਹੜਾ ਲੀਡਰ ਨਾਲ ਘੱਟ ਹੋਵੇ। ਅਦਾ ਗੱਲ ਇਹ ਆ ਵੀ ਚਲੋ ਜੇ ਆਪਾਂ ਲੀਡਰਾਂ ਦੀ ਗੱਲ ਕੀਤੀ ਹੈ ਤੇ ਲੀਡਰ ਹੁਣ ਧਾਰਮਿਕ ਸਿਆਸਤ ਦੀ ਗੱਲ ਤੁਸੀਂ ਕਰਨ ਲੱਗੇ ਹਾਂ। ਜੇ ਸੁਖਬੀਰ ਬਾਦਲ ਸਾਹਿਬ ਇੱਧਰ ਨੂੰ ਗਏ ਆ ਤੇ ਦੂਸਰੇ ਪਾਸੇ ਜਿਹੜੀ ਚਰਚਾ ਉਹਨਾਂ ਦੇ ਪਰਿਵਾਰ ਵਾਲੇ ਪਾਸੋਂ ਚੱਲੀ, ਉਹ ਚੱਲੀ ਕਰਤਾਰਪੁਰ ਸਾਹਿਬ ਨੂੰ ਲੈ ਕੇ। ਵੈਸੇ ਤਾਂ ਸਿੱਧੂ ਸਾਹਿਬ ਵੀ ਗਏ ਉੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ, ਲਾਂਘੇ ਦੀ ਗੱਲ ਉਹਨਾਂ ਨੇ ਫਿਰ ਕੀਤੀ ਆ, ਪੋਤੇ ਵੀ ਆਉਂਦੇ ਆ। ਪਰ ਹਰਸਿਮਰਤ ਬਾਦਲ ਹੋਰਾਂ ਨੇ ਜਿਹੜੀ ਗੱਲ ਇਹ ਕੀਤੀ ਵੀ ਮੈਂ ਬੇਨਤੀ ਕਰਦੀ ਹਾਂ ਵੀ ਕਿਉਂ ਨਾ ਉਹ ਜਿਹੜਾ ਸਥਾਨ ਆ ਉਹਦੇ ਵਟਾਂਦਰਾ ਕਰਕੇ ਤੇ ਕਰਤਾਰਪੁਰ ਸਾਹਿਬ ਨੂੰ ਭਾਰਤ ਦੇ ਵਿੱਚ ਰਲਾ ਲਿਆ ਜਾਵੇ। ਪਹਿਲੀਆਂ ਉਦਾਹਰਨਾਂ ਵੀ ਦਿੱਤੀਆਂ ਉਹਨਾਂ। ਦੇਖੋ 9 ਨਵੰਬਰ ਤੇ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਆਮ ਲੋਕਾਂ ਲਈ ਖੁੱਲਿਆ ਸੀ। ਜਦੋਂ 2 ਸਾਲ ਮੁਕੰਮਲ ਹੋਏ ਤਾਂ ਨਵਜੋਤ ਸਿੰਘ ਸਿੱਧੂ ਸਵੇਰੇ ਚਲ ਗਿਆ ਉੱਥੇ ਕਿ ਭਾਈ ਆਪਾਂ ਦਰਸ਼ਨ ਕਰਨੇ। ਦੂਰਬੀਨ ਦੇ ਨਾਲ ਧੁੰਦ ਪਈ ਹੋ ਸੀ, 2 ਘੰਟੇ ਇੰਤਜ਼ਾਰ ਕਰਨਾ ਪਿਆ, ਚਲੋ ਦਰਸ਼ਨ ਕੀਤੇ। ਕਹਿੰਦੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖਣੀ ਹੈ। ਉਹਦੇ ਤੋਂ ਬਾਅਦ ਚੰਨੀ ਸਾਹਿਬ ਦਾ ਟਵੀਟ ਆ ਗਿਆ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਖੋਲ੍ਹਣਾ ਚਾਹੀਦਾ ਕਰਤਾਰਪੁਰ ਸਾਹਿਬ ਦਾ ਲਾਂਘਾ। ਫਿਰ ਬੀਬੀ ਜੀ ਇੱਕ ਕਦਮ ਅੱਗੇ ਵਧੇ, ਉਹ ਕਹਿੰਦੇ ਇੱਕ ਤਾਂ ਲਾਂਘਾ ਖੁੱਲੇ, ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਨੂੰ ਚਿੱਠੀ ਲਿਖੀ ਹੈ, ਦੂਸਰਾ ਕਰਤਾਰਪੁਰ ਸਾਹਿਬ ਜੇ ਕਿਤੇ ਭਾਰਤ ਦਾ ਹਿੱਸਾ ਬਣ ਜਾਏ ਤਾਂ ਸੰਗਤ ਦੀ ਮਨੋਕਾਮਨਾ ਹੀ ਪੂਰੀ ਹੋ ਜਾਏ। ਠੀਕ ਹੈ, ਸਾਰੇ ਭਾਜਪਾ ਵਾਲੇ ਪਹਿਲੇ ਕਹਿੰਦੇ ਜੀ ਦੇਖੋ ਸਾਡੀ ਸਰਕਾਰ ਬਣੀ ਸੀ ਫਿਰ ਖੁੱਲਿਆ, ਚਲੋ ਕੋਵਿਡ ਦੇ ਕਰਕੇ ਬੰਦ ਹੋਇਆ ਸੀ। ਪਾਕਿਸਤਾਨ ਵਾਲੇ ਮੇਰੇ ਖਿਆਲ ਹੁਣ ਖੋਲ੍ਹਣਾ ਚਾਹੁੰਦੇ ਆ, ਇਹ ਵੀ ਪਹਿਲਾਂ ਖੋਲ੍ਹਦੇ ਹੁਣ ਵੀ ਖੋਲ੍ਹ ਦੇਣਗੇ। ਪਰ ਤੁਸੀਂ ਇਹ ਦੇਖੋ ਕਿ ਇਲੈਕਸ਼ਨ ਆਈ ਹੈ ਤਾਂ ਮੁੱਦਾ ਸਾਰਿਆਂ ਨੂੰ ਚੇਤੇ ਆ ਗਿਆ। ਉਹ ਨਹੀਂ ਤਾਂ ਜੇ ਰੈਲੀਆਂ ਹੋ ਸਕਦੀਆਂ, ਜੇ ਇਕੱਠ ਹੋ ਸਕਦੇ ਆ ਤਾਂ ਪੰਜਾਬ ਦੇ ਸਿਆਸਤਦਾਨ ਇਸ ਮੁੱਦੇ ਦੇ ਉੱਤੇ ਪਹਿਲਾਂ ਵੀ ਆ ਸਕਦੇ ਆ। ਹੁਣ ਸਾਰਾ ਕੁਝ ਹੀ ਲੋਕਾਂ ਨੂੰ ਫਿਰ ਦੁਬਾਰਾ ਚੇਤੇ ਆਉਣ ਲੱਗ ਪੈਣਾ, ਕਿੱਦਾਂ ਖੁੱਲ੍ਹਾ ਸੀ, ਕੌਣ ਗਿਆ ਸੀ, ਇਮਰਾਨ ਖਾਨ ਕਿਹਨੂੰ ਚੇਤੇ ਕਰਦਾ ਸੀ। ਇੱਕ ਪੰਜਾਬ ਦੇ ਲੀਡਰ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ, ਮੇਰੇ ਖਿਆਲ ਮਜੀਠੀਆ ਸਾਹਿਬ ਨੇ ਕਿਹਾ ਕਿ ਮਾੜੇ ਜਿਹਾ ਬਾਜਵਾ ਸਾਹਿਬ ਨੂੰ ਸਿੱਧੂ ਸਾਹਿਬ ਕਹਿਣਾ ਹੀ ਮਾੜੇ ਜਿਹਾ ਆਪਾਂ ਨੇੜੇ ਕਰੀਏ ਕੰਮ ਥੋੜ੍ਹਾ ਜਿਹਾ। ਹੁਣ ਇੱਥੋਂ ਤੱਕ ਗੱਲ ਆ ਗਈ। ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਕਦੋਂ ਖੁੱਲ੍ਹਦਾ ਹੈ, ਸਿਆਸੀ ਲੀਡਰਸ਼ਿਪ ਇਲੈਕਸ਼ਨ ਤੱਕ ਕੀ ਰਾਗ ਅਲਾਪਦੀ ਹੈ ਜਾਂ ਉਹਦੇ ਤੋਂ ਬਾਅਦ ਵੀ, ਉਹ ਤਾਂ ਹੁਣ ਆਪਾਂ ਚੇਤਾ ਰੱਖਣਾ ਹੀ ਰੱਖਣਾ। ਸੰਧਾਲੀਆ ਸਾਹਿਬ ਥੋੜ੍ਹਾ ਜਿਹਾ ਜਿਹੜਾ 29 ਤਰੀਕ ਦਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਦਿੱਤਾ, ਆਪਾਂ ਉੱਧਰ ਚਲੀਏ। ਨਹੀਂ ਆਪਾਂ ਤਾਂ ਨਹੀਂ ਜਾਣਾ ਕਿਤੇ ਵੀ ਨਾ, ਉਹਨਾਂ ਨੇ ਜਾਣਾ। ਉਹਨਾਂ ਨੇ ਵੀ ਤਰੀਕ ਆਖਿਆ ਵੀ 26 ਨੂੰ ਹੋਣਾ, ਸਾਨੂੰ 1 ਸਾਲ ਪੂਰਾ ਜੀ ਦਿੱਲੀ ਬੈਠਿਆਂ ਨੂੰ। ਉਦੋਂ ਤੱਕ ਅਸੀਂ ਦੇਖਣਾ ਵੀ ਹਾਂ ਭਾਈ ਸਾਹਿਬ ਵੀ ਕੀ ਕਹਿੰਦੀ ਹੈ ਸਰਕਾਰ। ਨਾਲ ਦੀ ਨਾਲ ਪਿੰਡਾਂ 'ਚ ਸੁਨੇਹੇ ਲਾ ਦੇਣੇ ਆ ਵੀ ਤੁਸੀਂ ਥੋੜ੍ਹਾ ਜਿਹਾ ਮੋਟੇ ਕੱਪੜੇ ਲੈ ਆਇਓ, ਲੋਈ ਲੈ ਆਇਓ ਨਾਲ। ਉਦੋਂ ਬਾਅਦ ਮਤਲਬ ਬਿਸਤਰਾ ਚੰਗਾ ਮੋਟਾ ਹੋਵੇ ਕਿਉਂਕਿ ਠੰਡ ਹੋ ਜਾਂਦੀ ਹੈ, ਹਨੇਰੇ ਸਵੇਰੇ ਕਿਤੇ ਟਰਾਲੀ 'ਚ ਸੁੱਤਿਆਂ ਗੱਲ ਨਹੀਂ ਬਣਦੀ। ਇਸ ਕਰਕੇ ਆਪਾਂ ਕਰਨਾ ਇਕੱਠ। ਸੋ ਉਦੋਂ ਤੱਕ ਹੋਣਾ ਇਕੱਠ, ਤੇ ਜਦੋਂ ਇਕੱਠ ਮੱਠ ਪੂਰਾ ਹੋ ਗਿਆ ਤੇ ਜਿੱਥੋਂ ਵੀ ਹੁਣ ਲਾਂਘਾ ਖੋਲ੍ਹਤਾ ਦਿੱਲੀ ਨੂੰ, ਉਸ ਲਾਂਘੇ ਤੋਂ ਫਿਰ ਦਿੱਲੀ ਨੂੰ ਚਾਲੇ ਪੈਣੇ ਆ। 500 ਬੰਦਾ ਹੋਊਗਾ ਹਰੇਕ ਜੱਥੇ 'ਚ। ਦੇਖੋ ਸੰਧਾਲੀਆ ਸਾਹਿਬ 2 ਵਾਰੀ ਮੀਟਿੰਗ ਪੋਸਟਪੋਨ ਹੋਈ, ਮੁਲਤਵੀ ਹੋਈ ਤੇ ਆਖਰਕਾਰ ਹੋ ਗਈ। 3-4 ਘੰਟੇ ਕੋਈ ਖਬਰ ਨਾ ਆਵੇ, ਕਿਉਂਕਿ ਪਹਿਲਾਂ ਉਮੀਦ ਸੀ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਪ੍ਰੈਸ ਕਾਨਫਰੰਸ ਕਰਨਗੇ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਜਿੱਦਾਂ ਪਹਿਲਾਂ ਦਿੰਦੇ ਹੁੰਦੇ ਆ। ਮੀਟਿੰਗ ਥੋੜੀ ਲੰਬੀ ਚੱਲੀ, ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਣ ਪਈਆਂ, ਗੱਲ ਨਹੀਂ ਬਣਦੀ। ਅੰਦਰੋਂ ਬਾਹਰ ਤੱਕ ਕੋਈ ਵੀ ਨਾ ਆਇਆ, ਨਾ ਕਿਸੇ ਨੇ ਦੱਸਿਆ ਗੱਲ ਨਹੀਂ ਬਣ ਰਹੀ ਜੀ। ਅੱਧੀਆਂ ਜਥੇਬੰਦੀਆਂ ਇੱਕ ਪਾਸੇ ਨੇ, ਅੱਧੀਆਂ ਇੱਕ ਪਾਸੇ ਨੇ। ਕਈ ਜਥੇਬੰਦੀਆਂ ਕਹਿੰਦੀਆਂ ਆਪਾਂ ਨੂੰ 26 ਨੂੰ ਦਿੱਲੀ ਜਾਣਾ ਚਾਹੀਦਾ, ਕਈ ਕਹਿੰਦੀਆਂ ਜੀ ਕੋਈ ਸੜਕ ਰੁਕਣੀ ਚਾਹੀਦੀ ਹੈ, ਪ੍ਰੋਗਰਾਮ ਕੀ ਦੇਣਾ। ਬਾਅਦ ਵਿੱਚ ਟਕੈਤ ਸਾਹਿਬ ਵੀ ਆ ਗਏ, ਡਾਕਟਰ ਦਰਸ਼ਨਪਾਲ ਵੀ ਆ ਗਏ, ਭੰਗੂ ਸਾਹਿਬ ਵੀ ਆ ਗਏ, ਇਹਦੇ ਤੋਂ ਬਿਨਾਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਵੀ ਆ ਗਏ। ਸਾਰੇ ਇਕੱਠੇ ਖੜੇ ਹੋ ਗਏ ਪੱਤਰਕਾਰਾਂ ਦੇ ਮੂਹਰੇ। ਉਹ ਕਹਿੰਦੇ ਫੈਸਲਾ ਕਰ ਲਿਆ ਕੀ? ਕਹਿੰਦੇ ਪਹਿਲੀ ਗੱਲ ਕਿ 26 ਤਰੀਕ ਨੂੰ ਸਾਲ ਪੂਰਾ ਹੋਣਾ, ਉਹ ਇੱਕ ਬਹੁਤ ਵੱਡਾ ਦਿਨ ਹੈ ਤੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਉਦੋਂ ਇਕੱਠ ਵਧਾਉਣਾ ਹੈ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਓ। ਫਿਰ ਉਹ ਕਹਿੰਦੇ 27 ਤੇ 28 2 ਦਿਨ ਨਹੀਂ, 29 ਤਰੀਕ ਨੂੰ, ਕਿਉਂਕਿ ਉਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ। ਉਹ ਕਹਿੰਦੇ ਜਾਵਾਂਗੇ ਦਿੱਲੀ ਕਿਉਂਕਿ ਲੋਕ ਚਾਹੁੰਦੇ ਆ
ਕਿਉਂਕਿ ਲੋਕਾਂ ਨੂੰ ਐ ਲੱਗਣ ਲੱਗ ਪਿਆ ਸੀ ਕਿ ਕਿਸਾਨ ਬੈਠੇ ਆ, ਸਰਕਾਰ ਨੂੰ ਪਰਵਾਹ ਕੋਈ ਨਹੀਂ, ਉਹ ਅਕਾ ਦੇਣਾ ਚਾਹੁੰਦੀ ਹੈ, ਥਕਾ ਦੇਣਾ ਚਾਹੁੰਦੀ ਹੈ। ਉਹ ਕਹਿੰਦੇ ਜਾਵਾਂਗੇ ਪਰ ਬੰਦੇ ਜਾਣ ਕੇ 500, ਹਰ ਜਥੇਬੰਦੀ ਦੇ 12 15 20 ਬੰਦੇ ਲੈ ਕੇ 500 ਆਇਡੈਂਟੀ ਕਾਰਡ ਉਹਨਾਂ ਦੇ ਕੋਲ ਹੋਣਗੇ ਤੇ ਜਾਵਾਂਗੇ ਟਰੈਕਟਰ ਟਰਾਲੀ ਤੇ। ਟਕੈਤ ਸਾਹਿਬ ਨੂੰ ਪੁੱਛਿਆ ਟਰੈਕਟਰ ਵਾਲੇ, ਉਹ ਕਹਿੰਦੇ ਸਾਡੇ ਕਿਹੜਾ ਏਸੀ ਬੱਸਾਂ, ਅਸੀਂ ਤਾਂ ਟਰੈਕਟਰ ਟਰਾਲੀ ਤੇ ਜਾਣਾ। ਤੇ ਇਹ ਵੀ ਕਿਹਾ ਕਿ ਜੇ ਤਾਂ ਪਾਰਲੀਮੈਂਟ ਜਿੰਨੇ ਦਿਨ ਸੈਸ਼ਨ ਚੱਲਦਾ ਰੋਜ਼ 500 ਕਿਸਾਨਾਂ ਦਾ ਜਥਾ ਜਾਊਗਾ, ਜੇ ਤਾਂ ਕਹਿੰਦੇ ਜਾਣ ਦਿੱਤਾ ਉੱਥੇ ਤੱਕ ਠੀਕ ਹੈ, ਤਾਂ ਜੇ ਰਾਹ ਦੇ ਵਿੱਚ ਹੀ ਰੋਕ ਲਿਆ ਉੱਥੇ ਧਰਨਾ ਲਾਵਾਂਗੇ, ਗ੍ਰਿਫਤਾਰੀਆਂ ਦੇਣੀਆਂ ਪਈਆਂ ਦਿਆਂਗੇ। ਸੰਧਾਲੀਆ ਸਾਹਿਬ ਇੱਕ ਗੱਲ ਤਾਂ ਲੱਗਦੀ ਹੈ ਕਿ ਸ਼ਾਇਦ ਪਾਰਲੀਮੈਂਟ ਤੱਕ ਉਹਨਾਂ ਨੂੰ ਨਾ ਪੜਨ ਦੇਣ, ਸ਼ਾਇਦ, ਪਰ ਜੇ ਗ੍ਰਿਫਤਾਰੀਆਂ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਕਿ ਭਾਈ ਚੱਕ ਕੇ ਅੰਦਰ ਦੇ ਦਿੰਨੇ ਆ, ਫਿਰ ਜਥੇ ਰੁਕਣੇ ਥੋੜੋ ਆ। ਤੇ ਨਾਲ ਹੀ ਉਹਨਾਂ ਨੇ ਵੀ ਕਹਿਤਾ, ਕਹਿੰਦੇ ਸਿੰਘੂ ਬਾਰਡਰ ਬੰਦ ਹੈ, ਟਿੱਕਰੀ ਤੋਂ ਥੋੜਾ ਜਿਹਾ ਖੋਲਿਆ, ਉਧਰਲੇ ਪਾਸੇ ਗਾਜ਼ੀਪੁਰ ਤੋਂ ਖੋਲਿਆ, ਕਹਿੰਦੇ ਅਸੀਂ ਸਰਕਾਰ ਨੂੰ ਕਹਿਣਾ ਹੀ ਨਹੀਂ ਕਿ ਸਿੰਘੂ ਖੋਲੋ, ਕਿਉਂਕਿ ਅਸੀਂ ਬੰਦ ਨਹੀਂ ਕੀਤਾ। ਜਿੱਧਰਲੇ ਪਾਸਿਓਂ ਖੋਲਿਆ ਅਸੀਂ ਸਿੰਘੂ ਤੋਂ ਉਧਰਲੇ ਪਾਸੇ ਦੀ ਹੋ ਕੇ ਚੱਲ ਜਾਾਂਗੇ। ਜਾਣੀ 26 ਜਨਵਰੀ ਦਾ ਤੁਸੀਂ ਚੇਤਾ ਕਰੋ, ਉਦੋਂ ਪਹਿਲਾਂ ਸਰਕਾਰ ਦੇ ਨਾਲ ਪੁਲਿਸ ਨਾਲ ਬਕਾਇਦਾ ਬੈਠਕਾਂ ਹੋਈਆਂ ਸੀ। ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਅਸੀਂ ਕਿਸਾਨ ਟਰੈਕਟਰ ਪਰੇਡ ਕਰਨੀ ਹੈ, ਜਿੱਦਣ ਬਹੁਤ ਰੌਲਾ ਪਿਆ। ਉਹਨਾਂ ਨੇ ਫਿਰ ਰੂਟ ਦਿੱਤਾ ਸੀ, ਕਿਸਾਨ ਪਹਿਲਾਂ ਮੰਨਦੇ ਨਹੀਂ ਸੀ, ਫਿਰ ਮੰਨ ਗਿਆ, ਫਿਰ ਉਹ ਰੂਟ ਤੋਂ ਵੀ ਬੰਦੇ ਕਿੱਧਰ ਨੂੰ ਤੋਰ ਦਿੱਤੇ, ਉਹ ਵੀ ਚਰਚਾ ਚੱਲਦੀ ਹੈ। ਹੁਣ ਕਈ ਬੰਦਿਆਂ ਨੇ ਕਹਿਣਾ ਜੀ 500 ਨਾਲ ਕੀ ਹੋਊਗਾ, ਉਹ ਕਹਿੰਦੇ ਜੀ ਸ਼ਰਾਰਤੀ ਅਨਸਰ ਰਲ ਜਾਂਦੇ ਹੁੰਦੇ ਆ, ਅਸੀਂ ਇਹ ਸਾਰਾ ਕੁਝ ਸ਼ਾਂਤਮਈ ਤਰੀਕੇ ਦੇ ਨਾਲ ਰੱਖਣਾ ਚਾਹੁੰਦੇ ਆ, ਜਿੱਦਾਂ ਅਸੀਂ ਪਹਿਲਾਂ ਕੰਮ ਚਲਾਇਆ ਉਦਾਂ ਹੀ ਚਲਾਉਣਾ ਹੈ। ਤੇ ਦੂਸਰਾ ਸੰਧਾਲੀਆ ਸਾਹਿਬ, ਜੇ ਐਤਕੀ ਉਹ ਸਰਕਾਰ ਨੂੰ ਚਿੱਠੀ ਨਹੀਂ ਪਾਉਂਦੇ, ਉਹ ਨਹੀਂ ਕਹਿੰਦੇ ਕਿ ਅਸੀਂ ਨਹੀਂ ਜਾਣਾ, ਸਰਕਾਰ ਦਾ ਵਤੀਰਾ ਕਿੱਦਾਂ ਦਾ ਹੋਏਗਾ? ਤੇ ਜੇ ਪਾਰਲੀਮੈਂਟ ਆਲੂ ਕਿਸਾਨ ਹਰ ਰੋਜ਼ 500 ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਦੇ ਵਿੱਚ ਜਾਣਗੇ, ਤਾਂ ਫਿਰ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਪੈਦਾ ਹੋ ਸਕਦਾ। ਇਹ ਪਰ ਵੈਸੇ 500 ਨੂੰ ਘੱਟ ਨਾ ਆਂਕਿਆ ਜਾਵੇ, ਜੇ ਮੈਂ ਗਲਤ ਨਹੀਂ ਤੇ ਪਹਿਲਾਂ 200 ਦੀ ਗੱਲ ਹੁੰਦੀ ਹੁੰਦੀ ਜਦੋਂ ਪਾਰਲੀਮੈਂਟ ਦੇ ਪਿਛਲੇ ਸੈਸ਼ਨ ਦੀ ਆਪਾਂ ਗੱਲ ਕਰੀਏ, ਜਦੋਂ ਕਿਸਾਨ ਪਾਰਲੀਮੈਂਟ ਚੱਲੀ ਸੀ, ਤੇ ਹੁਣ ਤੇ 200 ਤੋਂ ਵੀ ਦੁੱਗਣੇ ਤੋਂ ਵੀ 100 ਵੱਧ ਨਹੀਂ ਹੋਣਾ, ਤੇ ਉਹ ਵੀ ਜਾਣਾ ਵੀ ਡੇਲੀ ਉਹਨਾਂ ਨੇ। ਸੋ ਪਹਿਲਾਂ ਨਾਲੋਂ ਆਪਾਂ ਦੇਖੀਏ ਤੇ ਇੱਕ ਤਰ੍ਹਾਂ ਨਾਲ 2.5 ਗੁਣਾ ਕੰਮ ਹੋ ਗਿਆ ਜੀ। ਇੱਥੇ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਚੇਤੇ ਥੋੜੀ ਜਿਹੀ ਰੱਖਣ ਵਾਲੀ ਜ਼ਰੂਰੀ ਹੈ। ਜਦੋਂ 200 ਬੰਦੇ ਜਾਂਦੇ ਸੀ, ਤੁਹਾਨੂੰ ਯਾਦ ਹੋਣਾ ਜਿੱਦਣ ਪਹਿਲੇ ਦਿਨ ਕਿਸਾਨ ਪਾਰਲੀਮੈਂਟ ਲੱਗਣੀ ਸੀ, ਉਦੋਂ 1.5-2 ਘੰਟੇ ਪਹਿਲਾਂ ਤਲਾਸ਼ੀਆਂ ਲੈਂਦੇ ਰਹੇ ਸੀ, ਨਾ ਪਤਾ ਨੋਟ ਕਰਦੇ ਰਹੇ ਸੀ। ਐਤਕੀ 500 ਬੰਦਾ ਹੋਣਾ, ਜੇ ਸਵੇਰੇ 8 ਵਜੇ ਚੱਲਣਗੇ, 12 ਵਜੇ ਆਪਣ ਦੇਣਗੇ, 1 ਵਜੇ ਕਿ 2 ਵਜੇ ਕੋਈ ਪਤਾ ਨਹੀਂ। ਪਰ ਅਸੀਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਭਾਈ ਥੋੜਾ ਜਿਹਾ ਹੁਣ ਸੋਚੋ ਵਿਚਾਰੋ, ਕਿਉਂਕਿ ਉਧਰਲੇ ਪਾਸੇ ਲਖੀਮਪੁਰ ਵਾਲੇ ਪਾਸੇ ਪਤਾ ਲੱਗਾ ਕਿ ਫੋਰੈਂਸਿਕ ਲੈਬ ਦੀ ਰਿਪੋਰਟ ਕਹਿੰਦੀ ਹੈ ਕੋਈ ਵੱਡੇ ਲੀਡਰ ਦਾ ਮੁੰਡਾ ਸ਼ਾਇਦ ਉਹਦੇ ਹਥਿਆਰ ਦੇ ਵਿੱਚੋਂ ਗੋਲੀ ਚੱਲੀ ਹੈ। ਤੁਸੀਂ ਦੇਖੋ ਕਿ ਜਿਹੜੀ ਫੋਰੈਂਸਿਕ ਲੈਬ ਦੀ ਰਿਪੋਰਟ ਅਜੇ ਤੱਕ ਨਹੀਂ ਸੀ ਆਈ ਸੀ, ਮਹੀਨਾ ਟੱਪ ਚੱਲਿਆ ਸੀ, 24 ਘੰਟਿਆਂ 'ਚ ਆ ਗਈ, ਜਦੋਂ ਸੁਪਰੀਮ ਕੋਰਟ ਨੇ ਕਹਿਤਾ ਸੀ ਅੱਛਾ ਫੇ ਪੰਜਾਬ ਹਰਿਆਣਾ ਹਾਈ ਕੋਰਟ ਦੇ 2 ਸਾਬਕਾ ਜੱਜ ਲਾ ਦਿੰਦੇ ਜੇ ਤੁਹਾਡੇ ਤੋਂ ਚੰਗੇ ਤਰੀਕੇ ਜਾਂਚ ਨਹੀਂ ਹੁੰਦੀ। ਇਹ ਤੇ ਸੋਚਣ ਵਾਲੀ ਗੱਲ ਹੈ ਵੀ ਦੇਖੋ, ਜੇ ਤੇ ਉਹ ਮੰਨ ਲਓ ਸੁਪਰੀਮ ਕੋਰਟ ਇੰਨੀ ਸਖਤੀ ਨਾ ਕਰਦੀ ਤੇ ਪਿਸਤੌਲ ਦੇ ਵਿੱਚ ਗੋਲੀ ਚੱਲਣੀ ਤਾਂ ਟਾਈਮ ਲੰਘ ਹੀ ਜਾਣਾ ਜੀ। ਤੇ ਕੁਝ ਸਮਾਂ ਤੇ ਹੁੰਦਾ ਹੀ ਹੋਊਗਾ ਨਾ ਵੀ ਕਿੰਨੀ ਦੇਰ ਪਹਿਲਾਂ ਚੱਲੀ ਹੈ ਜੀ, ਕਿੰਨੀ ਦੇਰ ਪਹਿਲਾਂ ਨਹੀਂ ਚੱਲੀ, ਜਾਂ ਉਦੋਂ ਬਾਅਦ ਵੀ ਤੇ ਹੋ ਸਕਦਾ ਵੀ ਕੋਈ ਵਾਧਾ ਘਾਟਾ ਕਰਨ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ। ਪਰ ਜੇ ਹੁਣ ਚਲੋ ਜੇ ਸਰਕਾਰ ਦੀ ਆਪਣੇ ਵੱਲੋਂ ਕੋਸ਼ਿਸ਼ ਸੀ ਵੀ ਆਪਾਂ ਨੂੰ ਬਚਾਈਏ, ਪਰ ਅਦਾਲਤ ਨੇ ਕਿਹਾ ਵੀ ਸਖਤੀ ਕਰਨੀ ਹੈ, ਤੇ ਅਖੀਰ ਗੱਲ ਨਿਕਲ ਹੀ ਆਈ ਨਾ ਵੀ ਇਹਦਾ ਮਤਲਬ ਹੁਣ ਤੱਕ ਇਹ ਚੱਲਦਾ ਸੀ ਵੀ ਕੁਝ ਲੋਕ ਕਹਿੰਦੇ ਸੀ ਵੀ ਗੋਲੀ ਚੱਲਦੀ, ਇਹ ਆਵਾਜ਼ ਸੁਣੀ ਹੈ, ਇਹਦਾ ਮਤਲਬ ਜੇ ਆਵਾਜ਼ ਸੁਣੀ ਹੈ ਤੇ ਫਿਰ ਚੱਲੀ ਵੀ ਹੈ। ਹੁਣ ਤੁਸੀਂ ਇਹ ਦੇਖੋ, ਜਿਹੜਾ ਕਹਿੰਦਾ ਸੀ ਮੈਂ ਉੱਥੇ ਹੈ ਹੀ ਨਹੀਂ, ਜੇ ਉਹਦੇ ਪਿਸਤੌਲ ਦੇ ਵਿੱਚੋਂ ਜਾਂ ਉਹਦੀ ਰਾਈਫਲ ਦੇ ਵਿੱਚੋਂ ਸਾਬਤ ਹੋ ਗਿਆ ਕਿ ਗੋਲੀ ਚੱਲੀ ਹੈ, ਫਿਰ ਤਾਂ ਕਹਿਣ ਸੁਣਨ ਨੂੰ ਕੁਝ ਬਾਕੀ ਨਹੀਂ ਰਹਿਣਾ। ਬਿਲਕੁਲ ਸਹੀ ਗੱਲ। ਬਾਕੀ ਚਲੋ ਇਹ ਅਦਾਲਤ ਦੇ ਵਿੱਚ ਮਾਮਲਾ, ਅਦਾਲਤ ਫੈਸਲਾ ਕਰੂਗੀ। ਆਪਾਂ ਜਿੰਨੀਆਂ ਗੱਲਾਂ ਕਰਨੀਆਂ ਸੀ ਕਰ ਲਈਆਂ, ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਇੱਥੇ ਸਮਾਚਾਰ ਸਮਾਪਤ ਹੁੰਦੇ ਨੇ ਜੀ। ਸਤਿ ਸ਼੍ਰੀ ਅਕਾਲ। ਸੋ ਇਹਨਾਂ ਸਮਾਚਾਰਾਂ ਨੂੰ, ਇਹਨਾਂ ਖਬਰਾਂ ਨੂੰ ਅਸੀਂ ਹੁਣ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਇੱਕ ਲਾਈਕ ਵਾਲਾ ਬਟਨ ਦਿੱਤਾ ਗਿਆ ਹੈ YouTube ਦੇ ਉੱਪਰ ਦੇਖ ਰਹੇ ਹੋ ਤਾਂ ਨੀਚੇ ਉਹਨੂੰ ਜ਼ਰੂਰ ਦੱਬਣ ਦੀ ਕਿਰਪਾਲਤਾ ਕਰਨੀ, ਅੱਗੇ ਸ਼ੇਅਰ ਦੀ ਕਿਰਪਾਲਤਾ ਵੀ ਕਰਨੀ। ਦੇਖਦੇ ਰਹਿਣਾ ਪ੍ਰਾਈਮ ਮਿਨਿਸਟਰ TV, ਤੁਹਾਡਾ ਆਪਣਾ, ਤੁਹਾਡੇ ਲਈ।